ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਗੁਰਮਤ ਕਲਾਸ ਵਿੱਚ। ਆਪ ਸਾਰਿਆਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਇਸ ਕਲਾਸ ਦੇ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਪਾਵਨ ਬਾਣੀ ਜਪਜੀ ਸਾਹਿਬ ਜੀ ਦੀ ਵਿਚਾਰ ਸਾਰੇ ਵੀਰ ਭੈਣਾਂ ਮਿਲ ਕੇ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 3 ਪੌੜੀਆਂ ਦੀ ਵਿਚਾਰ ਸਾਂਝੀ ਕੀਤੀ ਹੈ। ਜਿਵੇਂ ਕਿ ਸਭ ਤੋਂ ਪਹਿਲਾਂ ਅਸੀਂ ਵਿਚਾਰ ਕੀਤੀ ਸੀ ਕਿ ਜਪਜੀ ਸਾਹਿਬ ਜੀ ਦੇ ਅੰਦਰ ਇੱਕ ਸਵਾਲ ਹੈ ਮਨੁੱਖਤਾ ਦੇ ਸਾਹਮਣੇ, ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਪੈ ਪਾਲ। ਕਿ ਅਸੀਂ ਸਚਿਆਰ ਕਿਵੇਂ ਹੋਈਏ, ਰੱਬ ਦੇ ਔਰ ਸਾਡੇ ਵਿੱਚ ਬਣੀ ਹੋਈ ਦੀਵਾਰ ਕਿਵੇਂ ਟੁੱਟੇ, ਕਿਵੇਂ ਅਸੀਂ ਰੱਬ ਵਰਗੇ ਹੋ ਕੇ ਜੀ ਸਕੀਏ। ਕਿਉਂਕਿ ਅਸੀਂ ਸਚਿਆਰ ਹੋਣਾ ਹੈ ਤੇ ਗੁਰਦੇਵ ਨੇ ਪਾਵਨ ਬਾਣੀ ਵਿੱਚ ਰੱਬ ਨੂੰ ਸਚਿਆਰ ਹੀ ਆਖਿਆ ਹੈ। ਤੂੰ ਕਰਤਾ ਸਚਿਆਰ ਮਹਿੰਦਾ ਸਾਈਂ, ਕਿ ਹੇ ਮਾਲਕ ਤੂੰ ਸੱਚ ਦਾ ਘਰ ਹੈ, ਤੂੰ ਸਚਿਆਰ ਹੈ। ਤੇ ਹਰ ਮਨੁੱਖ ਉਸ ਰੱਬ ਦਾ ਹੀ ਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਰੱਬ ਵਰਗਾ ਹੋ ਕੇ ਹਰ ਇਨਸਾਨ ਜੀ ਸਕਦਾ ਹੈ, ਇਹ ਪੋਸੀਬਿਲਿਟੀ ਹੈ, ਕਿਉਂਕਿ ਇਹ ਹੈ ਹੀ ਉਸ ਪ੍ਰਭੂ ਦਾ ਰੂਪ, ਜੋ ਦਿਸੈ ਸੋ ਤੇਰਾ ਰੂਪ। ਤਾਂ ਕੱਲ ਤੱਕ ਅਸੀਂ ਵਿਚਾਰ ਕੀਤੀ ਹੈ ਕਿ ਜੋ ਰੱਬੀ ਹੁਕਮ ਦੇ ਅੰਦਰ ਚੱਲੇਗਾ ਉਹੀ ਸਚਿਆਰ ਹੋਵੇਗਾ, ਕਿਉਂਕਿ ਸਚਿਆਰ ਹੋਣ ਦਾ ਸਾਧਨ ਹੀ ਸਿਰਫ ਇੱਕ ਹੈ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਤੇ ਗੁਰਦੇਵ ਨੇ ਫਿਰ ਸਾਨੂੰ ਸਮਝਾਇਆ ਹੈ ਹੁਕਮ ਕੀ ਹੈ। ਤਾਂ ਹੁਕਮ ਦੀ ਸਾਨੂੰ ਸਾਰਿਆਂ ਨੂੰ ਸਮਝ ਆਈ। ਹੁਕਮ ਰਜ਼ਾ ਔਰ ਭਾਣੇ ਦਾ ਮਤਲਬ ਹੈ ਪ੍ਰਭੂ ਦੇ ਬਣਾਏ ਹੋਏ ਕੁਦਰਤ ਦੇ ਨਿਯਮ, ਜਿਹਨੂੰ ਅਸੀਂ ਕਹਿ ਸਕਦੇ ਹਾਂ ਲਾ ਆਫ ਨੇਚਰ। ਹੁਕਮ ਰਜ਼ਾ ਭਾਣਾ ਲੇਖ, ਇਹਦਾ ਇੱਕ ਮਤਲਬ ਅਸੀਂ ਲੈ ਸਕਦੇ ਹਾਂ, ਇੱਕ ਸ਼ਬਦ ਵਰਤ ਸਕਦੇ ਹਾਂ ਸਿਸਟਮ। ਜੋ ਰੱਬੀ ਰਜ਼ਾ ਦੇ ਅੰਦਰ ਤੁਰੇਗਾ ਉਹ ਮਨੁੱਖ ਸਚਿਆਰ ਹੋ ਜਾਏਗਾ, ਰੱਬ ਵਰਗਾ ਹੀ ਹੋ ਜਾਏਗਾ, ਰੱਬ ਦੇ ਅੰਦਰ ਅਪੇਦ ਹੋ ਜਾਏਗਾ। ਤਾਂ ਹੁਣ ਅੱਜ ਅਸੀਂ ਚੌਥੀ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ। ਹਰ ਪੌੜੀ ਦੇ ਅੰਦਰ ਗੁਰਦੇਵ ਪਾਤਸ਼ਾਹ ਨੇ ਸਾਨੂੰ ਐਸਾ ਮਾਰਗ ਦਰਸ਼ਨ ਕੀਤਾ ਹੈ ਸਾਡਾ, ਕਿ ਜੇ ਅਸੀਂ ਹਰ ਪੌੜੀ ਨੂੰ ਬੜੇ ਪਿਆਰ ਦੇ ਨਾਲ ਪੜ੍ਹੀਏ, ਠਰਮੇ ਦੇ ਨਾਲ ਵਿਚਾਰੀਏ ਔਰ ਉਸ ਮੁਤਾਬਕ ਆਪਣਾ ਜੀਵਨ ਬਣਾ ਲਈਏ, ਤਾਂ ਅਸੀਂ ਸਚਿਆਰ ਹੋ ਸਕਦੇ ਹਾਂ। ਦੁਨੀਆ ਦਾ ਹਰ ਮਨੁੱਖ ਸਚਿਆਰ ਹੋ ਸਕਦਾ ਹੈ। ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲੇ, ਗੋਰੇ, ਅਮੀਰ, ਗਰੀਬ, ਪੜ੍ਹੇ, ਅਨਪੜ੍ਹ, ਇਸਤਰੀ, ਪੁਰਸ਼, ਬੱਚੀ, ਬੱਚੇ, ਜਵਾਨ, ਰਾਜਾ, ਪ੍ਰਜਾ, ਕੋਈ ਵੀ, ਹਰ ਇਨਸਾਨ ਸਚਿਆਰ ਹੋ ਸਕਦਾ ਹੈ। ਇਹ ਪੋਸੀਬਿਲਿਟੀ ਹਰ ਇੱਕ ਦੇ ਅੰਦਰ ਮੌਜੂਦ ਹੈ, ਹਰ ਇੱਕ ਦੇ ਅੰਦਰ ਇਹ ਸੰਭਾਵਨਾ ਹੈ। ਤਾਂ ਆਓ ਅਸੀਂ ਚੌਥੀ ਪੌੜੀ ਦੀ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ। ਗੁਰਦੇਵ ਪਹਿਲਾ ਬਚਨ ਕਰਦੇ ਹਨ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਸਾਹਿਬ ਦਾ ਮਤਲਬ ਮਾਲਕ, ਸਾਚਾ ਸਾਹਿਬ, ਇੱਥੇ ਵਿਸਰਾਮ ਲਗਾਉਣਾ ਹੈ। ਸਾਚ ਨਾਏ, ਇੱਥੇ ਅਰਧ ਵਿਸਰਾਮ ਆਏਗਾ। ਭਾਖਿਆ ਭਾਉ ਅਪਾਰ, ਨਾਏ ਦਾ ਮਤਲਬ ਹੈ ਨਿਆਂ, ਕਾਨੂੰਨ, ਨਿਆਂ। ਭਾਖਿਆ ਦਾ ਮਤਲਬ ਭਾਸ਼ਾ, ਬੋਲੀ। ਭਾਉ ਦਾ ਮਤਲਬ ਪ੍ਰੇਮ। ਅਪਾਰ ਦਾ ਮਤਲਬ ਪਾਰ ਤੋਂ ਰਹਿਤ। ਤਾਂ ਸਾਰੀ ਪੰਕਤੀ ਦਾ ਅਰਥ ਇਹ ਹੋਏਗਾ, ਸਾਚਾ ਸਾਹਿਬ, ਕਿ ਇਹ ਮਾਲਕ ਤੂੰ ਸੱਚਾ ਹੈ ਔਰ ਸਾਰੀ ਕਾਇਨਾਤ ਦਾ ਮਾਲਕ। ਸਾਚ ਨਾਏ, ਤੇਰਾ ਨਿਆਂ, ਤੇਰਾ ਕਾਨੂੰਨ ਬਿਲਕੁਲ ਸੱਚ ਹੈ, ਉਹਦੇ ਅੰਦਰ ਕੋਈ ਉਕਾਈ ਨਹੀਂ ਹੈ। ਭਾਖਿਆ ਭਾਉ ਅਪਾਰ, ਹੇ ਅਪਾਰ ਪ੍ਰਭੂ, ਤੇਰੀ ਜੋ ਭਾਸ਼ਾ ਹੈ ਉਹ ਪ੍ਰੇਮ ਹੈ, ਤੇਰੀ ਬੋਲੀ ਪ੍ਰੇਮ ਹੈ। ਹੁਣ ਅਸੀਂ ਇਹਦੇ ਵਿੱਚ 3-4 ਚੀਜ਼ਾਂ ਸਮਝਣੀਆਂ ਨੇ। ਪਹਿਲੀ ਗੱਲ, ਸਾਹਿਬ ਸੱਚਾ ਹੈ, ਯਾਨੀ ਸਦਾ ਥਿਰ ਰਹਿਣ ਵਾਲਾ ਹੈ, ਹਰ ਵਕਤ ਹਰ ਥਾਂ ਤੇ ਮੌਜੂਦ ਹੈ ਔਰ ਉਹ ਸਾਹਿਬ ਹੈ। ਤਾਂ ਇਹਦਾ ਮਤਲਬ ਸਾਹਿਬ ਇੱਕੋ ਹੀ ਹੈ ਸਾਰਿਆਂ ਦਾ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਇਹ ਗੱਲ ਨੋਟ ਕਰ ਲੈਣਾ ਕਿ ਉਹ ਇੱਕ ਹੈ ਸਾਰਿਆਂ ਦਾ ਮਾਲਕ।
ਤੇ ਸਾਰੀ ਕਾਇਨਾਤ ਉਹਦੀ ਮਲਕੀਅਤ ਹੈ, ਅਸੀਂ ਸਾਰੇ ਹੀ ਉਹਦੀ ਮਲਕੀਅਤ ਹਾਂ। ਜਦੋਂ ਸਾਹਿਬ ਇੱਕ ਹੈ ਤਾਂ ਫਿਰ ਸਾਡੇ ਵੱਖਰੇ ਵੱਖਰੇ ਮਾਲਕ ਨਹੀਂ ਹੋ ਸਕਦੇ। ਵੱਖਰੇ ਵੱਖਰੇ ਮਾਲਕ ਜਿਨ੍ਹਾਂ ਨੇ ਬਣਾ ਲਏ ਨੇ, ਉਹ ਸੱਚੇ ਸਾਹਿਬ ਨੂੰ ਪਾ ਨਹੀਂ ਸਕਣਗੇ, ਸਮਝ ਨਹੀਂ ਸਕਣਗੇ, ਉਹਦੇ ਵਿੱਚ ਮਿਲ ਨਹੀਂ ਸਕਣਗੇ, ਜਿਨ੍ਹਾਂ ਦੇ ਸਾਹਿਬ, ਜਿਨ੍ਹਾਂ ਦੇ ਮਾਲਕ ਹੀ ਵੱਖਰੇ ਵੱਖਰੇ ਨੇ। ਕਿਸੇ ਨੇ ਕਿਸੇ ਪੀਰ ਨੂੰ ਮਾਲਕ ਬਣਾ ਲਿਆ, ਕਿਸੇ ਨੇ ਕਬਰ ਨੂੰ, ਕਿਸੇ ਨੇ ਦੇਵੀ ਨੂੰ, ਕਿਸੇ ਨੇ ਦੇਵਤੇ ਨੂੰ, ਕਿਸੇ ਨੇ ਬਾਬੇ ਨੂੰ, ਕਿਸੇ ਨੇ ਜੋਤਸ਼ੀ ਨੂੰ, ਅਲੱਗ-ਅਲੱਗ ਮਾਲਕ ਬਣਾ ਲਏ। ਤਾਂ ਉਹ ਇੱਕ ਦੇ ਨਾਲ ਕਿਵੇਂ ਜੁੜਨਗੇ? ਇੱਕ ਦੇ ਨਾਲ ਕਿਵੇਂ ਜੁੜਨਗੇ? ਦੂਜੀ ਗੱਲ, ਸਾਹਿਬ ਸੱਚਾ ਹੈ, ਉਹ ਇੱਕ ਸਚਾਈ ਦਾ ਘਰ ਹੈ, ਸਚਿਆਰ ਹੈ, ਉਹਦੇ ਅੰਦਰ ਝੂਠ ਫਰੇਬ ਵਿਕਾਰ ਹੈ ਹੀ ਨਹੀਂ, ਕੇਵਲ ਸੱਚਾਈ ਹੈ। ਤੇ ਜਿਨ੍ਹਾਂ ਨੇ ਹੁਣ ਆਪਣਾ ਮਾਲਕ ਬਣਾ ਲਿਆ ਹੈ ਝੂਠ ਨੂੰ, ਲੋਭ ਨੂੰ, ਲਾਲਚ ਨੂੰ, ਉਹ ਸੱਚ ਦੇ ਨਾਲ ਕਿਵੇਂ ਜੁੜਨਗੇ? ਆਪਣੀ ਮਾਨਸਿਕਤਾ ਦਾ, ਆਪਣੀ ਸੋਚ ਦਾ ਆਧਾਰ ਔਰ ਮਾਲਕ ਕੇਵਲ ਸੱਚ ਨੂੰ ਬਣਾਉਣਾ ਹੈ। ਤੇ ਸੱਚ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਦਾਰੂ ਹੈ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਤੋਏ। ਤਾਂ ਸਾਹਿਬ ਸੱਚਾ ਹੈ, ਸਦਾ ਥਿਰ ਹੈ, ਸਦਾ ਰਹਿਣ ਵਾਲਾ ਹੈ, ਹਰ ਥਾਂ ਤੇ ਹੈ, ਔਰ ਉਹ ਸੱਚ ਹੈ, ਨਿਰੋਲ ਸੱਚਾਈ ਹੈ। ਤੇ ਉਹ ਨਿਰੋਲ ਸੱਚਾਈ ਸਾਡਾ ਮਾਲਕ ਹੈ ਸਾਰਿਆਂ। ਤਾਂ ਅਸੀਂ ਆਪਣੀ ਮਾਨਸਿਕਤਾ ਦਾ ਮਾਲਕ ਸੱਚ ਨੂੰ ਬਣਾਉਣਾ ਹੈ, ਆਪਣੀ ਜ਼ਿੰਦਗੀ ਦਾ, ਜੀਵਨ ਦਾ ਬੇਸ ਸੱਚ ਨੂੰ ਬਣਾਉਣਾ ਹੈ। ਔਰ ਜਪਜੀ ਸਾਹਿਬ ਜੀ ਦੇ ਆਦ ਵਿੱਚ ਅਸੀਂ ਪੜ੍ਹਿਆ ਵੀ ਸੀ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤੇ ਉਸ ਮਾਲਕ ਦੀ ਜੋ ਰਚਨਾ ਹੈ ਉਹ ਵੀ ਸੱਚੀ ਹੈ, ਕਿਉਂਕਿ ਸੱਚੇ ਇਨਸਾਨ ਦੀ ਰਚਨਾ ਵੀ ਸੱਚੀ ਹੋਏਗੀ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਹ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ। ਸੱਚੇ ਦਾ ਮਤਲਬ ਉਕਾਈ ਤੋਂ ਰਹਿਤ। ਇਹ ਸਾਰੀ ਰਚਨਾ ਸੱਚੀ ਹੈ, ਉਕਾਈ ਤੋਂ ਰਹਿਤ ਹੈ। ਇਹਦੇ ਅੰਦਰ ਕੋਈ ਭੁੱਲ, ਕੋਈ ਗਲਤੀ, ਕੋਈ ਉਕਾਈ ਨਹੀਂ ਹੈ। ਜੇ ਕਿਤੇ ਰਚਨਾ ਦੇ ਅੰਦਰ ਉਕਾਈ ਨਜ਼ਰੀ ਪੈਂਦੀ ਹੈ ਤਾਂ ਉਹ ਸਾਡੀ ਆਪਣੀ ਕਮਜ਼ੋਰੀ ਹੋ ਸਕਦੀ ਹੈ, ਸਾਡੀ ਬੇਸਮਝੀ ਹੋ ਸਕਦੀ ਹੈ, ਸਾਡੀ ਸੀਮਤ ਸੋਚ ਕਰਕੇ ਹੋ ਸਕਦੀ ਹੈ। ਤਾਂ ਇਸ ਤਰ੍ਹਾਂ ਜੋ ਸੱਚ ਦੇ ਨਾਲ ਜੁੜੇਗਾ, ਸੱਚੇ ਸਾਹਿਬ ਦੇ ਨਾਲ ਜੁੜੇਗਾ, ਉਸ ਦੀ ਜ਼ਿੰਦਗੀ ਵੀ ਐਸੀ ਹੀ ਹੋ ਜਾਏਗੀ। ਉਹ ਵੀ ਬੰਦਾ ਉਕਾਈ ਤੋਂ ਰਹਿਤ ਜ਼ਿੰਦਗੀ ਜੀਣ ਦਾ ਯਤਨ ਕਰੇਗਾ। ਉਹਦੇ ਅੰਦਰ ਵੀ ਫਿਰ ਸਾਹਿਬ ਵਾਲੇ ਗੁਣ ਆਣਗੇ। ਸੱਚੇ ਦੇ ਨਾਲ ਜੋ ਜੁੜੇਗਾ ਉਹ ਵੀ ਆਪਣਾ ਮਾਲਕ ਆਪ ਬਣ ਜਾਏਗਾ। ਸਾਡਾ ਮਾਲਕ ਮਨ ਬਣਿਆ ਹੋਇਆ ਹੈ। ਮਨ ਦੇ ਅੰਦਰ ਜੈਸੇ ਵਿਚਾਰ ਆਏ ਵੈਸਾ ਹੀ ਅਸੀਂ ਕਰੀ ਗਏ। ਜੇ ਮਨ ਵਿੱਚ ਵਿਚਾਰ ਆਈ ਨਸ਼ਿਆਂ ਦੀ, ਅਸੀਂ ਨਸ਼ੇ ਵਰਤਣ ਲੱਗ ਗਏ। ਮਨ ਵਿੱਚ ਵਿਚਾਰ ਆਈ ਚੋਰੀ ਕਰਨ ਦੀ, ਅਸੀਂ ਚੋਰੀ ਕਰਨ ਚਲੇ ਗਏ। ਮਨ ਵਿੱਚ ਵਿਚਾਰ ਆਈ ਬੇਗਾਨਾ ਹੱਕ ਖਾਣ ਦੀ, ਅਸੀਂ ਉਹ, ਕਿਉਂਕਿ ਸਾਡਾ ਮਨ ਬਣ ਗਿਆ ਨਾ ਮਾਲਕ। ਜੋ ਸਾਹਿਬ ਦੇ ਨਾਲ ਜੁੜੇਗਾ ਉਹ ਆਪਣੇ ਮਨ ਦੇ ਉੱਤੇ ਵੀ ਕੰਟਰੋਲ ਕਰ ਲਵੇਗਾ। ਤਾਂ ਸਾਹਿਬ ਸੱਚਾ ਹੈ, ਸੱਚੇ ਦੇ ਨਾਲ ਜੁੜਨਾ ਹੈ। ਅਸੀਂ ਸੱਚ ਦੀ ਮਲਕੀਅਤ ਹਾਂ। ਉਹ ਸਾਹਿਬ ਇੱਕ ਹੈ, ਅਲੱਗ-ਅਲੱਗ ਰੱਬ ਨਹੀਂ ਹਨ, ਅਲੱਗ-ਅਲੱਗ ਖੁਦਾ ਨਹੀਂ ਹਨ। ਜਿਸ ਦਿਨ ਮਨੁੱਖਤਾ ਇਸ ਗੱਲ ਨੂੰ ਸਮਝ ਲਵੇਗੀ, ਉਸ ਦਿਨ ਮਨੁੱਖਤਾ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਪਹਿਲੀ ਗੱਲ। ਦੂਜੀ ਗੱਲ ਹੈ ਸਾਚ ਨਾਏ। ਇੱਥੇ ਵਿਦਵਾਨ ਪੁਰਸ਼ਾਂ ਨੇ ਨਾਏ ਦਾ ਅਰਥ ਟੋਭਾ ਵੀ ਕੀਤਾ ਹੈ, ਨਾਏ ਦਾ ਅਰਥ ਨਾਮਣਾ ਵੀ ਕੀਤਾ ਹੈ, ਗੁਣ ਵੀ ਕੀਤੇ ਨੇ। ਪਰ ਇੱਥੇ ਸਾਚਾ ਜਿਹੜਾ ਹੈ ਉਹ ਗੁਣ ਪਹਿਲਾਂ ਆ ਚੁੱਕਾ ਹੈ। ਇੱਥੇ ਨਾਏ ਦਾ ਮਤਲਬ ਅਸੀਂ ਲੈ ਰਹੇ ਹਾਂ ਨਿਆਂ, ਕਾਨੂੰਨ। ਹੇ ਮਾਲਕ, ਤੇਰਾ ਨਿਆਂ ਸੱਚਾ ਹੈ ਤੇ ਸੱਚਾ ਨਿਆਂ ਸਭ ਵਾਸਤੇ ਇੱਕ ਹੈ। ਨਿਰਵੈਰ ਹੈ ਨਿਆਂ, ਨਿਰਭੈ ਹੈ ਨਿਆਂ। ਬਿਲਕੁਲ ਸੱਚ ਦੇ ਬੇਸ ਦੇ ਉੱਤੇ ਫੈਸਲੇ ਹੁੰਦੇ ਨੇ। ਯਾਨੀ ਜਦੋਂ ਸਾਡੇ ਜੀਵਨ ਦੀ, ਕਰਮ ਦੀ ਪਰਖ ਹੋਏਗੀ ਤਾਂ ਉਦੋਂ ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਆਪਣੇ ਜੀਵਨ ਨੂੰ ਪਰਖਣਾ ਹੋਵੇਗਾ। ਮੈਂ ਕੀ ਕਹਿਣਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਤੁਸੀਂ ਕੀ ਕਹਿੰਦੇ ਹੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਕਿੰਨੇ ਵੀ ਅਮੀਰ ਹੋ, ਰਾਜੇ ਬਾਦਸ਼ਾਹ, MLA MP ਹੋ,
ਕਿਸੇ ਵੀ ਪੋਸਟ ਤੇ ਹੋ ਔਰ ਤੁਸੀਂ ਕੀ ਕਹਿ ਰਹੇ ਹੋ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਇੱਕ ਗਰੀਬ ਬੰਦਾ ਹਾਂ, ਮੈਂ ਕੀ ਕਹਿਣਾ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਫਰਕ ਇਹ ਹੈ ਕਿ ਸੱਚ ਕੀ ਹੈ। ਕੀ ਇੱਕ ਪੜ੍ਹੇ ਲਿਖੇ ਅਮੀਰ ਕਿਸੇ ਰਾਜਨੀਤਿਕ ਦੀ ਕਹੀ ਹੋਈ ਗੱਲ ਸੱਚ ਦੇ ਉੱਤੇ ਪੂਰੀ ਉਤਰਦੀ ਹੈ? ਜੇ ਸੱਚ ਤੇ ਯੂਨੀਵਰਸਲ ਟਰੁਥ ਤੇ ਪੂਰੀ ਉਤਰਦੀ ਹੈ ਤਾਂ ਉਸ ਦੀ ਕਹੀ ਹੋਈ ਗੱਲ ਮਹਾਨ ਹੈ। ਮਹਾਨ ਹੈ ਉਹ ਇਨਸਾਨ ਜੋ ਸੱਚ ਨੂੰ ਬੇਸ ਬਣਾ ਕੇ ਬਚਨ ਕਰ ਰਿਹਾ ਹੈ, ਜਿਸ ਦੇ ਕਰਮ ਸੱਚ ਤੇ ਆਧਾਰਿਤ ਨੇ। ਤੇ ਜੇ ਕੋਈ ਦੁਨਿਆਵੀ ਤੌਰ ਤੇ ਧਨ ਦੇ ਤੌਰ ਤੇ ਕਮਜ਼ੋਰ ਗਰੀਬ ਹੈ ਤੇ ਜੇ ਉਹਦੇ ਕਹੇ ਹੋਏ ਬਚਨ ਯੂਨੀਵਰਸਲ ਟਰੁਥ ਦੇ ਉੱਤੇ ਪੂਰੇ ਉਤਰ ਰਹੇ ਨੇ ਤਾਂ ਮਹਾਨ ਹੈ ਉਹ ਇਨਸਾਨ, ਮਹਾਨ ਨੇ ਉਹਦੇ ਕਰਮ, ਮਹਾਨ ਹੈ ਉਹਦੀ ਸੋਚ ਤੇ ਉਸ ਨੂੰ ਅਪਣਾ ਲੈਣਾ ਚਾਹੀਦਾ ਹੈ। ਇਸ ਲਈ ਵੈਲਿਊ ਕਿਸੇ ਦੇ ਗੱਲ ਦੀ, ਕਿਸੇ ਦੀ ਅਮੀਰੀ ਗਰੀਬੀ ਦੀ ਨਹੀਂ ਹੈ। ਫੈਸਲਾ ਹੋਣਾ ਚਾਹੀਦਾ ਹੈ ਯੂਨੀਵਰਸਲ ਟਰੁਥ ਦੇ ਬੇਸ ਤੇ ਕਿ ਯੂਨੀਵਰਸਲ ਟਰੁਥ ਕੀ ਹੈ। ਜੇ ਅਸੀਂ ਇਸ ਕਲਾਸ ਦੇ ਅੰਦਰ ਗੁਰਬਾਣੀ ਨੂੰ ਬੇਸ ਬਣਾ ਕੇ ਇੱਕ ਗੱਲ ਸਮਝਣ ਦਾ ਯਤਨ ਕਰੀਏ ਤਾਂ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਸਾਡੇ ਵਿੱਚ ਇੰਨੇ ਸਾਰੇ ਵਿਚਾਰਕ ਮਤਭੇਦ ਨੇ ਤੇ ਵਿਚਾਰਕ ਮਤਭੇਦ ਦੇ ਨਾਲ ਕਿਵੇਂ ਇੱਕ ਦੂਜੇ ਦੀਆਂ ਪੱਗਾਂ ਲਾਈਆਂ ਜਾ ਰਹੀਆਂ ਨੇ, ਕਤਲ ਕੀਤੇ ਜਾ ਰਹੇ ਨੇ। ਉਹਦਾ ਰੀਜ਼ਨ ਕੀ ਹੈ? ਕਿਉਂਕਿ ਸਾਹਿਬ ਸਾਡੇ ਅਲੱਗ-ਅਲੱਗ ਹੋ ਗਏ ਨੇ। ਮਾਲਕ ਅਸੀਂ ਅਲੱਗ-ਅਲੱਗ ਬੰਦਿਆਂ ਨੂੰ ਬਣਾ ਲਿਆ ਤੇ ਜੋ ਸਾਡੇ ਕਿਸੇ ਵੱਡ ਵਡੇਰੇ ਵੱਡੇ ਪੁਰਖੇ ਨੇ ਕਹਿ ਦਿੱਤਾ ਹੈ ਅਸੀਂ ਉਹਦੇ ਮੁਤਾਬਕ ਸੋਚ ਰਹੇ ਹਾਂ। ਜੇ ਅਸੀਂ ਸਾਰੇ ਹੀ ਵੀਰ ਭੈਣਾਂ ਗੁਰਬਾਣੀ ਮੁਤਾਬਕ ਸੋਚਣਾ ਸ਼ੁਰੂ ਕਰ ਦਈਏ ਤਾਂ ਫਿਰ ਸਾਡੀਆਂ ਇਸ ਸਮੱਸਿਆਵਾਂ ਦਾ ਸੋਲੂਸ਼ਨ ਹੋ ਸਕਦਾ ਹੈ, ਪਰਿਵਾਰਾਂ ਦੀਆਂ ਸਮੱਸਿਆਵਾਂ ਦਾ ਸੋਲੂਸ਼ਨ ਹੋ ਸਕਦਾ ਹੈ। ਤਾਂ ਰੱਬ ਦਾ ਨਿਆਂ ਸੱਚਾ ਹੈ, ਹਰ ਇੱਕ ਦੇ ਨਾਲ ਬਰਾਬਰ ਦਾ ਨਿਆਂ ਹੈ। ਕਿਵੇਂ ਹੈ ਇਹ ਨਿਆਂ? ਇਹ ਨਹੀਂ ਕਿ ਮਰਨ ਤੋਂ ਬਾਅਦ ਹੋਵੇਗਾ, ਜਿਉਂਦੇ ਜੀ ਨਾਲ ਦੇ ਨਾਲ ਸੱਚਾ ਨਿਆਂ ਹਰ ਇਨਸਾਨ ਨੂੰ ਮਿਲ ਰਿਹਾ ਹੈ। ਕਿਵੇਂ ਮਿਲ ਰਿਹਾ ਜੀ? ਤੁਹਾਡੇ ਅੰਦਰ ਇਸ ਵਕਤ ਦਇਆ ਭਾਵ ਹੈ, ਪਿਆਰ ਮੁਹੱਬਤ, ਤਾਂ ਤੁਹਾਨੂੰ ਕੁਦਰਤ ਦੇ ਜੋ ਬਚਵੇਂ ਨਿਯਮ ਨੇ ਉਹਨਾਂ ਰਾਹੀਂ ਨਾਲ ਦੇ ਨਾਲ ਨਿਆਂ ਮਿਲ ਰਿਹਾ ਹੈ ਕਿ ਤੁਹਾਡੇ ਹਿਰਦੇ ਵਿੱਚ ਖੇੜਾ ਹੈ, ਤੁਹਾਡੇ ਹਿਰਦੇ ਵਿੱਚ ਪ੍ਰਸੰਨਤਾ ਹੈ, ਤੁਹਾਨੂੰ ਇਸ ਦੁਨੀਆ ਤੋਂ ਮਾਣ ਆਦਰ ਸਤਿਕਾਰ ਮਿਲਦਾ ਹੈ। ਮਿਲ ਗਿਆ ਨਾ ਨਿਆਂ, ਸੱਚਾ ਨਿਆਂ ਹੈ। ਜੇ ਤੁਸੀਂ ਕਿਸੇ ਨਾਲ ਈਰਖਾ ਕਰ ਰਹੇ ਹੋ, ਤੁਹਾਡਾ ਅੰਦਰੇ ਅੰਦਰ ਈਰਖਾ ਦੇ ਨਾਲ ਤੁਸੀਂ ਸੜ ਰਹੇ ਹੋ, ਤਾਂ ਰੱਬ ਦੇ ਸੱਚੇ ਨਿਆਂ ਨੇ ਨਾਲ ਦੇ ਨਾਲ ਤੁਹਾਨੂੰ ਨਿਆਂ ਦੇ ਦਿੱਤਾ ਕਿ ਹੁਣ ਤੁਸੀਂ ਸੜ ਰਹੇ ਹੋ, ਕਿਉਂਕਿ ਕਰਮ ਈਰਖਾ ਵਾਲਾ ਨਾ, ਸੋਚ ਈਰਖਾ ਵਾਲੀ। ਪੂਰੀ ਦੁਨੀਆ ਦੇ ਅੰਦਰ ਸੱਚ ਦੇ ਬੇਸ ਦੇ ਉੱਤੇ ਫੈਸਲੇ ਨੇ। ਜੇ ਤੁਸੀਂ ਕਣਕ ਬੀਜੀ ਹੈ ਨਾ ਧਰਤੀ ਵਿੱਚ, ਚਾਹੇ ਅਮੀਰ ਬੀਜੇ ਜਾਂ ਗਰੀਬ ਬੀਜੇ, ਕਣਕ ਹੀ ਉੱਗੇਗੀ। ਇਹ ਨਹੀਂ ਕਿ ਅਮੀਰ ਆਦਮੀ ਪੈਲੀ ਦੇ ਅੰਦਰ ਕਣਕ ਬੀਜੇ ਤੇ ਉਹਦੇ ਖੇਤਾਂ ਦੇ ਅੰਦਰ ਬਦਾਮ ਉਗਾਉਣ ਤੇ ਗਰੀਬ ਬੰਦਾ ਕਣਕ ਬੀਜੇ ਤੇ ਉਹਦੇ ਖੇਤਾਂ ਵਿੱਚ ਬਾਥੂ ਉਗਾਵੇ। ਐਸਾ ਨਹੀਂ ਹੁੰਦਾ, ਬਰਾਬਰ ਨਿਆਂ ਮਿਲਣਾ। ਜੇ ਕੋਈ ਅਮੀਰ ਆਦਮੀ ਝੂਠ ਬੋਲੇ ਤੇ ਉਹਨੂੰ ਝੂਠ ਤੋਂ ਸੁੱਖ ਮਿਲੇ ਤੇ ਜੇ ਗਰੀਬ ਬੰਦਾ ਝੂਠ ਬੋਲੇ ਉਹਨੂੰ ਦੁੱਖ ਮਿਲੇ, ਐਸਾ ਨਹੀਂ ਹੋਏਗਾ, ਦੋਵਾਂ ਨੂੰ ਬਰਾਬਰ ਨਿਆਂ ਮਿਲੇਗਾ। ਇਹ ਗੱਲ ਸਮਝ ਆ ਗਈ ਨਾ ਸਾਡੇ? ਐਸੇ ਦੁਨੀਆ ਵਿੱਚ ਨਾਲ ਦੇ ਨਾਲ ਨਿਆਂ ਮਿਲ ਰਿਹਾ। ਹੁਣ ਇਥੋਂ ਸਾਡੇ ਵਾਸਤੇ ਹੋਰ ਕੀ ਸ਼ੈ, ਸਾਡੀ ਜ਼ਿੰਦਗੀ ਵਾਸਤੇ ਕੀ ਮਿਲੇਗਾ? ਜੀਵਨ ਵਾਸਤੇ ਉਹਦਾ ਨਿਆਂ ਸੱਚਾ ਹੈ ਨਾ, ਤਾਂ ਅਸੀਂ ਵੀ ਸੱਚਾ ਨਿਆਂ ਕਰਨਾ ਇੱਕ ਦੂਜੇ ਦੇ ਨਾਲ। ਇੱਕ ਦੂਜੇ ਦੇ ਨਾਲ ਈਰਖਾ ਨਾ ਕਰੋ, ਪਾਰਟੀਬਾਜ਼ੀ ਕਰਕੇ, ਆਪਣੇ ਪਰਾਏ ਕਰਕੇ ਕਿਸੇ ਦੂਜੇ ਨੂੰ ਸਾਥ ਨਾ ਦਿਓ, ਸੱਚ ਦਾ ਸਾਥ ਦਿਓ। ਪਰਿਵਾਰ ਦੇ ਅੰਦਰ ਬੇਟੀ ਹੈ, ਨੂੰਹ ਹੈ, ਪੁੱਤਰ ਹੈ, ਜਵਾਈ ਹੈ, ਮਾਂ ਹੈ, ਪਿਓ ਹੈ, ਜੇ ਕਿਤੇ ਕੋਈ ਪ੍ਰੋਬਲਮ ਹੈ ਤਾਂ ਯੂਨੀਵਰਸਲ ਟਰੁਥ ਦੇ ਉੱਤੇ ਪਰਖੋ ਉਹਨੂੰ, ਉਹਦੇ ਬੇਸ ਦੇ ਉੱਤੇ ਆਪਣਾ ਫੈਸਲਾ ਲਓ। ਇਹ ਦੁਨੀਆ ਹੈ। ਜਿਵੇਂ ਕੱਲ ਭੈਣ ਕੁਲਦੀਪ ਕੌਰ ਜੀ ਇੱਕ ਸਵਾਲ ਕੀਤਾ ਸੀ, ਤਾਂ ਉੱਥੇ ਇਹੀ ਪ੍ਰੋਬਲਮ ਹੈ, ਕਿਉਂਕਿ ਯੂਨੀਵਰਸਲ ਟਰੁਥ ਨੂੰ ਬੇਸ ਬਣਾ ਕੇ ਫੈਸਲਾ ਨਹੀਂ ਕੀਤਾ ਜਾ ਰਿਹਾ। ਇਸ ਲਈ ਕਿਸੇ ਕੌਮ ਦੇ ਨਾਲ ਵਿਤਕਰਾ ਹੋ ਜਾਂਦਾ ਹੈ।
ਪੂਰੀ ਦੁਨੀਆ ਅੰਦਰ ਕਈ ਵਾਰ ਘੱਟ ਗਿਣਤੀਆਂ ਦੇ ਨਾਲ ਅਨਿਆਂ ਹੋ ਜਾਂਦਾ ਹੈ, ਗਰੀਬਾਂ ਦੇ ਨਾਲ ਅਨਿਆਂ ਹੋ ਜਾਂਦਾ ਹੈ। ਕਿਸੇ ਦੇ ਕੋਲ ਜ਼ਿਆਦਾ ਪੈਸਾ ਹੈ, ਉਹ ਪੈਸਾ ਦੇ ਕੇ ਨਿਆਂ ਆਪਣੇ ਹੱਕ ਵਿੱਚ ਕਰਾ ਲੈਂਦਾ ਹੈ। ਵੋਟਾਂ ਦੇ ਨਾਲ ਝੂਠ ਨੂੰ ਜਿਤਾ ਦਿੱਤਾ ਜਾਂਦਾ ਹੈ। ਤਾਂ ਇਹ ਪ੍ਰੋਬਲਮ ਇਸ ਕਰਕੇ ਆ ਰਹੀ ਹੈ। ਤਾਂ ਸਾਚ ਨਾਏ ਤੋਂ ਸਾਨੂੰ ਇਹ ਸੋਚ ਮਿਲ ਰਹੀ ਹੈ ਕਿ ਅਸੀਂ ਵੀ ਪੂਰੀ ਦੁਨੀਆ ਦੇ ਅੰਦਰ ਕਾਨੂੰਨ ਯੂਨੀਵਰਸਲ ਨੂੰ ਬਣਾ ਕੇ ਬਣਾਣੇ ਨੇ ਔਰ ਹਰ ਇੱਕ ਦੇ ਨਾਲ ਨਿਆਂ ਕਰਨਾ ਹੈ। ਫਿਰ ਇਸ ਦੁਨੀਆ ਦੇ ਅੰਦਰੋਂ ਕਰਪਸ਼ਨ, ਵਿਭਚਾਰ ਆਦਿਕ ਖਤਮ ਹੋ ਸਕਦਾ ਹੈ ਜਦੋਂ ਹਰ ਇਨਸਾਨ ਨੂੰ ਸੱਚਾ ਨਿਆਂ ਮਿਲੇਗਾ। ਪਰਿਵਾਰਾਂ ਵਿੱਚ ਸੱਚਾ ਨਿਆਂ ਕਰੋ। ਮੈਂ ਪਿੱਛੇ ਤੁਹਾਨੂੰ ਇੱਕ ਗੱਲ ਸੁਣਾਈ ਸੀ ਨਾ ਕਿ ਕਿਸੇ ਦੇ ਬੱਚਿਆਂ ਦਾ ਵਿਆਹ ਹੋਇਆ ਤਾਂ ਉਹਨਾਂ ਪੁੱਛਿਆ ਵੀ ਮਾਤਾ ਕਿਵੇਂ ਦੀ ਆਈ ਨੂੰ, ਨਾਲੇ ਜਵਾਈ ਭਾਈ ਵਧਾਈ ਹੋਏ ਵਿਆਹ ਦੀ। ਕਹਿਣ ਲੱਗੀ ਤੁਹਾਨੂੰ ਵਧਾਈਆਂ। ਕਿਵੇਂ ਦੇ ਨੇ ਨੂੰਹ ਪੁੱਤਰ? ਕਹਿਣ ਲੱਗੀ ਜਵਾਈ ਤੇ ਸਾਡਾ ਰੱਬ ਦਾ ਰੂਪ, ਬੜਾ ਚੰਗਾ ਜਵਾਈ ਮਿਲਿਆ। ਵਾਹਿਗੁਰੂ ਸਾਰਿਆਂ ਨੂੰ ਐਸੇ ਬੱਚੇ ਦਵੇ, ਇਹੋ ਜਿਹੇ ਪੁੱਤਰ ਸਾਰਿਆਂ ਨੂੰ ਦਵੇ। ਸਾਰਾ ਟੱਬਰ ਸਾਡੀ ਧੀ ਦੇ ਅੱਗੇ ਪਿੱਛੇ ਲੱਗਾ ਫਿਰਦਾ। ਸਾਡਾ ਜਵਾਈ ਸਵੇਰੇ ਸਾਡੀ ਬੇਟੀ ਨੂੰ ਬੈੱਡ ਟੀ ਬਣਾ ਕੇ ਆਪ ਦਿੰਦਾ, ਆਪ ਵੀ ਨਹਾ ਹੁੰਦਾ ਤੇ ਨਾਲ ਗੀਜ਼ਰ ਦਾ ਸਵਿਚ ਔਨ ਕਰ ਹੁੰਦਾ, ਕੱਪੜੇ ਉਹਦੇ ਟੰਗ ਆਉਂਦਾ। ਹਫ਼ਤੇ ਦੇ ਵਿੱਚ ਘੱਟ ਤੋਂ ਘੱਟ 2-3 ਵਾਰੀ ਬਾਹਰ ਕਿਸੇ ਚੰਗੇ ਰੈਸਟੋਰੈਂਟ ਤੇ ਖਾਣਾ ਖਵਾਉਂਦਾ ਹੈ, ਸ਼ਾਪਿੰਗ ਕਰਾਉਂਦਾ ਹੈ, ਬਾਹਰ ਕਮਾਉਣ ਜਾਂਦਾ ਹੈ, ਅੱਗੇ ਪਿੱਛੇ ਤੁਰਿਆ ਫਿਰਦਾ। ਬੜਾ ਚੰਗਾ ਜਵਾਈ ਮਿਲਿਆ। ਤੇ ਬੇਬੇ ਨੂੰ ਕਹਿਣ ਲੱਗੀ ਨੂੰ ਤੇ ਬੜੀ ਕਲੈਣੀ ਆਈ ਹੈ। ਜਿੱਦਣ ਦੀ ਆਈ ਹੈ ਮੁੰਡੇ ਨੂੰ ਮਗਰ ਲਾਈ ਫਿਰਦੀ ਹੈ, ਕਦੇ ਕਿਸੇ ਹੋਟਲ ਤੇ ਰੋਟੀ ਖਾਣ ਤੇ ਕਦੇ ਸ਼ਾਪਿੰਗ ਕਰਨ। ਤੇ ਇਹੋ ਜਿਹੀ ਨਕੰਮੀ ਕਈ ਵਾਰੀ ਆਪਣੇ ਘਰ ਵਾਲੇ ਨੂੰ ਕਹਿ ਦਿੰਦੀ ਆ ਮੈਨੂੰ ਚਾਹ ਫੜਾਇਆ ਸੀ। ਬੇਨਿਆਈ ਹੋ ਗਈ ਨਾ। ਜਵਾਈ ਉਹ ਕੰਮ ਕਰੇ ਤੇ ਉਹ ਦੇਵਤਾ, ਤੇ ਜੇ ਨੂੰਹ ਦਾ ਕੋਈ ਹੈਲਪ ਕਰ ਦੇਵੇ ਤੇ ਉਹ ਕਲੈਣੀ। ਇਹ ਸੱਚਾ ਨਿਆਂ ਨਹੀਂ ਹੈ ਨਾ। ਤਾਂ ਨਿਆਂ ਜਿਹੜਾ ਪੂਰੀ ਦੁਨੀਆ ਦੇ ਅੰਦਰ ਸੱਚਾ ਹੋਣਾ ਚਾਹੀਦਾ, ਤਾਂ ਜੀਵਨ ਦੇ ਅੰਦਰ ਸਚਿਆਰ ਹੋਵਾਂਗੇ। ਅਗਲਾ ਬਚਨ ਹੈ ਭਾਖਿਆ ਭਾਉ ਅਪਾਰ। ਹੁਣ ਜਿਹਦਾ ਨਿਆਂ ਸੱਚਾ ਹੈ, ਜਿਹੜਾ ਆਪ ਸੱਚਾ ਹੈ, ਧਿਆਨ ਦਿਓ, ਉਹਦੇ ਨਾਲ ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਕਿ ਝੂਠਾ ਬੰਦਾ ਉਹਦੇ ਨਾਲ ਮਿਲ ਸਕਦਾ ਹੈ? ਬੇਨਿਆਈ ਕਰਨ ਵਾਲਾ ਬੰਦਾ ਉਹਦੇ ਨਾਲ ਮਿਲ ਸਕਦਾ ਹੈ? ਕਿ ਐਸੇ ਰੱਬ ਦੀ ਕਿਰਪਾ ਕੋਈ ਬੇਨਿਆਈ ਕਰਨ ਵਾਲਾ, ਜਿਹੜਾ ਬੇਨਿਆਈ ਕਰੇ, ਮੇਰ ਤੇਰ ਦੇ ਵਿਤਕਰੇ ਕਰੇ, ਸੱਚੇ ਫੈਸਲੇ ਨਾ ਕਰੇ, ਕਿ ਉਹ ਰੱਬ ਦੀ ਕਿਰਪਾ ਦਾ ਪਾਤਰ ਬਣ ਸਕਦਾ ਹੈ? ਕਿਉਂ ਜੀ? ਸਿਰ ਹਿਲਾ ਕੇ ਦੱਸੋ ਹਾਂ ਜਾਂ ਨਾ। ਨਹੀਂ ਨਾ। ਠੀਕ ਹੈ। ਅਗਲੀ ਗੱਲ ਹੈ ਭਾਖਿਆ ਭਾਉ ਅਪਾਰ। ਭਾਖਿਆ ਦਾ ਮਤਲਬ ਬੋਲੀ, ਭਾਵ ਦਾ ਮਤਲਬ ਪ੍ਰੇਮ, ਅਪਾਰ ਦਾ ਮਤਲਬ ਪਾਰ ਤੋਂ ਰਹਿਤ। ਉਹ ਰੱਬ ਪਾਰ ਤੋਂ ਰਹਿਤ ਹੈ, ਉਹਦਾ ਕੋਈ ਅੰਤ ਨਹੀਂ, ਨਾ ਗੁਣਾਂ ਦਾ, ਨਾ ਦਾਤਾਂ ਦਾ, ਨਾ ਸੰਸਾਰ ਦਾ, ਨਾ ਸ਼ਕਤੀ ਦਾ, ਕਿਸੇ ਵੀ ਚੀਜ਼ ਦਾ ਅੰਤ ਨਹੀਂ। ਤੇ ਉਹਦੀ ਬੋਲੀ ਹੈ ਪ੍ਰੇਮ। ਹੁਣ ਜਿਹਦੇ ਨਾਲ ਤੁਹਾਡਾ ਪਿਆਰ ਹੋਵੇ, ਜਿਹਦੇ ਨਾਲ ਤੁਸੀਂ ਮਿਲਣਾ ਚਾਹੋ, ਸੰਬੰਧ ਬਣਾਉਣਾ ਚਾਹੋ, ਗੱਲਬਾਤ ਕਰਨਾ ਚਾਹੋ, ਤਾਂ ਉਹਦੀ ਬੋਲੀ ਤੇ ਤੁਹਾਨੂੰ ਆਉਣੀ ਚਾਹੀਦੀ ਹੈ ਨਾ। ਦੇਖੋ, ਅਸੀਂ ਇੱਕ ਆਮ ਗੱਲ ਕਹਿੰਦੇ ਆ ਜਦੋਂ ਅਸੀਂ ਇਕੱਠੇ ਹੁੰਦੇ ਆ ਕਿ ਸਾਡੇ ਨੌਜਵਾਨ ਬੱਚੇ ਗੁਰਦੁਆਰਾ ਸਾਹਿਬ ਕਿਉਂ ਨਹੀਂ ਆ ਰਹੇ। ਕਈ ਸਾਰੇ ਕਾਰਨ ਨੇ, ਲੇਕਿਨ ਮੇਨ ਕਾਰਨ ਉਹਦਾ ਲੈਂਗੁਏਜ ਪ੍ਰੋਬਲਮ ਨਹੀਂ ਹੈ, ਬੋਲੀ। ਹੁਣ ਜਿਹੜੇ ਇੱਥੋਂ ਦੇ ਬੱਚੇ ਨੇ ਉਹਨਾਂ ਨੂੰ ਮੇਰੀ ਬੋਲੀ ਸਮਝ ਨਹੀਂ ਆਉਂਦੀ ਪੰਜਾਬੀ, ਜਿਹੜੇ ਮੈਂ ਲੈਂਗੁਏਜ ਬੋਲ ਰਿਹਾ ਉਹਨਾਂ ਨੂੰ ਸਮਝ ਨਹੀਂ ਆਉਂਦੀ, ਤੇ ਉਹਨਾਂ ਦੀ ਬੋਲੀ ਮੈਨੂੰ ਸਮਝ ਨਹੀਂ ਆਉਂਦੀ। ਮੈਨੂੰ ਅੰਗਰੇਜ਼ੀ ਨਹੀਂ ਆਉਂਦੀ, ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਲੈਂਗੁਏਜ ਪ੍ਰੋਬਲਮ ਹੋ ਗਈ ਨਾ। ਜੇ ਮੈਂ ਉਹਨਾਂ ਬੱਚਿਆਂ ਤੋਂ ਕੁਝ ਸਵਾਲ ਪੁੱਛਣਾ ਚਾਹਾਂ ਤਾਂ ਉਹ ਮੈਨੂੰ ਉੱਤਰ ਨਹੀਂ ਦੇ ਪਾਣਗੇ, ਕਿਉਂਕਿ ਮੇਰੀ ਉਹ ਬੋਲੀ ਨਹੀਂ ਸਮਝਦੇ। ਤੇ ਜੇ ਉਹ ਮੈਨੂੰ ਉੱਤਰ ਦੇਣ ਵੀ ਤਾਂ ਮੈਂ ਉਹਨਾਂ ਦੀ ਬੋਲੀ ਨਹੀਂ ਸਮਝਦਾ, ਮੈਂ ਕੋਈ ਹੈਲਪ ਲੈ ਨਹੀਂ ਪਾਵਾਂਗਾ। ਉਹਨਾਂ ਬੱਚਿਆਂ ਨੂੰ ਮੈਂ ਕੁਝ ਸਮਝਾਉਣਾ ਚਾਹਾਂ ਤਾਂ ਸਮਝਾ ਨਹੀਂ ਪਾਵਾਂਗਾ, ਕਿਉਂਕਿ ਉਹ ਮੇਰੀ ਬੋਲੀ ਨਹੀਂ ਸਮਝਦੇ। ਉਹਨਾਂ ਦਾ ਸਵਾਲ ਮੈਂ ਨਹੀਂ ਸਮਝਦਾ, ਮੈਨੂੰ ਬੋਲੀ ਨਹੀਂ ਨਾ ਆਉਂਦੀ। ਹੁਣ ਰੱਬ ਦੇ ਨਾਲ ਜੇ ਤਾਲਮੇਲ ਬਿਠਾਉਣਾ ਚਾਹੁੰਦੇ ਹੋ ਤਾਂ ਉਹਦੀ ਬੋਲੀ ਤਾਂ ਤੁਹਾਨੂੰ ਆਉਣੀ ਚਾਹੀਦੀ ਹੈ ਨਾ। ਜਾਂ ਤੇ ਰੱਬ ਨੂੰ ਆਪਣੀ ਬੋਲੀ ਸਿਖਾਓ ਜਾਂ ਰੱਬ ਦੀ ਬੋਲੀ ਸਿੱਖੋ। ਰੱਬ ਆਪਣੀ ਲੈਂਗੁਏਜ ਬਦਲ ਨਹੀਂ ਸਕਦਾ, ਕਿਉਂਕਿ ਸਾਡੀ ਬੋਲੀ ਹੈ ਈਰਖਾ, ਸਾਡੀ ਬੋਲੀ ਹੈ ਹੰਕਾਰ ਦੀ, ਜਿੱਥੇ ਅਸੀਂ ਜਾਣਦੇ ਹਾਂ ਜੀ ਮੈਂ ਜੇ ਨਾ ਹੁੰਦਾ ਤੇ ਆਪ ਸ਼ਹਿਰ ਹੀ ਨਹੀਂ ਸੀ ਵਸਣਾ। ਸਾਡੀ ਬੋਲੀ ਹੰਕਾਰ ਦੀ, ਈਰਖਾ ਦੀ, ਲੋਭ ਦੀ, ਕੂੜ ਕਬਾੜ ਦੀ। ਤੇ ਰੱਬ ਦੀ ਬੋਲੀ ਭਾਖਿਆ ਭਾਉ ਪ੍ਰੇਮ, ਪ੍ਰੇਮ ਉਹਦੀ ਬੋਲੀ ਹੈ।
ਤੇ ਜੇ ਰੱਬ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਫਿਰ ਕਿਹੜੀ ਬੋਲੀ ਸਿੱਖਣੀ ਪਵੇਗੀ ਜੀ? ਪ੍ਰੇਮ। ਪ੍ਰੇਮ ਉਹਦੀ ਬੋਲੀ ਹੈ। ਤੇ ਪ੍ਰੇਮ ਇੱਕ ਐਸੀ ਬੋਲੀ ਹੈ ਰੱਬ ਦੀ ਜਿਸ ਨੂੰ ਗੂੰਗੇ ਬੋਲ ਸਕਦੇ ਨੇ ਔਰ ਬੋਲੇ ਸੁਣ ਸਕਦੇ ਨੇ। ਤੁਸੀਂ ਆ ਪ੍ਰੇਮ ਕਰਦੇ ਹੋ ਨਾ, ਦੇਖੋ ਪਸ਼ੂ ਪੰਛੀ ਨੇ, ਬਿੱਲੀਆਂ, ਕੁੱਤੇ, ਇਹਨਾਂ ਨਾਲ ਪ੍ਰੇਮ ਕਰੋ, ਕਿਵੇਂ ਤੁਹਾਡੇ ਅੱਗੇ ਪਿੱਛੇ ਪੂਛਲਾ ਮਾਰਦੇ, ਤੁਹਾਡੇ ਪੈਰ ਚੱਟਦੇ, ਅੱਗੇ ਪਿੱਛੇ ਫਿਰਦੇ ਨੇ। ਪ੍ਰੇਮ ਦੀ ਬੋਲੀ ਨੂੰ ਪਸ਼ੂ ਵੀ ਸਮਝਦੇ ਨੇ, ਪ੍ਰੇਮ ਦੀ ਬੋਲੀ ਨੂੰ ਪੰਛੀ ਵੀ ਸਮਝਦੇ ਨੇ। ਇੰਡੀਆ ਦੇ ਵਿੱਚ ਕਬੂਤਰ ਬੰਦਿਆਂ ਦੇ ਨੇੜੇ ਨਹੀਂ ਲੱਗਦੇ, ਤੇ ਇੱਥੇ ਇੰਗਲੈਂਡ ਜਾਈਏ ਤੇ ਅੜਾ ਕੇ ਪਾਸੇ ਤੇ ਫਿਰ ਅੱਗੇ ਲੰਘਣਾ ਪੈਂਦਾ, ਉਹ ਹਟਦੇ ਨੇ, ਉਹਨਾਂ ਨੂੰ ਪਤਾ ਹੈ ਵੀ ਇੱਥੇ ਨਾ ਨਹੀਂ ਮਾਰਨਾ। ਯਾਨੀ ਪ੍ਰੇਮ ਦੀ ਬੋਲੀ ਨੂੰ ਪੰਛੀ ਵੀ ਸਮਝ ਰਹੇ ਨੇ, ਪ੍ਰੇਮ ਦੀ ਬੋਲੀ ਨੂੰ ਪਸ਼ੂ ਵੀ ਸਮਝ ਰਹੇ ਨੇ, ਪ੍ਰੇਮ ਦੀ ਬੋਲੀ ਨੂੰ ਸ਼ੇਰ, ਚੀਤੇ, ਬਘਿਆੜ ਵੀ ਸਮਝ ਰਹੇ ਨੇ, ਪ੍ਰੇਮ ਦੀ ਬੋਲੀ ਨੂੰ ਗੂੰਗੇ ਵੀ ਸਮਝਦੇ ਨੇ, ਪ੍ਰੇਮ ਦੀ ਬੋਲੀ ਨੂੰ ਬੋਲੇ ਵੀ ਸੁਣ ਲੈਂਦੇ ਨੇ। ਰੱਬ ਦੇ ਨਾਲ ਜੇ ਗੱਲ ਕਰਨੀ ਹੈ ਤਾਂ ਜ਼ਿੰਦਗੀ ਵਿੱਚ ਪ੍ਰੇਮ ਹੋਣਾ ਚਾਹੀਦਾ ਹੈ। ਤੇ ਪ੍ਰੇਮ ਦੀ ਵਿਆਖਿਆ ਮੈਂ ਪਹਿਲਾਂ ਕਰ ਚੁੱਕਾ। ਪ੍ਰੇਮ ਪਰੇ ਪਲਸ ਮਾਂ। ਮਾਂ ਦਾ ਮਤਲਬ ਈਗੋ, ਪਰੇ ਦਾ ਮਤਲਬ ਦੂਰ। ਜਿੱਥੋਂ ਈਗੋ ਦੂਰ ਹੋ ਜਾਏ, ਹੰਕਾਰ ਦੂਰ ਹੋ ਜਾਏ, ਉੱਥੋਂ ਪ੍ਰੇਮ ਦੀ ਯਾਤਰਾ ਸ਼ੁਰੂ ਹੁੰਦੀ ਹੈ। ਤੇ ਸਾਡੀ ਤੇ ਭਰਾਵੋ ਈਗੋ ਦੂਰ ਹੀ ਨਹੀਂ ਹੋਈ, ਅਸੀਂ ਤੇ ਪ੍ਰੇਮ ਦੇ ਨੇੜਿਓਂ ਨਹੀਂ ਲੰਘੇ, ਤੇ ਰੱਬ ਨਾਲ ਗੱਲ ਕਿਵੇਂ ਹੋਵੇਗੀ? ਇਸ ਲਈ ਜੇ ਇਸ ਦੁਨੀਆ ਦੇ ਅੰਦਰ ਪ੍ਰੇਮ ਸਿੱਖ ਲਿਆ ਜਾਏ, ਪ੍ਰੇਮ ਸਾਡੀ ਜ਼ਿੰਦਗੀ 'ਚ ਪ੍ਰਗਟ ਹੋ ਜਾਏ, ਜਦੋਂ ਫਿਰ ਇੱਕ ਦੂਜੇ ਨਾਲ ਗੱਲ ਕਰਾਂਗੇ ਤੇ ਇੰਜ ਹੋਏਗਾ ਜਿਵੇਂ ਰੱਬ ਦੇ ਨਾਲ ਗੱਲ ਕਰ, ਜਿਵੇਂ ਰੱਬ ਦੇ ਨਾਲ ਗੱਲ ਕਰਨਾ। ਉਹਦੀ ਬੋਲੀ ਪ੍ਰੇਮ ਹੈ। ਤਿੰਨ ਚਾਰ ਚੀਜ਼ਾਂ ਵੇਖ ਲਓ, ਉਹ ਸੱਚਾ ਹੈ, ਮਾਲਕ ਹੈ, ਉਹਦਾ ਨਿਆਂ ਸੱਚਾ ਹੈ, ਉਹਦੀ ਬੋਲੀ ਪ੍ਰੇਮ ਹੈ। ਇਸ ਲਈ ਜੇ ਸਚਿਆਰ ਹੋਣਾ ਲੋੜਦੇ ਹਾਂ ਤਾਂ ਸਾਨੂੰ ਵੀ ਸੱਚੇ ਹੋਣਾ ਪਵੇਗਾ, ਸੱਚਾ ਨਿਆਂ ਕਰਨਾ ਪਵੇਗਾ, ਸਾਨੂੰ ਪ੍ਰੇਮ ਅਪਣਾਉਣਾ ਪਵੇਗਾ। ਤੇ ਜਿਹੜਾ ਸੱਚਾ ਹੈ, ਜਿਹਦਾ ਨਿਆਂ ਸੱਚਾ ਹੈ, ਜਿਹਦੀ ਬੋਲੀ ਪ੍ਰੇਮ ਹੈ, ਉਹਦੇ ਤੋਂ ਲੋਕ ਮੰਗ ਰਹੇ ਨੇ। ਆਖੇ ਮੰਗੇ ਦੇਹ ਦੇਹ, ਦਾਤ ਕਰੇ ਦਾਤਾਰ। ਉਸ ਮਾਲਕ ਤੋਂ ਮੰਗਦੇ ਨੇ ਤੇ ਕੀ ਆਖਦੇ ਨੇ? ਆਖੇ ਆਖਦੇ ਨੇ ਦੇਹ ਦੇਹ, ਕਿ ਸਾਨੂੰ ਦਾਤ ਦੇ, ਸਾਨੂੰ ਦਾਤ ਦੇ। ਤੇ ਜੋ ਦਾਤ ਕੋਈ ਮੰਗਦਾ ਹੈ, ਦਾਤ ਕਰੇ ਦਾਤਾਰ, ਉਹ ਦਾਤਾਂ ਦੇਣ ਵਾਲਾ ਦਾਤਾ ਉਹਨੂੰ ਦੇ ਦਿੰਦਾ ਹੈ। ਤੁਸੀਂ ਲੰਗਰ ਵਿੱਚ ਜਾਂਦੇ ਹੋ ਨਾ, ਤੇ ਗੁਰਦੁਆਰੇ ਸਾਹਿਬਾਨ ਦੇ ਅੰਦਰ ਇਹਨਾਂ ਦੇਸ਼ਾਂ ਵਿੱਚ ਕਿੰਨੀਆਂ ਸਾਰੀਆਂ ਆਈਟਮਾਂ ਬਣੀਆਂ ਹੁੰਦੀਆਂ ਨੇ ਲੰਗਰ ਵਿੱਚ। ਦਾਲ ਬਣੀ ਹੈ, ਸਬਜ਼ੀ ਬਣੀ ਹੈ, ਦਹੀਂ ਪਿਆ ਹੈ, ਖੀਰ ਹੈ, ਜਲੇਬੀਆਂ ਨੇ, ਮਟਰ ਪਨੀਰ ਪਿਆ ਹੈ, ਇੱਥੇ ਹੋਰ ਫਰੂਟ ਪਏ ਨੇ, ਕਿੰਨਾ ਕੁਛ ਲੰਗਰ ਦੇ ਵਿੱਚ ਬਣਿਆ ਹੈ। ਤੇ ਤੁਹਾਨੂੰ ਕੀ ਮਿਲਦਾ ਹੈ? ਭਾਵੇਂ ਤੇ ਸਾਰੇ ਪਵਾ ਲਓ ਥਾਲੀ ਦੇ ਵਿੱਚ ਹਰ ਚੀਜ਼, ਤੇ ਨਹੀਂ ਤੇ ਅਗਲਾ ਦਹੀਂ ਪਾਉਣ ਲੱਗਦਾ, ਤੁਸੀਂ ਕਿੰਨਾ, ਨਹੀਂ ਮੈਨੂੰ ਦਹੀਂ ਨਹੀਂ ਚਾਹੀਦਾ, ਮੈਨੂੰ ਦਾਲ ਦੇ ਦਿਓ, ਉਹ ਦਾਲ ਦੇ ਦਿੰਦਾ ਲੰਗਰੀ। ਜਿਹੜੀ ਚੀਜ਼ ਮੰਗਦੇ ਹੋ ਉਹ ਚੀਜ਼ ਮਿਲ ਜਾਂਦੀ ਹੈ ਨਾ। ਇੱਕ ਮਿਸਾਲ ਦੇ ਰਿਹਾ ਸਿਰਫ, ਰੱਬ ਤੋਂ ਵੀ ਜਿਹੜੀ ਚੀਜ਼ ਮੰਗੋਗੇ ਉਹ ਦੇ ਦਿੰਦਾ ਹੈ। ਦਾਲ ਮੰਗ ਲਓ, ਦਹੀਂ ਮੰਗ ਲਓ, ਉਹਨੇ ਦੇ ਦੇਣਾ। ਤੁਸੀਂ ਮੰਗੋ ਤੇ ਰੱਬ ਨੇ ਕਹਿਣਾ ਤੈਨੂੰ ਮਿਲ ਗਿਆ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਹਿੰਦੂ ਵੀਰਾਂ ਦਾ ਇੱਕ ਹਿੰਦੀ ਦੇ ਆਪਣਾ ਇੰਡੀਆ ਦੇ ਅੰਦਰ ਇੱਕ ਸ਼ਬਦ ਵਰਤਿਆ ਜਾਂਦਾ ਹੈ, ਤਥਾ ਅਸਤੂ। ਤਥਾ ਅਸਤੂ ਦਾ ਮਤਲਬ ਐਵੇਂ ਹੀ ਹੋਏਗਾ, ਜੋ ਤੂੰ ਚਾਹੁੰਦਾ ਐਵੇਂ ਹੋ ਜਾਏਗਾ। ਤੁਸੀਂ ਕੁਝ ਵੀ ਮੰਗੋ, ਰੱਬ ਨੇ ਕਹਿ ਦੇਣਾ ਤਥਾ ਅਸਤੂ, ਵੀ ਠੀਕ ਹੈ ਤੈਨੂੰ ਮਿਲ ਗਿਆ। ਔਰ ਸਾਨੂੰ ਵਾਸਤਵ ਵਿੱਚ ਹਕੀਕਤ ਹੈ ਉਹ ਕੁਝ ਮਿਲ ਰਿਹਾ ਹੈ ਜੋ ਅਸੀਂ ਮੰਗ ਰਹੇ ਹਾਂ। ਹੁਣ ਦੇਖੋ ਅਸੀਂ ਮੰਗ ਕੀ ਰਹੇ ਹਾਂ? ਹਰ ਵਕਤ ਜੋ ਮੰਗ ਰਹੇ ਹਾਂ, ਮੰਗਿਆ ਜਾਂਦਾ ਹੈ ਮਨ ਕਰਕੇ, ਸਿਰਫ ਬਾਹਰੀ ਲਫ਼ਜ਼ਾਂ ਕਰਕੇ ਨਹੀਂ, ਮਨ ਕਰਕੇ। ਅਸੀਂ ਮੰਗਦੇ ਹਾਂ, ਹਾਏ ਮੈਂ ਤੇ ਥੱਕਿਆ ਹੋਇਆ ਹਾਂ, ਰੱਬ ਕਹਿ ਦਿੰਦਾ ਤਥਾਸਤੂ, ਥੱਕ ਜਾ, ਤੇ ਅਸੀਂ ਮੰਜੇ ਤੇ ਲੇਟ ਜਾਂਦੇ ਹਾਂ। ਤੇ ਜੇ ਓਵਰ ਟਾਈਮ ਮਿਲੇ 4 ਘੰਟੇ, ਤੇ ਅਸੀਂ ਕਹਿੰਦੇ ਹਾਂ ਵੀ ਠੀਕ ਹੈ ਮੈਂ 4 ਘੰਟੇ ਓਵਰ ਟਾਈਮ ਲਾ ਲਾਂਗਾ, ਮੇਰੇ ਵਿੱਚ ਤਾਕਤ ਹੈ। ਰੱਬ ਕਹਿੰਦਾ ਤਥਾਸਤੂ, ਲਾ ਲੈ, ਅਸੀਂ ਲਗਾ ਲੈਂਦੇ। ਸਾਡਾ ਜੀ ਕਰਦਾ ਹੈ ਝੂਠ ਬੋਲਣ ਤੇ, ਰੱਬ ਕਹਿੰਦਾ ਤਥਾਸਤੂ, ਬੋਲੀ ਜਾ। ਸਾਡਾ ਜੀ ਕਰਦਾ ਸੱਚ ਬੋਲਣ ਤੇ, ਅਸੀਂ ਸੱਚ ਬੋਲਦੇ ਹਾਂ। ਅਸੀਂ ਨੈਗੇਟਿਵ ਸੋਚਦੇ ਹਾਂ ਕਿ ਮੈਂ ਕੁਝ ਵੀ ਨਹੀਂ, ਮੈਨੂੰ ਲੋਕ ਚੰਗਾ ਨਹੀਂ ਸਮਝਦੇ। ਰੱਬ ਕਹਿੰਦਾ ਤਥਾਸਤੂ, ਫਿਰ ਸਾਨੂੰ ਲੋਕ ਚੰਗਾ ਨਹੀਂ ਸਮਝਦੇ ਕਿਉਂਕਿ ਅਸੀਂ ਮੰਗੇ ਹੀ ਇਹ।
ਅਸੀਂ ਕਦੇ ਇਹ ਤੇ ਕਿਹਾ ਹੀ ਨਹੀਂ ਕਿ ਅੱਜ ਸਵੇਰੇ ਉੱਠ ਕੇ ਮੈਂ ਕਿਸੇ ਡਿੱਗੇ ਹੋਏ ਨੂੰ ਉਠਾਵਾਂਗਾ, ਕਿਸੇ ਜ਼ਖਮੀ ਦੇ ਜ਼ਖਮ ਤੇ ਮਰਮ ਲਗਾਵਾਂਗਾ, ਅੱਜ ਮੈਂ ਕਿਸੇ ਰੋਂਦੇ ਹੋਏ ਨੂੰ ਚੁੱਪ ਕਰਾਵਾਂਗਾ, ਕਿਸੇ ਡਿਪਰੈਸ਼ਨ ਵਾਲੇ ਬੰਦੇ ਨੂੰ ਮੈਂ ਆਪਣਾ ਪੋਜ਼ਿਟਿਵ ਥਿੰਕਿੰਗ ਦਿਆਂਗਾ, ਸਕਾਰਾਤਮਕ ਸੋਚ ਦਿਆਂਗਾ। ਅੱਜ ਮੈਂ ਕਿਸੇ ਬਜ਼ੁਰਗ ਨੂੰ ਬਾਂਹ ਫੜ ਕੇ ਸੜਕ ਤੋਂ ਪਾਰ ਕਰਾਵਾਂਗਾ। ਅੱਜ ਐਤਵਾਰ ਹੈ, ਅੱਜ ਮੈਂ ਲਿਫਾਫਾ ਲੈ ਕੇ ਸੜਕਾਂ ਦੇ ਉੱਤੇ ਫਿਰ ਕੇ ਤੇ ਸੜਕਾਂ ਤੇ ਜੋ ਗੰਦਗੀ ਪਈ ਹੋਈ ਹੈ ਉਹਨੂੰ ਮੈਂ ਚੁਗਾਂਗਾ। ਪਰ ਐਸਾ ਤੇ ਅਸੀਂ ਕਦੇ ਕਿਹਾ ਹੀ ਨਹੀਂ, ਇਹ ਤੇ ਅਸੀਂ ਕਦੇ ਮੰਗਿਆ ਹੀ ਨਹੀਂ। ਮੈਂ ਰੁਕਣ ਦੀ ਬੇਨਤੀ ਕਰਾਂਗਾ ਕਿਉਂਕਿ ਥੋੜਾ ਜਿਹਾ ਮੇਰੇ ਖਿਆਲ ਚ ਪ੍ਰੋਬਲਮ ਆ ਗਈ ਥੀ। ਫੇਸਬੁੱਕ ਤੇ ਕੋਈ ਪ੍ਰੋਬਲਮ ਆ ਰਹੀ ਸੀ, 1 ਮਿੰਟ ਸੌਰੀ। ਤਾਂ ਅਸੀਂ ਇਹ ਤੇ ਮੰਗੇ ਹੀ ਨਹੀਂ। ਜੇ ਇਹ ਮੰਗਦੇ ਰੱਬ ਨੇ ਕਹਿਣਾ ਸੀ ਤਥਾ ਅਸਤੂ। ਸਾਡੇ ਸਵੇਰ ਤੋਂ ਲੈ ਕੇ ਸ਼ਾਮ ਤੱਕ 24 ਘੰਟਿਆਂ ਦੇ ਅੰਦਰ 60,000 ਵਿਚਾਰ ਆਉਂਦੇ ਨੇ ਮਨ ਵਿੱਚ ਤੇ ਸਾਰੇ ਨੈਗੇਟਿਵ। ਰੱਬ ਕਹਿੰਦਾ ਠੀਕ ਹੈ ਤਥਾ ਅਸਤੂ, ਐਵੇਂ ਦੇ ਹੋ ਜਾਓ, ਜੋ ਅਸੀਂ ਮੰਗਿਆ ਉਵੇਂ ਦੇ ਅਸੀਂ ਹੋ ਗਏ। ਅਸੀਂ ਕੀ ਮੰਗਣਾ ਚਾਹੁੰਦੇ ਹਾਂ? ਸਚਿਆਰ ਹੋਣਾ, ਤਾਂ ਸਚਿਆਰਤਾ ਦੀ ਗੱਲ ਕਰੋ। ਜੇ ਅਸੀਂ ਖੁਸ਼ ਹੋਣਾ ਚਾਹੁੰਦੇ ਹਾਂ ਤਾਂ ਮੈਂ ਬੇਨਤੀ ਕੀਤੀ ਸੀ ਆਪਣੇ ਵਾਸਤੇ ਐਸੀ ਵਰਡਿੰਗ ਬੋਲੋ ਕਿ ਰੱਬ ਨੇ ਮੈਨੂੰ ਖੁਸ਼ੀਆਂ ਭਰੀ ਜ਼ਿੰਦਗੀ ਦਿੱਤੀ ਹੈ, ਮੇਰੇ ਚਿਹਰੇ ਤੇ ਨੂਰ, ਮੇਰੀਆਂ ਅੱਖਾਂ ਵਿੱਚ ਚਮਕ, ਮੇਰੇ ਬੁੱਲਾਂ ਤੇ ਮੁਸਕਰਾਹਟ ਹੈ, ਮੇਰਾ ਪਿਆਰ ਭਰਿਆ ਵਤੀਰਾ ਹੈ, ਮੈਨੂੰ ਹਰ ਥਾਂ ਤੋਂ ਆਦਰ ਮਾਣ ਔਰ ਸਤਿਕਾਰ ਮਿਲਦਾ ਹੈ, ਮੈਂ ਸੁਖੀ ਔਰ ਸ਼ਾਂਤ ਹਾਂ, ਮੈਂ ਆਪਣੇ ਆਪ ਤੋਂ, ਆਪਣੇ ਭੈਣਾਂ ਭਰਾਵਾਂ ਤੋਂ, ਰਿਸ਼ਤੇਦਾਰਾਂ ਤੋਂ ਸੰਤੁਸ਼ਟ ਹਾਂ, ਮੈਂ ਖੁਸ਼ ਹਾਂ, ਮੈਂ ਪ੍ਰਸੰਨ ਹਾਂ, ਮੈਂ ਸਾਰੀ ਕਾਇਨਾਤ ਦੇ ਅੰਦਰ ਰੱਬ ਨੂੰ ਵੇਖਦਾ ਹਾਂ, ਮੇਰੇ ਅੰਦਰ ਹਰ ਕੰਮ ਕਰਨ ਦੀ क्षमता ਹੈ, ਮੈਂ ਇਸ ਯੂਨੀਵਰਸ ਦੇ ਅੰਦਰ ਰੱਬ ਦੀ ਸਪੈਸ਼ਲ ਕ੍ਰੀਏਸ਼ਨ ਹਾਂ, ਮੈਂ ਸਵਾਭਿਮਾਨੀ ਹਾਂ, ਮੈਂ ਪਰਉਪਕਾਰ ਦੀ ਭਾਵਨਾ ਦੇ ਨਾਲ ਜੀਣਾ। ਰੱਬ ਕਹੇਗਾ ਤਥਾ ਅਸਤੂ, ਐਵੇਂ ਹੋ ਜਾ। ਤਾਂ ਅਸੀਂ ਮੰਗ ਕੀ ਰਹੇ ਹਾਂ? ਜਾਂ ਤਾਂ ਇਨਫੀਰੀਓਰਿਟੀ ਕੰਪਲੈਕਸ ਸਾਡੇ ਅੰਦਰ ਹੈ, ਹੀਨ ਭਾਵਨਾ, ਨੈਗੇਟਿਵਿਟੀ, ਤੇ ਜਾਂ ਸੁਪਰੀਓਰਿਟੀ ਕੰਪਲੈਕਸ, ਅਸੀਂ ਹੰਕਾਰ ਦੇ ਅੰਦਰ ਫੁੱਲੇ ਫਿਰਦੇ ਹਾਂ। ਰੱਬ ਕਹਿੰਦਾ ਫੁੱਲਿਆ ਫਿਰ। ਤਾਂ ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਆਖੇ ਹੈ ਮੰਗੇ ਹੈ ਦੇਹ ਦੇਹ ਦਾਤ ਕਰੇ ਦਾਤਾਰ ਹੈ ਮਾਲਕ। ਲੋਕ ਆਖਦੇ ਨੇ, ਮੰਗਦੇ ਨੇ, ਦੇਹ ਦੇਹ ਕਹਿ ਰਹੇ ਨੇ, ਔਰ ਸਾਰਿਆਂ ਨੂੰ ਉਹ ਮਾਲਕ ਜਿਹੜਾ ਹੈ ਦਾਤਾਂ ਦੇ ਰਿਹਾ ਹੈ, ਦਾਤਾਂ ਦੇ ਰਿਹਾ। ਤੇ ਦਾਤਾਂ ਦੇਖੋ, ਇੱਕ ਤਾਂ ਜਿਹੜੀ ਮੈਂ ਆਪ ਦੇ ਨਾਲ ਵਿਚਾਰ ਕੀਤੀ ਹੈ ਇਸ ਢੰਗ ਦੇ ਨਾਲ ਦੇ ਰਿਹਾ ਹੈ, ਤੇ ਦੂਜਾ ਦਾਤਾਂ ਉਹ ਦੇ ਰਿਹਾ ਹੈ ਜਿੰਨੀਆਂ ਅਸੀਂ ਦਾਤਾਂ ਪਹਿਲਾਂ ਕਈ ਵਾਰ ਗਿਣ ਚੁੱਕੇ ਹਾਂ। ਕਿੰਨੀਆਂ ਸਾਰੀਆਂ ਦਾਤਾਂ ਉਹ ਪ੍ਰਭੂ ਪਰਮਾਤਮਾ ਦੇ ਹੀ ਜਾ ਰਿਹਾ ਹੈ, ਦੇ ਹੀ ਜਾ ਰਿਹਾ ਹੈ। ਉਹਦੀਆਂ ਦਾਤਾਂ ਦਾ ਕੋਈ ਵੀ ਅੰਤ ਨਹੀਂ ਹੈ। ਅਨੰਤ ਦਾਤਾਂ ਨੇ ਜੋ ਉਸ ਮਾਲਕ ਦੇ ਹੁਕਮ ਦੇ ਅੰਦਰ ਜਿਹੜੀਆਂ ਨੇ ਚੱਲੀ ਜਾ ਰਹੀਆਂ ਨੇ, ਔਰ ਉਹ ਦਾਤਾਂ ਜਿਹੜੀਆਂ ਨੇ ਅਨੰਤ ਦਾਤਾਂ ਸਾਨੂੰ ਉਹ ਪ੍ਰਭੂ ਪਰਮਾਤਮਾ ਦੇ ਹੀ ਜਾ ਰਿਹਾ ਹੈ, ਦੇ ਹੀ ਜਾ ਰਿਹਾ ਹੈ। ਉਹਦੇ ਵਿੱਚ ਕੋਈ ਕਦੇ ਵੀ ਟੋਟ ਨਹੀਂ ਆਉਂਦੀ। ਔਰ ਉਸ ਦੀ ਜ਼ਿੰਦਗੀ ਦੇ ਅੰਦਰ, ਸਾਡੀ ਜ਼ਿੰਦਗੀ ਦੇ ਅੰਦਰ ਆਪਣਾ ਅਨੰਤ ਸਾਰੀਆਂ ਦਾਤਾਂ ਸਾਨੂੰ ਮਿਲਦੀਆਂ ਰਹਿੰਦੀਆਂ ਨੇ। ਦਾਤਾਂ ਦਾਤਾਰ ਦੇ ਹੀ ਜਾਂਦਾ ਹੈ, ਔਰ ਅਸੀਂ ਉਸ ਦੀਆਂ ਦਾਤਾਂ ਨੂੰ ਭੋਗਦੇ ਰਹਿੰਦੇ ਹਾਂ, ਉਹਦੀਆਂ ਦਾਤਾਂ ਨੂੰ ਅਸੀਂ ਛਕਦੇ ਰਹਿੰਦੇ ਹਾਂ, ਔਰ ਸਾਡੀ ਜ਼ਿੰਦਗੀ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈ। ਉਹ ਅਨੰਤ ਦਾਤਾਂ ਸਾਨੂੰ ਦੇ ਹੀ ਜਾ ਰਿਹਾ ਹੈ, ਦੇ ਹੀ ਜਾ ਰਿਹਾ ਹੈ। ਅਗਲਾ ਬਚਨ ਕਰਦੇ ਨੇ, ਹੁਣ ਦਾਤਾਂ ਦੇਣ ਵਾਲਾ ਹੈ ਤੇ ਉਸ ਮਾਲਕ ਨੂੰ ਅਸੀਂ ਖੁਸ਼ ਕਿਵੇਂ ਕਰ ਸਕਦੇ ਹਾਂ? ਫੇਰ ਇੱਥੇ ਰੁਕ ਜਾਣਾ ਥੋੜਾ ਜਿਹਾ। ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ। ਹੁਣ ਅਸੀਂ ਰੱਬ ਦੇ ਅੱਗੇ ਕਿਹੜੀ ਭੇਟਾ ਰੱਖੀ ਹੈ ਕਿ ਜਿਸ ਭੇਟਾ ਦੇ ਨਾਲ ਸਾਨੂੰ ਉਸ ਰੱਬ ਦਾ ਦਰਬਾਰ ਦਿਸ ਜਾਏ। ਅਸੀਂ ਕਹਿੰਦੇ ਹਾਂ ਨਾ, ਰੱਬ ਦਾ ਦਰਬਾਰ ਉੱਤੇ ਹੈ, ਸੱਚਖੰਡ ਵਿੱਚ ਹੈ। ਰੱਬ ਦਾ ਦਰਬਾਰ ਕਿਤੇ ਬਹਿਸ਼ਤ ਵਿੱਚ ਹੈ, ਰੱਬ ਦਾ ਦਰਬਾਰ ਕਿਤੇ ਵੱਖਰਾ ਲੱਗਾ ਹੋਇਆ ਹੈ ਉਤਲੇ ਆਕਾਸ਼ ਮੰਡਲਾਂ ਸਵਰਗਾਂ ਦੇ ਅੰਦਰ। ਫੇਰ ਕੇ ਅੱਗੇ ਰੱਖੀਏ, ਰੱਬ ਦੇ ਅੱਗੇ ਕਿਹੜੀ ਦਾਤ ਰੱਖੀਏ, ਕਿਹੜੀ ਭੇਟਾ ਰੱਖੀਏ ਜਿਹੜੀ ਭੇਟਾ ਦੇ ਨਾਲ ਸਾਨੂੰ ਉਸ ਰੱਬ ਦਾ ਦਰ ਦਿਸ ਜਾਏ। ਹੁਣ ਕੀ ਰੱਖੋਗੇ ਰੱਬ ਦੇ ਅੱਗੇ? ਇਹ ਸਵਾਲ ਵੀ ਹੈ
ਔਰ ਇਹ ਸਵਾਲ ਆਪਣਾ ਜਵਾਬ ਵੀ ਆਪ ਹੈ। ਜੇ ਅਸੀਂ ਕਹੀਏ ਕਿ ਮੈਂ ਲੁਧਿਆਣੇ ਨਹੀਂ ਜਾਣਾ ਚਾਹੁੰਦਾ, ਲੇਕਿਨ ਮੇਰਾ ਇਹ ਕੰਮ ਲੁਧਿਆਣੇ ਜਾਣ ਤੋਂ ਬਿਨਾਂ ਹੋਣਾ ਨਹੀਂ, ਤੇ ਫਿਰ ਅਸੀਂ ਕਰੀਏ ਵੀ ਫਿਰ ਕੀ ਕਰੇਗਾ, ਲੁਧਿਆਣੇ ਨਹੀਂ ਜਾਏਗਾ ਤੇ ਫਿਰ ਕੀ ਕਰੇਗਾ, ਯਾਨੀ ਤੈਨੂੰ ਜਾਣਾ ਹੀ ਪੈਣਾ ਹੈ। ਫੇਰ ਕੇ ਅੱਗੇ ਰੱਖੀਏ, ਫਿਰ ਉਹਦੇ ਅੱਗੇ ਕੀ ਰੱਖੋਗੇ ਜਿਹਦੇ ਨਾਲ ਉਹਦਾ ਦਰਬਾਰ ਦਿਸ ਜਾਏ, ਕਿਹੜੀ ਭੇਟਾ ਦਿਓਗੇ? ਰੱਬ ਨੂੰ ਇਹ ਕਹੋਗੇ ਕਿ ਰੱਬਾ ਮੈਂ ਤੈਨੂੰ 2, 4, 5 ਕੁਇੰਟਲ ਸੋਨਾ ਦੇ ਦਿਆਂਗਾ ਤੇ ਮੈਨੂੰ ਤੇਰਾ ਦਰਬਾਰ ਵਿਖਾ ਦੇ। ਤੇ ਉਹ ਕਹਿੰਦਾ ਸੋਨਾ ਤੇ ਪੈਦਾ ਉਹਨੇ ਕੀਤਾ ਹੈ। ਜੇ ਤੁਸੀਂ ਕਿਸੇ ਨੂੰ, ਕਿਸੇ ਭਿਖਾਰੀ ਨੂੰ ਰੁਪਈਆ ਦਿਓ 100 ਤੇ ਉਹ ਵਿੱਚੋਂ ਤੁਹਾਨੂੰ ਰੁਪਈਆ ਦਵੇ ਤੇ ਕਵੇ ਆ ਲੈ ਮੇਰੇ ਵੱਲੋਂ ਭੇਟਾ, ਮੈਂ ਤੈਨੂੰ ਭੀਖ ਦੇਣਾ, ਭਿਖਾਰੀ ਨੂੰ 100 ਰੁਪਈਆ ਤੁਸੀਂ ਦਿਓ ਤੇ ਉਹ ਅੱਗੋਂ ਤੁਹਾਨੂੰ ਆਵਾਜ਼ ਮਾਰੇ ਵੀ 1 ਮਿੰਟ ਸਰਦਾਰ ਜੀ, ਆ ਰੁਪਈਆ ਇੱਕ ਭੀਖ ਮੇਰੇ ਤੋਂ ਵੀ ਲੈ ਜਾਓ ਤੁਸੀਂ, ਤੇ ਕੀ ਸਮਝੋਗੇ ਫਿਰ? ਭਲਿਆ ਪੁਰਸ਼ਾ, ਮੈਂ ਤੈਨੂੰ ਦੇ ਰਿਹਾ ਤੇ ਉਲਟਾ ਮੈਨੂੰ ਹੀ ਭਿਖਾਰੀ ਸਮਝ ਬੈਠਾ। ਕਿੰਨੀ ਕੁ ਉਹਦੀ ਇੱਜ਼ਤ ਤੁਹਾਡੇ ਮਨ ਵਿੱਚ ਹੋਏਗੀ, ਕਿੰਨਾ ਕੁ ਸਿਆਣਾ ਉਸ ਬੰਦੇ ਨੂੰ ਸਮਝੋਗੇ। ਤੇ ਰੱਬ ਦੀਆਂ ਦਾਤਾਂ, ਰੱਬ ਦਾ ਇਹ ਸਰੀਰ, ਰੱਬ ਨੇ ਧਰਤੀ ਪੈਦਾ ਕੀਤੀ, ਚੰਦਰਮਾ, ਸੂਰਜ, ਗ੍ਰਹਿ, ਨਕਸ਼ਤਰ ਪੈਦਾ ਕੀਤੇ ਤੇ ਆਪ ਇਹਨਾਂ ਦੇ ਵਿੱਚ ਸਮਾਇਆ ਹੋਇਆ ਹੈ, ਆਪ ਉਹ ਸੰਸਾਰ ਰੂਪ ਹੋਇਆ ਹੈ। ਤੇ ਕੀ ਉਹਨੂੰ ਦਿਓਗੇ? ਕੀ $10 ਦੇ ਕੇ ਉਹਨੂੰ ਖੁਸ਼ ਕਰ ਲੋਗੇ? ਉਹਦੀਆਂ ਦਿੱਤੀਆਂ ਦਾਤਾਂ ਦੇ ਵਿੱਚੋਂ ਖੀਰ ਬਣਾ ਕੇ ਰੱਬ ਨੂੰ ਖੁਸ਼ ਕਰ ਲੋਗੇ ਕਿ ਰੱਬਾ ਤੈਨੂੰ ਬਦਾਮਾਂ ਵਾਲੀ ਖੀਰ ਖਵਾਈ ਹੈ? ਕੀ ਉਹਨੂੰ ਤੁਸੀਂ ਕੋਈ ਟਰੱਕ ਚੜਾ ਕੇ ਖੁਸ਼ ਕਰ ਲੋਗੇ? ਜਿਵੇਂ ਆ ਤਲਨ ਗੁਰਦੁਆਰਾ ਹੈ ਨਾ ਜਲੰਧਰ ਦੇ ਕੋਲ, ਉੱਥੇ ਲੋਕੀ ਖਿਡੌਣੇ ਚੜਾਉਂਦੇ ਨੇ, ਹਵਾਈ ਜਹਾਜ਼, ਤੇ ਕਹਿੰਦੇ ਨੇ ਸਾਨੂੰ ਵੀਜ਼ਾ ਮਿਲ ਜਾਏਗਾ। ਭਲੇ ਪੁਰਸ਼ੋ, ਰੱਬ ਨੂੰ ਇੱਕ ਖਿਡੌਣਾ ਦੇ ਕੇ ਖੁਸ਼ ਕਰ ਲੋਗੇ ਜਿਨੇ ਧਰਤੀ ਵਰਗੀਆਂ ਚੀਜ਼ਾਂ ਨੂੰ, ਖੰਡ ਮੰਡਲ, ਬ੍ਰਹਿਮੰਡ, ਕਿੰਨੀਆਂ ਆਕਾਸ਼ ਗੰਗਾਵਾਂ, ਗ੍ਰਹਿ ਨਕਸ਼ਤਰ, ਤਾਰੇ ਸਿਆਰੇ ਹਵਾ 'ਚ ਲਟਕਾਏ ਹੋਏ ਨੇ, ਤੇ ਉਹਨੂੰ ਨਿੱਕਾ ਜਿਹਾ ਖਿਡੌਣਾ ਦੇ ਕੇ ਖੁਸ਼ ਕਰ ਲੋਗੇ? ਕੀ ਦਿਓਗੇ? ਕੀ ਹੈ ਤੁਹਾਡੇ ਕੋਲ ਆਪਣਾ? ਕਿਸੇ ਦਾਤ ਨਾਲ ਉਹਨੂੰ ਖੁਸ਼ ਨਹੀਂ ਕੀਤਾ ਜਾ ਸਕਦਾ, ਉਹਨੂੰ ਖਰੀਦਿਆ ਨਹੀਂ ਜਾ ਸਕਦਾ। ਮੈਨੂੰ ਤੁਸੀਂ ਖੁਸ਼ ਕਰ ਸਕਦੇ ਹੋ 100-200 ਪਾਉਂਡ ਦੇ ਕੇ, ਮੈਂ ਤੁਹਾਨੂੰ ਖੁਸ਼ ਕਰ ਸਕਦਾ ਹਾਂ, ਪਰ ਰੱਬ ਨੂੰ ਕਿਵੇਂ ਖੁਸ਼ ਕਰੋਗੇ? ਦਾਤਾਂ ਸਾਰੀਆਂ ਉਹਦੀਆਂ ਨੇ, ਕੀ ਦਿਓਗੇ? ਭਗਤ ਨਾਮਦੇਵ ਜੀ ਨੇ ਬੜੇ ਵਿਸਥਾਰ ਦੇ ਨਾਲ ਸਮਝਾਇਆ ਹੈ। ਆਨੀ ਲੈ ਦੂਧ ਰਿੰਧਾਈ ਲੈ ਖੀਰਨ, ਠਾਕੁਰ ਕੋ ਨੈਵੇਦ ਕਰੋ। ਆਨੀ ਲੈ ਫੂਲ ਪਰੋਈ ਲੈ ਮਾਲਾ, ਕੀ ਇੱਕ ਕਿਸੇ ਧਰਮ ਸਥਾਨ ਵਿੱਚ ਫੁੱਲਾਂ ਦਾ ਗੁਲਦਸਤਾ ਚੜਾ ਕੇ ਤੇ ਰੱਬ ਨੂੰ ਖੁਸ਼ ਕਰ ਲੋਗੇ ਜਿਨੇ ਇੰਨੀ ਵੱਡੀ ਵਨਸਪਤੀ ਪੈਦਾ ਕੀਤੀ? ਕੀ ਠਾਕੁਰ ਨੂੰ ਤੁਸੀਂ ਪਾਣੀ ਨਾਲ ਨਵਾ ਕੇ ਬਾਲਟੀ ਨਾਲ ਖੁਸ਼ ਕਰ ਦੋ ਕਿ ਰੱਬ ਨੂੰ ਇਸ਼ਨਾਨ ਕਰਾ ਦਿਆਂ, ਪਸੀਨਾ ਆਇਆ ਹੁਣ ਰੱਬ ਦੀ? ਜਿਨਨੇ ਸਮੁੰਦਰ ਪੈਦਾ ਕੀਤੇ ਨੇ ਉਹਨੂੰ ਕਿਵੇਂ ਖੁਸ਼ ਕਰ ਲੋਗੇ? ਤਾਂ ਇਹਦਾ ਮਤਲਬ ਇਹਨਾਂ ਕੰਮਾਂ ਦੇ ਨਾਲ ਸਚਿਆਰ ਨਹੀਂ ਹੋਇਆ ਜਾ ਸਕਦਾ। ਸਚਿਆਰ ਹੋਣ ਲਈ ਹੁਕਮ ਰਜ਼ਾਈ ਚੱਲਣਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਪਾਈਐ। ਤਨ ਕਰਕੇ, ਮਨ ਕਰਕੇ, ਧਨ ਕਰਕੇ ਰੱਬੀ ਰਜਾ ਦੇ ਅੰਦਰ ਤੁਰਨਾ ਹੈ। ਧਨ ਤੁਸੀਂ ਕਮਾ ਰਹੇ ਹੋ, ਉਹਦੀ ਵਰਤੋਂ ਗੁਰਮਤਿ ਅਨੁਸਾਰ ਕਰਨੀ ਹੈ। ਤਨ ਦੇ ਨਾਲ ਕੰਮ ਲਾਅ ਆਫ ਨੇਚਰ ਮੁਤਾਬਕ ਕਰਨੇ ਨੇ। ਮਨ ਦੀ ਸੋਚ ਗੁਰਬਾਣੀ ਮੁਤਾਬਕ ਬਣਾਉਣੀ ਹੈ, ਤਾਂ ਅਸੀਂ ਉਸ ਪ੍ਰਭੂ ਦੇ ਨਾਲ ਮਿਲ ਸਕਦੇ, ਤਾਂ ਅਸੀਂ ਸਚਿਆਰ ਹੋ ਸਕਦੇ। ਅਗਲਾ ਬਚਨ ਕਰਦੇ ਨੇ, ਮੂੰਹੋਂ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਜ਼ਬਾਨ ਤੋਂ ਕਿਹੜੇ ਬੋਲ ਬੋਲੋਗੇ ਜਿਹੜੇ ਬੋਲਾਂ ਨੂੰ ਸੁਣ ਕੇ ਤੁਹਾਡੇ ਨਾਲ ਪਿਆਰ ਕਰਨ ਲੱਗ ਜਾਏ, ਤੁਹਾਨੂੰ ਰੱਬ ਦੀ ਪ੍ਰੀਤ ਮਿਲ ਜਾਏ? ਕਿਹੜੇ ਬੋਲ? ਮੇਰਾ ਪ੍ਰੇਮ ਤੁਸੀਂ ਪਾ ਸਕਦੇ ਹੋ ਇਹ ਗੱਲ ਕਹਿ ਕੇ ਕਿ ਵੀਰ ਜੀ ਕਥਾ ਬੜੀ ਚੰਗੀ ਕਰਦੇ ਹੋ, ਤੁਹਾਡੇ ਬੋਲ ਬੜੇ ਚੰਗੇ ਨੇ, ਤੁਹਾਡਾ ਪਹਿਨਾਵਾ ਬੜਾ ਚੰਗਾ ਹੈ, ਤੇ ਮੈਨੂੰ ਚੰਗਾ ਲੱਗੇਗਾ, ਮੈਂ ਤੁਹਾਡੇ ਨਾਲ ਪ੍ਰੇਮ ਕਰ ਸਕਦਾ ਹਾਂ, ਮੈਂ ਤੁਹਾਨੂੰ ਖੁਸ਼ ਕਰ ਸਕਦਾ ਵੀ ਵੀਰੋ ਜਾਂ ਭੈਣੋ ਵੀ ਤੁਸੀਂ ਬਹੁਤ ਚੰਗੇ ਹੋ, ਬੜੇ ਪ੍ਰੇਮ ਨਾਲ ਸੁਣਦੇ ਹੋ, ਤੁਹਾਡਾ ਘਰ ਬੜਾ ਵਧੀਆ ਹੈ, ਕਾਰ ਬੜੀ ਵਧੀਆ ਹੈ, ਬੜੇ ਵਧੀਆ ਇਨਸਾਨ ਹੋ, ਤਾਂ ਤੁਹਾਨੂੰ ਇਹ ਸਿਫਤ ਚੰਗੀ ਲੱਗੇਗੀ ਨਾ, ਤੇ ਤੁਸੀਂ ਘੜੀ ਭਾਓਗੇ ਵੀ ਵੀਰ ਜੀ ਬਹਿ ਜਾਓ, ਚਾਹ ਦਾ ਕੱਪ ਹੋਰ ਪੀ ਲਓ, ਯਾਨੀ ਥੋੜੀ ਸਿਫਤ ਹੋਰ ਕਰ ਦਿਓ। ਤੁਸੀਂ ਬਲੈਕਮੇਲ ਹੋ ਸਕਦੇ ਹੋ, ਮੈਂ ਬਲੈਕਮੇਲ ਹੋ ਸਕਦਾ ਹਾਂ, ਇੱਕ ਦੂਜੇ ਨੂੰ ਅਸੀਂ ਗੱਲਾਂ ਦੇ ਨਾਲ ਰਿਝਾ ਸਕਦੇ ਹਾਂ,
ਵੱਡਾ ਛੋਟਾ ਕਹਿ ਸਕਦੇ ਹਾਂ, ਪਰ ਰੱਬ ਨੂੰ ਕੱਲੇ ਬੋਲਾਂ ਨਾਲ ਹੈ ਜਾ ਸਕਦਾ। ਗੁਰੂ ਜੀ ਦਾ ਪਾਵਨ ਬਚਨ ਹੈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੇ ਮਿਲ ਕੇ ਉਹਨੂੰ ਵੱਡਾ ਵੱਡਾ ਕਹਿਣ ਲੱਗ ਜਾਣ, ਵੱਡਾ ਵੱਡਾ ਕਹਿਣ ਲੱਗ ਜਾਣ, ਤਾਂ ਸਾਡੇ ਕਹਿਣ ਦੇ ਨਾਲ ਉਹਨੇ ਵੱਡਾ ਨਹੀਂ ਹੋਣਾ। ਤੇ ਜੇ ਕੋਈ ਵੀ ਨਾ ਕਵੇ, ਜੇ ਉਹਨੂੰ ਕੋਈ ਵੱਡਾ ਨਾ ਕਵੇ, ਤਾਂ ਉਹ ਘੱਟ ਨਹੀਂ ਚੱਲਿਆ। ਗੁਰੂ ਜੀ ਕਹਿੰਦੇ ਨੇ, ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ, ਜੇ ਮੈਂ ਤੇਰੀ ਸਿਫਤ ਸਲਾਹ ਨਾ ਵੀ ਕਰਾਂਗਾ ਤਾਂ ਤੇਰਾ ਨਾਮ ਖਤਮ ਨਹੀਂ ਹੋ ਚੱਲਿਆ। ਰੱਬ ਸਾਡੇ ਬੋਲਾਂ ਤੇ ਆਧਾਰਿਤ ਨਹੀਂ ਹੈ, ਸਾਡੇ ਬੋਲ ਉਹਦੇ ਤੇ ਆਧਾਰਿਤ ਹੋਣੇ ਚਾਹੀਦੇ ਨੇ। ਪਰ ਇੱਥੇ ਇੱਕ ਸਵਾਲ ਪੈਦਾ ਹੋਏਗਾ ਕਿ ਜੇ ਸਾਡੇ ਕਹਿਣ ਨਾਲ ਰੱਬ ਨੇ ਵੱਡੇ ਨਹੀਂ ਹੋਣਾ, ਸਾਡੇ ਕਹਿਣ ਨਾਲ ਉਹਨੇ ਘੱਟ ਨਹੀਂ ਜਾਣਾ, ਤਾਂ ਫਿਰ ਅਸੀਂ ਕਿਉਂ ਇੰਨਾ ਪ੍ਰਚਾਰ ਕਰ ਰਹੇ ਹਾਂ ਕਿ ਰੱਬ ਦੀ ਸਿਫਤ ਕਰੋ, ਰੱਬ ਦੇ ਗੁਣ ਗਾਓ? ਫਿਰ ਅਸੀਂ ਗੁਣ ਕਿਉਂ ਗਾਣੇ ਨੇ? ਸਾਡਾ ਸਵਾਲ ਹੋਏਗਾ, ਕਿਉਂ ਗਾਣੇ ਨੇ? ਰੱਬ ਦੇ ਨਾਲ ਕਿਉਂ ਜੁੜਨਾ ਹੈ? ਤਾਂ ਇਹਦੀ ਨਿੱਕੀ ਜਿਹੀ ਮਿਸਾਲ ਹੈ। ਘਰ ਦੇ ਅੰਦਰ ਕੋਈ ਕਿੱਕਰ ਆਦਿ, ਤੇ ਤੁਸੀਂ ਆਪਣੇ ਘਰ ਦੇ ਪਿਛਵਾੜੇ ਜਾਂ ਆਂਗਣ ਦੇ ਵਿੱਚ ਕੱਦੂ ਦੀ ਵੱਲ ਲਾਈ ਹੈ। ਹੁਣ ਕਿੱਕਰ ਦਾ ਰੁੱਖ ਉੱਚਾ ਹੈ, ਮਜ਼ਬੂਤ ਹੈ। ਕਿੱਕਰ ਦੇ ਰੁੱਖ ਨੂੰ ਵੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਵੱਲ ਕਿੱਕਰ ਦੀ ਕੱਦੂ ਦਾ ਮੁਕਾਬਲਾ ਨਹੀਂ, ਕੱਦੂ ਦੀ ਵੱਲ ਕਿੱਕਰ ਦਾ ਮੁਕਾਬਲਾ ਨਹੀਂ ਕਰ ਸਕਦੀ। ਕੱਦੂ ਦੀ ਵੱਲ ਕਿੱਕਰ ਦੇ ਨਾਲ ਜੁੜੇ ਜਾਂ ਨਾ ਜੁੜੇ, ਉਹਨੂੰ ਕੋਈ ਫਰਕ ਨਹੀਂ ਪੈਣਾ ਕਿੱਕਰ ਨੂੰ। ਪਰ ਜੇ ਵੱਲ ਨੂੰ ਕਿੱਕਰ ਦੇ ਨਾਲ ਜੋੜ ਦਈਏ ਨਾ, ਤੇ ਉਹ ਕਿੱਕਰ ਦੇ ਚਫੇਰੇ ਵਲੈਂਗਣੇ ਮਾਰਦੀ ਮਾਰਦੀ ਆਪ ਉੱਚੀ ਹੋ ਜਾਏਗੀ, ਉਹ ਆਪ ਉੱਚੀ ਹੋ ਜਾਏਗੀ। ਰੱਬ ਦੇ ਨਾਲ ਨਾ ਵੀ ਜੁੜੋਗੇ, ਰੱਬ ਨੂੰ ਕੋਈ ਫਰਕ ਨਹੀਂ ਪੈਣਾ। ਪਰ ਜੇ ਰੱਬ ਦੇ ਨਾਲ ਜੁੜ ਜਾਓਗੇ ਤੇ ਰੱਬ ਦੇ ਨਾਲ ਜੁੜਨ ਵਾਲਾ ਬੰਦਾ ਆਪ ਉੱਚਾ ਔਰ ਮਹਾਨ ਹੋ ਜਾਏਗਾ, ਆਪ ਰੱਬ ਹੋ ਜਾਏਗਾ। ਇਸ ਕਰਕੇ ਅਸੀਂ ਰੱਬ ਦੇ ਗੁਣ ਗਾਣੇ। ਬੰਦਾ ਸਤਿਕਾਰ ਹੋ ਜਾਏਗਾ, ਰੱਬ ਵਰਗਾ ਹੋ ਜਾਏਗਾ, ਮਹਾਨ ਹੋ ਜਾਏਗਾ, ਉਹਦੇ ਕਸ਼ਟ ਦੇ ਅੰਦਰ ਇਨਸਾਨੀਅਤ ਪੈਦਾ ਹੋ ਜਾਏਗੀ। ਤਾਂ ਗੁਰਦੇਵ ਪਾਤਸ਼ਾਹ ਜੀ ਅਗਲਾ ਬਚਨ ਕਰਦੇ ਨੇ, ਅੰਮ੍ਰਿਤ ਵੇਲਾ। ਇੱਥੇ ਥੋੜਾ ਜਿਹਾ ਰੁਕ ਜਾਣਾ ਹੈ। ਸਾਤੋਂ ਇੱਥੇ ਥੋੜਾ ਰੁਕਣਾ ਹੈ। ਵਡਿਆਈ ਵਿਚਾਰ। ਸੱਚ ਨਾਉ, ਜਦੋਂ ਅਸੀਂ ਸੱਚਾ ਨਿਆਂ ਕਰਾਂਗੇ, ਸੱਚੇ ਦੇ ਗੁਣ ਗਾਵਾਂਗੇ, ਸੱਚੀ ਸਿਫਤ ਸਲਾਹ ਕਰਾਂਗੇ, ਸੱਚ ਨਾਉ ਸੱਚੇ ਨਿਆਂ ਦੇ ਨਾਲ ਜੁੜਾਂਗੇ, ਵਡਿਆਈਆਂ ਦੀ ਵਿਚਾਰ, ਸਾਡੇ ਵਿਚਾਰ ਮੰਡਲ ਵਿੱਚ ਸਿਫਤਾਂ ਹੋਣਗੀਆਂ, ਪੋਜ਼ਿਟਿਵ ਥਿੰਕਿੰਗ, ਸਕਾਰਾਤਮਕ ਸੋਚ, ਚੜ੍ਹਦੀ ਕਲਾ ਦੇ ਵਿਚਾਰ, ਲੋਕ ਭਲਾਈ ਦੇ ਵਿਚਾਰ, ਸੱਚਾਈ ਦੇ ਵਿਚਾਰ, ਦਇਆ ਦੇ ਵਿਚਾਰ, ਰੱਬੀ ਗੁਣਾਂ ਦੇ ਵਿਚਾਰ, ਰੱਬੀ ਰਜ਼ਾ ਦੇ ਅੰਦਰ ਤੁਰਨ ਵਿਚਾਰ। ਜਦੋਂ ਸੱਚਾ ਨਿਆਂ ਕਰਾਂਗੇ, ਯੂਨੀਵਰਸਲ ਟਰੂਥ ਮੁਤਾਬਕ ਜ਼ਿੰਦਗੀ ਜੀਵਾਂਗੇ, ਜਦੋਂ ਸਾਡੇ ਵਿਚਾਰ ਸਿਫਤ ਸਲਾਹ ਵਾਲੇ ਹੋਣਗੇ, ਤਾਂ ਕੀ ਹੋ ਜਾਏਗਾ? ਅੰਮ੍ਰਿਤ ਵੇਲਾ। ਉਹ ਵੇਲਾ, ਉਹ ਸਮਾਂ ਤੁਹਾਡਾ ਅੰਮ੍ਰਿਤ ਬਣ ਜਾਏਗਾ, ਅੰਮ੍ਰਿਤ ਵੇਲਾ ਬਣ ਜਾਏਗਾ। ਵੇਲਾ ਦਾ ਮਤਲਬ ਸਮਾਂ। ਦੇਖੋ, ਕੋਈ ਸਮਾਂ ਆਪਣੇ ਆਪ ਵਿੱਚ ਚੰਗਾ ਨਹੀਂ, ਸਮਾਂ ਆਪਣੇ ਆਪ ਦੇ ਵਿੱਚ ਮਾੜਾ ਨਹੀਂ। ਇਹ ਵਿਚਾਰ ਅਸੀਂ ਪਿੱਛੇ ਕਰ, ਸਮਾਂ ਆਪਣੇ ਆਪ ਦੇ ਅੰਦਰ ਚੰਗਾ ਔਰ ਮਾੜਾ ਨਹੀਂ ਹੁੰਦਾ। ਉਹਨੂੰ ਸਾਡੇ ਵਿਚਾਰ ਔਰ ਕਰਮ ਬਣਾਉਂਦੇ ਨੇ। ਜਿਵੇਂ ਅਸੀਂ ਇੱਥੇ ਆਨਲਾਈਨ ਕਲਾਸ ਦੇ ਅੰਦਰ ਗੁਰਬਾਣੀ ਦੀ ਵਿਚਾਰ ਕਰ, ਆਪਣੇ ਜੀਵਨ ਨੂੰ ਚੰਗਾ ਬਣਾਉਣ ਬਾਰੇ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਹਾਂ, ਤਾਂ ਇਹ ਸਮਾਂ ਸਾਡਾ ਚੰਗਾ ਬਣ ਗਿਆ ਹੈ, ਅੰਮ੍ਰਿਤ ਬਣ ਗਿਆ ਹੈ, ਕਿਉਂਕਿ ਸਾਨੂੰ ਅੰਮ੍ਰਿਤਮਈ ਸੋਚ ਮਿਲ ਰਹੀ ਹੈ ਇੱਕ ਦੂਜੇ ਕੋਲੋਂ। ਅਸੀਂ ਆਪਣੀ ਸੋਚ ਨੂੰ ਅੰਮ੍ਰਿਤ ਬਣਾਉਣਾ ਚਾਹੁੰਦੇ ਹਾਂ। ਇਹ ਸਮਾਂ ਕਿੰਨਾ ਸੁਹਾਵਣਾ ਬਣਿਆ ਹੋਇਆ ਹੈ। ਤੇ ਜੇ ਇਸੇ ਸਮੇਂ ਅਸੀਂ ਕਿਸੇ ਦੇ ਲੁੱਟ ਖਸੁੱਟ ਵਾਲੇ ਪ੍ਰੋਗਰਾਮ ਉਲੀਕੀਏ,
ਜਾਂ ਲੜਾਈ ਦੰਗਾ ਫਸਾਦ ਕਰੀਏ ਤਾਂ ਇਹੀ ਵੇਲਾ ਜ਼ਹਿਰ ਵੇਲਾ ਹੋ ਜਾਣਾ ਹੈ, ਆਤਮਕ ਮੌਤ ਲਿਆਉਣ ਵਾਲਾ ਬਣ ਜਾਣਾ ਹੈ। ਹੁਣ ਤੁਸੀਂ ਆਪਣੀ ਜ਼ਿੰਦਗੀ ਦੇ ਟਾਈਮ ਸਾਰੀ ਜ਼ਿੰਦਗੀ ਨੂੰ ਅੰਮ੍ਰਿਤ ਬਣਾਉਣਾ ਚਾਹੁੰਦੇ ਹੋ ਕਿ ਜ਼ਹਿਰ? ਆਪ ਨੂੰ ਅੰਮ੍ਰਿਤ ਬਣਾਉਣਾ ਚਾਹੁੰਦੇ ਹੋ ਤਾਂ ਅੰਮ੍ਰਿਤ ਬਣਾ ਸਕਦੇ ਹੋ, ਆਪਣੀ ਜ਼ਿੰਦਗੀ ਨੂੰ ਜ਼ਹਿਰ ਬਣਾਉਣਾ ਚਾਹੁੰਦੇ ਹੋ ਜ਼ਹਿਰ ਬਣਾ ਸਕਦੇ ਹੋ। ਤੁਹਾਡੇ ਤੇ ਡਿਪੈਂਡ, ਮੇਰੇ ਤੇ ਡਿਪੈਂਡ। ਤੁਹਾਡਾ ਪਰਿਵਾਰਕ ਜੀਵਨ ਨੇ, ਫੈਮਿਲੀ ਲਾਈਫ, ਇਹਨੂੰ ਤੁਸੀਂ ਸਵਰਗ ਬਣਾਉਣਾ ਚਾਹੁੰਦੇ ਹੋ ਕਿ ਨਰਕ, ਇਹ ਤੁਹਾਡੇ ਤੇ ਡਿਪੈਂਡ ਕਰਦਾ। ਚਾਹੇ ਸਵਰਗ ਬਣਾ ਲਓ ਚਾਹੇ ਨਰਕ ਬਣਾ ਲਓ। ਇਹ ਪੂਰਾ ਸਮਾਂ ਦੇਖੋ, ਕਲਯੁਗ ਕਦੋਂ ਵਾਪਰਦਾ ਹੈ? ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਅੰਦਰ ਕਲਯੁਗ ਤਾਂ ਵਾਪਰਦਾ ਹੈ ਜਦੋਂ ਬੰਦਾ ਸੱਚ ਦੇ ਨਾਲੋਂ ਟੁੱਟ ਜਾਂਦਾ ਹੈ। ਆਤਮਕ ਮੌਤੇ ਬੰਦਾ ਤਾਂ ਮਰਦਾ ਹੈ ਜਦੋਂ ਸੱਚ ਦੇ ਨਾਲੋਂ ਟੁੱਟਦਾ ਹੈ, ਤੇ ਜਦੋਂ ਸੱਚ ਦੇ ਨਾਲ ਜੁੜਿਆ ਹੋਵੇ ਉਦੋਂ ਆਤਮਕ ਜ਼ਿੰਦਗੀ ਜੀ ਰਿਹਾ ਹੁੰਦਾ ਹੈ। ਉਹ ਵੇਲਾ ਅੰਮ੍ਰਿਤ ਵੇਲਾ ਹੁੰਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਤੁਹਾਡਾ ਹਰ ਪਦਾਰਥ, ਤੁਹਾਡੀ ਹਰ ਸੋਚ, ਤੁਹਾਡਾ ਹਰ ਸਮਾਂ ਅੰਮ੍ਰਿਤ ਹੋ ਸਕਦਾ ਹੈ ਜੇ ਯੂਨੀਵਰਸਲ ਟਰੁੱਥ ਨੂੰ ਆਪਣੀ ਜ਼ਿੰਦਗੀ ਦਾ ਬੇਸ ਬਣਾਓ ਔਰ ਸਿਫਤ ਸਲਾਹ ਕਰੋ। ਮਨ ਬਚਨ ਕਰਮ ਕਰਕੇ ਗੁਣਾਂ ਦੇ ਧਾਰਨੀ ਜਿਸ ਟਾਈਮ ਹੁੰਦੇ ਹੋ, ਉਹ ਵੇਲਾ ਅੰਮ੍ਰਿਤ ਵੇਲਾ ਹੋ ਜਾਂਦਾ ਹੈ। ਵੈਸੇ ਸਿੱਖ ਜਗਤ ਦੇ ਅੰਦਰ ਅੰਮ੍ਰਿਤ ਵੇਲਾ ਅਸੀਂ ਸਵੇਰ ਨੂੰ ਵੀ ਕਹਿ ਦਿੰਦੇ ਹਾਂ, ਨਾਮ ਦਿੱਤਾ ਹੈ ਅੰਮ੍ਰਿਤ ਵੇਲਾ, ਸਵੇਰ ਨੂੰ ਹੀ ਕਹਿ ਦਿੰਦੇ ਹਾਂ, ਪਰ ਉਹ ਅੰਮ੍ਰਿਤ ਵੇਲਾ ਤਾਂ ਹੀ ਅੰਮ੍ਰਿਤ ਵੇਲਾ ਬਣੇਗਾ ਜੇ ਸੱਚ ਦੇ ਨਾਲ ਜੁੜੋਗੇ। ਤੇ ਜੇ ਅਸੀਂ ਕੇਵਲ ਓਨੇ ਕੁ ਨੂੰ ਅੰਮ੍ਰਿਤ ਵੇਲਾ ਮੰਨ ਲਈਏ ਤੇ ਫਿਰ ਬਾਕੀ 23 ਘੰਟੇ ਜਾਂ 22 ਘੰਟੇ ਕੀ ਹੋਇਆ? ਸਾਰੀ ਜ਼ਿੰਦਗੀ ਅੰਮ੍ਰਿਤ ਹੋ ਸਕਦੀ ਹੈ। ਸਵੇਰ ਦਾ ਅੰਮ੍ਰਿਤ ਵੇਲਾ ਸਾਡਾ ਤਾਂ ਬਣ ਜਾਂਦਾ ਹੈ ਕਿਉਂਕਿ ਅਸੀਂ ਬਾਣੀ ਦਾ ਪਾਠ ਕਰਦੇ ਹਾਂ, ਨਾਮ ਜਪਦੇ ਹਾਂ, ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਾਂ, ਚੰਗੀ ਅਸੀਂ ਸੋਚ ਸੋਚਦੇ ਹਾਂ, ਅੰਮ੍ਰਿਤ ਵੇਲਾ ਬਣ ਜਾਂਦਾ। ਜ਼ਿੰਦਗੀ ਅੰਮ੍ਰਿਤ ਬਣਾਉਣਾ ਹੈ। ਦੇਖੋ, ਜਿਨ੍ਹਾਂ ਵੀਰਾਂ ਭੈਣਾਂ ਨੇ ਅੰਮ੍ਰਿਤ ਪਾਨ ਕੀਤਾ ਹੈ ਨਾ, ਉਹਨਾਂ ਨੂੰ ਪਤਾ ਅੰਮ੍ਰਿਤ ਦੇ ਛੱਟੇ ਉਹਨਾਂ ਦੀਆਂ ਅੱਖਾਂ 'ਚ ਪਾਏ ਗਏ ਸਨ, 5 ਸ਼ੀਸ਼ ਵਿੱਚ ਪਾਏ ਗਏ, 5 ਚੁਲੇ ਛਕਣ ਲਈ ਦਿੱਤੇ। ਇਹਦੇ ਪਿੱਛੇ ਇੱਕ ਵਿਚਾਰਧਾਰਾ ਹੈ, ਮਨੋਵਿਗਿਆਨਿਕ ਕਾਰਨ ਕਿ ਸਿੱਖਾ ਅੱਜ ਤੂੰ ਅੰਮ੍ਰਿਤ ਛਕਿਆ ਹੈ ਨਾ, ਤਾਂ ਤੇਰੇ ਬੋਲ ਜ਼ਬਾਨ ਤੋਂ ਅੰਮ੍ਰਿਤ ਵਰਗੇ ਮਿੱਠੇ ਹੋਣੇ ਚਾਹੀਦੇ ਨੇ। ਐਸੇ ਬੋਲ ਜਿਨ੍ਹਾਂ ਦੇ ਨਾਲ ਕਿਸੇ ਨੂੰ ਆਤਮਕ ਜੀਵਨ ਮਿਲੇ, ਜਿਨ੍ਹਾਂ ਇਨਸਾਨੀਅਤ ਪੈਦਾ ਹੋਵੇ, ਕਿਸੇ ਦੇ ਅੰਦਰ ਵਿਲ ਪਾਵਰ, ਉਤਸ਼ਾਹ ਪੈਦਾ ਹੋਵੇ, ਸਕਾਰਾਤਮਕ ਸੋਚ ਪੈਦਾ ਹੋਵੇ। ਤੇਰੇ ਬੋਲ ਐਸੇ ਹੋਣੇ ਚਾਹੀਦੇ ਨੇ। ਐਸ ਜ਼ਬਾਨ ਤੋਂ ਅੱਜ ਤੋਂ ਬਾਅਦ ਗਾਲ ਨਾ ਨਿਕਲੇ। ਕਿੰਨੇ ਅੰਮ੍ਰਿਤਧਾਰੀ ਵੀਰ ਨੇ ਜਿਹੜੇ, ਸਾਰਿਆਂ ਦੀ ਮੈਂ ਗੱਲ ਨਹੀਂ ਕਰ ਰਿਹਾ, ਜਿਹੜੇ ਧੀਆਂ ਭੈਣਾਂ ਦੀਆਂ ਗਾਲਾਂ ਫੇਸਬੁੱਕ ਤੇ ਵੇਖੋ ਭਰੀ ਪਈ ਹੈ। ਤਾਂ ਅੰਮ੍ਰਿਤ ਮਈ ਬੋਲ ਤੇਰੇ ਹੋ ਜਾਣ, ਅੱਖਾਂ ਵਿੱਚ ਅੰਮ੍ਰਿਤ ਦੇ ਛੱਟੇ ਪਾਏ ਸਨ ਸਿੱਖਾ, ਅੱਜ ਤੋਂ ਬਾਅਦ ਤੇਰੀ ਨਜ਼ਰ ਅੰਮ੍ਰਿਤ ਵਰਗੀ ਹੋਵੇ। ਹਰ ਧੀ ਭੈਣ ਨੂੰ ਆਪਣੀ ਧੀ ਭੈਣ ਵੇਖੇ, ਹਰ ਇੱਕ ਦੇ ਅੰਦਰ ਤੈਨੂੰ ਰੱਬ ਦਿਸੇ, ਤੇਰੀਆਂ ਨਜ਼ਰਾਂ ਦੇ ਵਿੱਚੋਂ ਅੰਮ੍ਰਿਤ ਪ੍ਰੇਮ ਡੁੱਲੇ, ਔਰ ਸ਼ੀਸ਼ ਵਿੱਚ 5 ਛੱਟੇ ਅੰਮ੍ਰਿਤ ਦੇ ਪਾਏ ਕਿ ਤੇਰੀ ਸੋਚ, ਤੇਰੀ ਮੈਂਟੈਲਿਟੀ ਅੰਮ੍ਰਿਤ ਵਰਗੀ ਹੋ ਜਾਏ। ਫਿਰ ਤੇਰੀ ਸਾਰੀ ਜ਼ਿੰਦਗੀ ਹੀ ਅੰਮ੍ਰਿਤ ਬਣ ਜਾਏਗੀ, ਤੇਰਾ ਹਰ ਬੋਲ ਅੰਮ੍ਰਿਤ ਹੋ ਜਾਏਗਾ, ਤੇਰਾ ਨਜ਼ਰੀਆ ਅੰਮ੍ਰਿਤ ਹੋ ਜਾਏਗਾ, ਫਿਰ ਹਰ ਥਾਂ ਦੇ ਉੱਤੇ ਅੰਮ੍ਰਿਤ ਹੀ ਵਰਸੇਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਅਸੀਂ ਸੱਚ ਸੁਣਦੇ ਵਿਚਾਰਦੇ ਹਾਂ, ਸੱਚਾ ਨਿਆਂ ਕਰਦੇ ਹਾਂ, ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਂਦੇ ਹਾਂ ਔਰ ਸਿਫਤ ਸਲਾਹ ਕਰਦੇ ਹਾਂ, ਉਹ ਵੇਲਾ ਅੰਮ੍ਰਿਤ ਵੇਲਾ ਹੋ ਜਾਂਦਾ ਹੈ। ਅਗਲਾ ਬਚਨ ਕਰਦੇ ਨੇ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਜੇ ਰੱਬ ਦੀ ਰਜ਼ਾ ਦੇ ਅੰਦਰ ਕਰਮ ਕੀਤੇ ਜਾਣ, ਹੁਣ ਦੇਖੋ ਇਹ ਪਿਆਰ ਕਿਵੇਂ ਮਿਲੇ, ਇਹ ਸੱਚ ਕਿਵੇਂ ਮਿਲੇ। ਕਰਮੀ ਆਵੇ ਕੱਪੜਾ, ਹੁਣ ਕੱਪੜਾ ਦੇਖੋ ਕੀ ਹੈ, ਗੁਰੂ ਜੀ ਨੇ ਬਚਨ ਕੀਤਾ ਹੈ, ਪ੍ਰੇਮ ਪਟੋਲਾ ਤੈਂ ਸ਼ਹੁ ਦਿੱਤਾ, ਢੱਕਣ ਕੂ ਪਤ ਮੇਰੀ। ਪਟੋਲਾ ਦਾ ਮਤਲਬ ਕੱਪੜਾ। ਕਿਹੜਾ ਕੱਪੜਾ? ਪ੍ਰੇਮ ਦਾ ਕੱਪੜਾ। ਆ ਭੈਣਾਂ ਬੈਠੀਆਂ ਨਾ, ਚੁੰਨੀ ਲਈ ਸਿਰ ਤੇ, ਤੁਸੀਂ ਪੱਗਾਂ ਦੇ ਨਾਲ ਸਿਰ ਢੱਕੇ, ਸਿਰ ਢੱਕਣ ਲਈ ਨਾ ਚੁੰਨੀ। ਤਾਂ ਪ੍ਰੇਮ ਦਾ ਕੱਪੜਾ ਕਾਦੇ ਵਾਸਤੇ? ਮੇਰੀ ਇੱਜ਼ਤ ਢੱਕਣ ਵਾਸਤੇ,
ਜਿਵੇਂ ਸਿਰ ਢੱਕਣ ਵਾਸਤੇ ਚੁੰਨੀ ਹੈ, ਸਿਰ ਢੱਕਣ ਲਈ ਪੱਗ ਹੈ, ਕੋਈ ਰੁਮਾਲ ਰੱਖਦਾ ਹੈ, ਤੇ ਇੱਜ਼ਤ ਸਾਡੀ ਬਚੀ ਰਹੇ ਉਹਦੇ ਵਾਸਤੇ ਕੱਪੜਾ ਕਿਹੜਾ ਚਾਹੀਦਾ ਹੈ? ਪ੍ਰੇਮ ਦਾ, ਮਨੁੱਖਤਾ ਦੇ ਨਾਲ ਪਿਆਰ, ਸੱਚ ਦੇ ਨਾਲ ਪਿਆਰ, ਗੁਣਾਂ ਦੇ ਨਾਲ ਪਿਆਰ। ਜੇ ਪਿਆਰ ਹੋਏਗਾ ਜ਼ਿੰਦਗੀ ਅੰਦਰ ਤਾਂ ਇੱਜ਼ਤ ਮਾਣ ਮਿਲੇਗਾ, ਰੱਬ ਦੇ ਦਰ ਤੇ ਮਾਣ ਮਿਲੇਗਾ। ਜੇ ਪਿਆਰ ਨਹੀਂ, ਈਰਖਾ ਨਹੀਂ, ਤਾਂ ਕੱਪੜੇ ਜਿੰਨੇ ਮਰਜ਼ੀ ਕੀਮਤੀ ਪਾਈ ਜਾਓ, ਚੁੰਨੀਆਂ ਦੀ ਥਾਂ ਫੁਲਕਾਰੀਆਂ ਲੈ ਲਓ, ਪੱਗਾਂ ਕੀਮਤੀ ਬੰਨ ਲਓ, ਜੇ ਪ੍ਰੇਮ ਨਹੀਂ ਮਨੁੱਖਤਾ ਨਾਲ ਰਲ ਤਾਂ ਫਿਰ ਪੱਤ ਨਹੀਂ ਨਾ ਢੱਕੀ ਜਾਂਦੀ। ਇਸ ਲਈ ਕਰਮੀ ਆਵੇ ਕੱਪੜਾ, ਜੇ ਪ੍ਰੇਮ ਵਾਲੇ ਕਰਮ ਕਰੋਗੇ, ਜੇ ਰੱਬੀ ਰਜ਼ਾ ਦੇ ਅੰਦਰ ਤੁਰੋਗੇ ਤੇ ਪ੍ਰੇਮ ਦਾ ਕੱਪੜਾ ਮਿਲ ਜਾਏਗਾ, ਪ੍ਰੇਮ ਪੈਦਾ ਹੋ ਜਾਏਗਾ। ਜਿਨ ਮਨ ਪਾਓ ਤਿਨਾ ਮਨ ਪਾਓ। ਕੰਮ ਹੀ ਨੇ ਨਾ ਜਿਨ੍ਹਾਂ ਰਾਹੀਂ ਸਾਡਾ ਪ੍ਰੇਮ ਬਣਦਾ। ਦੇਖੋ ਦੁਨੀਆ ਗੱਲ ਕਰੀਏ, ਜੇ ਮੈਂ ਸਹਿਯੋਗ ਕਰਦਾ, ਤੁਹਾਡੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਦਾ, ਤੁਹਾਡੇ ਬੱਚਿਆਂ ਨਾਲ ਤੁਹਾਨੂੰ ਕੋਈ ਚੰਗੀ ਗੱਲ ਦੱਸਦਾ, ਤਾਂ ਇਹ ਮੇਰੇ ਕਰਮ ਤੁਹਾਡੇ ਵਾਸਤੇ, ਤੁਹਾਡੇ ਮਨ ਵਿੱਚ ਮੇਰੇ ਲਈ ਪ੍ਰੇਮ ਪੈਦਾ ਕਰਨਗੇ। ਜੇ ਤੁਸੀਂ ਮੇਰੀ ਕੋਈ ਹੈਲਪ ਕਰਦੇ ਹੋ, ਮੈਨੂੰ ਚੰਗੀ ਸਲਾਹ ਦਿੰਦੇ ਹੋ, ਮੇਰੇ ਬੱਚਿਆਂ ਨਾਲ ਪਿਆਰ ਕਰਦੇ ਹੋ, ਤਾਂ ਤੁਹਾਡੇ ਇਹ ਕਰਮ ਮੇਰੇ ਅੰਦਰ ਤੁਹਾਡੇ ਲਈ ਪੈਦਾ ਕਰਨਗੇ। ਜੇ ਮੈਂ ਜਾਣਦਾ ਤੁਹਾਡੀ ਕਾਰ ਦਾ ਸ਼ੀਸ਼ਾ ਭੰਨ ਜਾਵਾਂ ਤੇ ਉਹ ਕੈਮਰੇ 'ਚ ਦਿਸ ਜਾਏ, ਤੇ ਫਿਰ ਮੇਰੇ ਘਰ ਪ੍ਰੇਮ ਪੈਦਾ ਕਰਨ ਥੋੜੀ ਆਉਗੇ। ਕੰਮ ਵੇਖਣੇ ਪੈਣਗੇ ਨਾ, ਕੰਮ ਕੀ ਨੇ, ਕੰਮਾਂ ਰਾਹੀਂ ਪੈਦਾ ਹੋਣਾ। ਪਤੀ ਪਤਨੀ ਕੰਮ ਕਿਹੜੇ ਕਰਦੇ ਨੇ, ਇੱਕ ਦੂਜੇ ਨਾਲ ਬੋਲਦੇ ਕਿਵੇਂ ਨੇ, ਪਿਓ ਧੀ, ਪਿਓ ਪੁੱਤਰ, ਯਾਰ ਦੋਸਤ, ਰਿਸ਼ਤੇਦਾਰ। ਤਾਂ ਰੱਬ ਦਾ ਪ੍ਰੇਮ ਪਾਉਣ ਲਈ ਸਾਨੂੰ ਕੋਈ ਕੰਮ ਕਰਨੇ ਪੈਣਗੇ ਨਾ। ਜਿਨ੍ਹਾਂ ਨੇ ਗੁਰੂ ਦੀ ਰਜ਼ਾ ਮੁਤਾਬਿਕ, ਜਿਨ੍ਹਾਂ ਨੇ ਆਪਣਾ ਆਪਾ ਸਮਰਪਿਤ ਕੀਤਾ, ਗੁਰੂ ਨੇ ਕਿਹਾ ਮੇਰੇ ਪਿਆਰੇ ਨੇ। ਭਾਈ ਲਹਿਣਾ ਜੀ ਨੇ ਗੁਰਮਤਿ ਅਨੁਸਾਰ ਜ਼ਿੰਦਗੀ ਜੀਵੀ, ਗੁਰੂ ਨਾਨਕ ਦੇਵ ਨੇ ਗੁਰਿਆਈ ਗੱਦੀ ਬਖਸ਼ ਦਿੱਤੀ। ਭਾਈ ਲਹਿਣਾ ਨਾ ਰਹਿ, ਗੁਰੂ ਅੰਗਦ ਦੇਵ ਬਣ ਗਏ। ਕਰਮੀ ਆਵੇ ਕੱਪੜਾ, ਰਜ਼ਾ ਦੇ ਅੰਦਰ ਤੁਰੋਗੇ, ਇਹਨਾਂ ਕਰਮਾਂ ਦੇ ਨਾਲ ਤੁਹਾਨੂੰ ਪ੍ਰੇਮ ਰੂਪ ਕੱਪੜਾ ਮਿਲੇਗਾ। ਨਦਰੀ ਮੋਖ ਦੁਆਰ, ਤੇ ਫਿਰ ਐਸੇ ਕਰਮ ਕਰਨ ਦੇ ਨਾਲ ਨਦਰ ਹੋਏਗੀ, ਬਖਸ਼ਿਸ਼ ਹੋਏਗੀ। ਤੇ ਉਸ ਬਖਸ਼ਿਸ਼ ਦੇ ਨਾਲ ਕੀ ਹੋਏਗਾ? ਮੋਖ ਦੁਆਰ, ਮੋਕਸ਼ ਪਦਵੀ, ਮੋਖ ਦੁਆਰਾ, ਮੁਕਤੀ, ਵਿਕਾਰਾਂ ਤੋਂ ਖਲਾਸੀ। ਇਹ ਨਹੀਂ ਕਿ ਮਰਨ ਤੋਂ ਬਾਅਦ ਮੁਕਤੀ ਮਿਲੇਗੀ। ਮਰਨ ਵਾਲੀ ਮੁਕਤੀ ਨੂੰ ਗੁਰਮਤਿ ਨੇ ਨਹੀਂ ਮੰਨਿਆ। ਬੇਣੀ ਕਹੇ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਕਿੰਨੇ ਮੁਕਤੀ ਪਾਈ ਹੈ? ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ। ਇਹ ਗੱਲ ਸਮਝ ਲੈਣਾ। ਕੱਲ ਸਵਾਲ ਕਰ ਰਹੇ ਸੀ ਨਾ ਆਪਾਂ, ਤਾਂ ਇਹ ਸਵਾਲ ਦਾ ਉੱਤਰ ਹੈ। ਇਹ ਸਾਰੇ ਸਵਾਲ ਖਤਮ ਹੋ ਜਾਣਗੇ। ਮਰਨ ਤੋਂ ਬਾਅਦ ਮੁਕਤੀ ਹੈ ਹੀ ਨਹੀਂ। ਗੁਰਮਤ ਮੰਨਦੀ ਨਹੀਂ। ਬੇਣੀ ਕਹੇ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਬੰਦਾ ਜੰਮਿਆ ਜੀਵਿਆ ਬੰਧਨ ਵਿੱਚ, ਮਰਿਆ ਬੰਧਨ ਵਿੱਚ, ਤੇ ਮਰ ਕੇ ਮੁਕਤ ਕਿਵੇਂ ਹੋ ਜਾਏਗਾ? ਕੋਈ ਬੱਚਾ ਸੀ ਬੜਾ ਸ਼ਰਾਰਤੀ ਹੀ ਰਿਹਾ ਬੜਾ। ਮਾਂ ਪਿਓ ਨੇ ਯਤਨ ਕੀਤਾ, ਕਦੇ ਨਾਨਕੇ ਘੱਲਿਆ ਵੀ ਸ਼ਾਇਦ ਨਾਨਕੇ ਜਾ ਕੇ ਸੁਧਰ ਜਾਏ। ਉੱਥੇ ਜਾ ਕੇ ਗੁਆਂਢੀਆਂ ਦੇ ਬੱਚੇ ਦਾ ਸਿਰ ਪਾੜਤਾ। ਉਹਨਾਂ ਆਖਿਆ ਭਰਾਵਾ ਤੁਸੀਂ ਆਪਣਾ ਬੱਚਾ ਲੈ ਜਾਓ। ਬੱਚਾ ਵਾਪਸ। ਫਿਰ ਸਾਈਕਲਾਂ ਵਾਲੇ ਗੁਰਕੇ ਦੇ ਕੰਮ ਤੇ ਲਾਇਆ ਵੀ ਚੱਲ ਪੜ੍ਹਾਈ ਨਹੀਂ ਕਰਦਾ, ਸਾਈਕਲ ਪੈਂਚਰ ਲਾਣੇ ਸਿੱਖ ਲੈ। ਉੱਥੇ ਕਿਸੇ ਦਾ ਸਾਈਕਲ ਚੋਰੀ ਚੋਕ ਕੇ ਵੇਚ ਆਇਆ, ਉਹਨੇ ਵੀ ਹਟਾਤਾ। ਘਰਦਿਆਂ ਨੂੰ ਪੈਸੇ ਭਰਨੇ ਪਏ। ਸਕੂਟਰ ਵਾਲੇ ਕੋਲ ਲਾਇਆ, ਸਕੂਟਰ 'ਚ ਪੈਟਰੋਲ ਪਵਾਉਣ ਗਿਆ, ਐਕਸੀਡੈਂਟ। ਯਾਨੀ ਕੋਈ ਕੰਮ ਨਹੀਂ ਕੀਤਾ ਚੱਜ ਦਾ। ਜਵਾਨ ਹੋ ਗਿਆ, ਸ਼ਰਾਬਾਂ ਪੀਣ ਲੱਗ ਗਿਆ। ਤੇ ਫਿਰ ਐਸੇ ਨਕੰਮਿਆਂ ਨੂੰ ਲੋਕ ਕਹਿੰਦੇ ਨੇ ਵੀ ਚੱਲ ਯਾਰ ਇਹਦਾ ਵਿਆਹ ਕਰ ਦਿਓ, ਖੋਰੇ ਸੁਧਰ ਜਾਏ। ਅਗਲੇ ਦੀ ਧੀ ਦਾ ਵੀ ਨਾਸ ਮਾਰਦੇ ਨੇ। ਨਾ ਕਰੋ ਇਹੋ ਜਿਹਾ ਦਾ ਵਿਆਹ। ਵਿਆਹ ਕਰ ਦਿਓ ਸ਼ਾਇਦ ਸੁਧਰ ਜਾਏ। ਵਿਆਹ ਕੀਤਾ ਤਾਂ ਵੀ ਨਹੀਂ ਸੁਧਰਿਆ। ਮਾਂ ਪਿਓ ਨੇ ਆਖਿਆ ਵੀ ਤੁਸੀਂ ਗੁਰਦੁਆਰੇ ਜਾਇਆ ਕਰੋ। ਕਹਿਣ ਲੱਗਾ ਨਾ, ਗੁਰਦੁਆਰੇ ਮੇਰਾ ਜਾਣ ਦਾ ਕੀ ਮਤਲਬ, ਮੈਂ ਨਹੀਂ ਮੰਨਦਾ ਰੱਬ ਨੂੰ। ਸਾਰੀ ਜ਼ਿੰਦਗੀ ਨਹੀਂ ਗੁਰਦੁਆਰੇ ਗਿਆ, ਤੇ ਅਖੀਰ ਹੋ ਗਿਆ, ਬੱਚੇ ਹੋ ਗਏ। ਸ਼ਰਾਬ ਪੀ ਕੇ ਇੱਕ ਦਿਨ ਗਿਆ, ਤੇ ਫਿਰ ਬੱਚਿਆਂ ਨੇ ਉਹਨੂੰ ਨਵਾ ਧਵਾ ਕੇ ਡੱਬੇ ਦੇ ਵਿੱਚ ਪਾ ਕੇ ਨਟ ਬੁਲਟ ਕੱਸ ਕੇ ਫਿਰ ਉਹਦੀ ਲਾਸ਼ ਨੂੰ ਗੁਰਦੁਆਰੇ ਲੈ ਕੇ ਆਏ ਵੀ ਬਾਪੂ ਹੁਣ ਭੱਜ, ਹੁਣ ਕਿੱਥੇ ਭੱਜਣਾ। ਜਿਹੜਾ ਸਾਰੀ ਜ਼ਿੰਦਗੀ ਐਵੇਂ ਜੀਵਿਆ। ਕੋਲ ਸੁਖਮਨੀ ਸਾਹਿਬ ਦਾ ਪਾਠ ਭਾਈਆਂ ਨੂੰ ਕਰਨਾ ਪੈਂਦਾ। ਭਾਈ ਜੀ ਸੁਖਮਨੀ ਸਾਹਿਬ ਕਰ ਦਿਓ। ਬੰਦਾ ਪੁੱਛੇ ਜਿਉਂਦਾ ਸਾਰੀ ਜ਼ਿੰਦਗੀ ਗੁਰਦੁਆਰੇ ਨਹੀਂ ਗਿਆ, ਸੁਖਮਨੀ
ਕੰਨ ਚ ਪੈਣ ਦਿੱਤਾ, ਤੁਹਾਨੂੰ ਮਰਦ ਦੇ ਵਿੱਚ ਤੁਹਾਡਾ ਸੁਣਿਆ ਉੱਥੇ ਸੁਖਮਨੀ। ਅਸੀਂ ਬਹੁਤ ਸਾਰੇ ਕਰਮ ਕਾਂਡ ਕਰ ਰਹੇ ਹਾਂ ਔਰ ਜਿਨ੍ਹਾਂ ਬਾਰੇ ਬੋਲਣਾ ਵੀ ਬੜਾ ਔਖਾ ਹੈ। ਹੁਣ ਕਈਆਂ ਨੂੰ ਹੋ ਸਕਦਾ ਹੈ ਇੱਥੇ ਪ੍ਰੋਬਲਮ ਹੋਏਗੀ, ਲੇਕਿਨ ਇਹ ਸੱਚਾਈ ਹੈ। ਮਰਨ ਤੋਂ ਬਾਅਦ ਮੁਕਤੀ ਨਹੀਂ ਹੈ। ਬਾਣੀ ਜਿਉਂਦਿਆਂ ਵਾਸਤੇ, ਮੋਇਆਂ ਵਾਸਤੇ ਨਹੀਂ। ਪਿੱਛੇ ਇੱਕ ਕੁੱਤਾ ਮਰ ਗਿਆ ਸੀ ਕਿਸੇ ਦਾ, ਤੇ ਉੱਥੇ ਸੋਹਿਲੇ ਦਾ ਪਾਠ ਕਰ ਰਹੇ ਸਨ। ਹੈ ਬੰਦਾ ਪੁੱਛੇ ਵੀ ਅਸੀਂ ਕਰ ਕੀ ਰਹੇ ਹਾਂ, ਤਾਂ ਗੁਰੂ ਜੀ ਕਹਿੰਦੇ ਨੇ ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਮੋਖ ਦੁਆਰ ਦਾ ਮਤਲਬ ਮੋਕਸ਼ ਪਦਵੀ, ਤੁਸੀਂ ਜਿਉਂਦੇ ਮੁਕਤ ਹੋ ਜਾਓਗੇ। ਤੇ ਮੁਕਤੀ ਦੀ ਡੈਫੀਨੇਸ਼ਨ ਕੀ ਹੈ? ਨਾਹੀਂ ਜਿਹੇ ਕੰਚਨ ਲੋਹੁ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਜਿਹੜਾ ਕਿ ਝੂਠੀ ਬਦਖੋਈ ਨਹੀਂ ਕਰਦਾ, ਤੇ ਉਸਤਤ ਦਾ ਮਤਲਬ ਜਿਹੜਾ ਚਾਪਲੂਸੀ ਨਹੀਂ ਕਰਦਾ, ਕਿਸੇ ਦੀ ਚਾਪਲੂਸੀ ਨਹੀਂ ਕਰਦਾ, ਨਾ ਝੂਠੀ ਬਦਖੋਈ ਕਰਦਾ, ਸੱਚ ਬੋਲ, ਬੇਗਾਨਾ ਹੱਕ ਨਹੀਂ ਖਾਂਦਾ, ਉਹ ਬੰਦਾ ਮੁਕਤ ਹੈ। ਉਹ ਬੰਦਾ ਰੱਬ ਦਾ ਰੂਪ ਹੈ। ਰੂਪ ਰਾਮ ਤੇ ਜਾਨ, ਉਹਨੂੰ ਰੱਬ ਦਾ ਰੂਪ ਸਮਝੋ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨਹਿ ਔਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ। ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਭਿਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸ਼ਾ। ਕਾਮ ਕ੍ਰੋਧ ਜਿਹ ਪਰਸੈ ਨਾਹਿਨ, ਤਿਹ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਿਹ ਨਾਨਕ ਲੀਨ ਭਇਓ ਗੋਬਿੰਦ ਸਿਉ। ਜਿਉ ਪਾਣੀ ਸੰਗ ਪਾਣੀ, ਜਿਉਂਦਾ ਹੀ ਮੁਕਤ ਹੋ ਜਾਂਦਾ ਹੈ, ਰੱਬ ਦਾ ਰੂਪ ਦਿੰਦਾ, ਸਚਿਆਰ ਹੋ ਜਾਂਦਾ। ਨਦਰੀ ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਤੇ ਜਦੋਂ ਇਹ ਸਾਰੇ ਗੁਣ ਆ ਜਾਣ ਨਾ, ਫਿਰ ਕੀ ਹੁੰਦਾ? ਨਾਨਕ ਇੱਥੇ ਰੁਕ ਜਾਣਾ ਹੈ। ਮੈਂ ਜਾਣੀਐ, ਫਿਰ ਇੱਥੇ ਥੋੜਾ ਰੁਕਣਾ ਹੈ। ਸਭ ਆਪੇ ਸਚਿਆਰ। ਹੇ ਭਾਈ, ਐਵੇਂ ਸਮਝ ਆ ਜਾਂਦੀ ਹੈ ਫਿਰ ਕਿ ਸਭ ਥਾਵਾਂ ਤੇ ਰੱਬ ਸਚਿਆਰ ਆਪ ਹੀ ਹੈ, ਆਪ ਸਮਾਇਆ ਹੋਇਆ ਹੈ। ਦੇਖੋ, ਰੱਬ ਨੂੰ ਸਚਿਆਰ ਕਹਿ ਰਹੇ ਨੇ। ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ, ਕਿ ਜੋ ਸੱਚ ਦਾ ਘਰ ਹੈ ਉਹ ਸਭ ਥਾਵਾਂ ਤੇ ਸਮਾਇਆ ਹੋਇਆ ਹੈ। ਹਰ ਥਾਂ ਤੇ ਉਹੀ ਹੈ, ਉਹਦੇ ਤੋਂ ਬਿਨਾਂ ਕੋਈ ਹੈ ਹੀ ਨਹੀਂ। ਆ ਸੰਸਾਰ ਉਸੇ ਦਾ ਰੂਪ ਹੈ, ਉਹਦੇ ਤੋਂ ਵੱਖਰਾ ਨਹੀਂ ਹੈ। ਤੁਸੀਂ ਉਸੇ ਦਾ ਰੂਪ ਹੋ। ਮੈਂ ਵੱਖਰਾ ਸਮਝ ਬੈਠਾ ਹਾਂ, ਮੈਂ ਆਪਣੇ ਆਪ ਨੂੰ ਉਹਦੇ ਤੋਂ ਵੱਖਰਾ ਸਮਝ ਬੈਠਾ ਹਾਂ। ਤੁਸੀਂ ਆਪਣੇ ਆਪ ਤੋਂ ਵੱਖਰਾ ਸਮਝ ਬੈਠੇ ਹੋ। ਅਸੀਂ ਵੱਖਰੇ ਕਿਉਂ ਹੋ ਗਏ? ਜਿਵੇਂ ਨਦੀ ਵਿੱਚ ਛਲ ਆਇਆ, ਪਾਣੀ ਨਦੀ ਤੋਂ ਬਾਹਰ ਚਲਾ ਜਾਂਦਾ ਨਾ, ਤੇ ਉਹ ਪਾਣੀ ਰੁਕ ਜਾਂਦਾ ਹੈ, ਛੱਪੜ ਵਿੱਚ ਪੈ ਕੇ ਗੰਦਾ ਹੋ ਜਾਂਦਾ ਹੈ, ਬਿਮਾਰੀਆਂ ਦਾ ਕਾਰਨ ਬਣ ਜਾਂਦਾ। ਅਸੀਂ ਵੀ ਹੰਕਾਰ ਦੀ ਛਲ ਦੇ ਨਾਲ ਰੱਬ ਚੋਂ ਬਾਹਰ ਆ ਗਏ ਹਾਂ, ਵੱਖਰਾ ਸਮਝ। ਅਸੀਂ ਸਾਚ ਨਾਏ ਸੱਚਾ ਨਿਆਂ ਕਰਨਾ ਛੱਡ ਦਿੱਤਾ ਹੈ। ਸਾਡੀ ਬੋਲੀ, ਸਾਡਾ ਜੀਵਨ ਪ੍ਰੇਮ ਵਾਲਾ ਨਹੀਂ ਰਿਹਾ। ਅਸੀਂ ਰੱਬ ਨੂੰ ਭੇਟਾ ਦੇ ਨਾਲ ਖੁਸ਼ ਕਰਨਾ ਚਾਹੁੰਦੇ ਹਾਂ। ਅਸੀਂ ਕੇਵਲ ਗੱਲਾਂ ਬਾਤਾਂ ਦੇ ਨਾਲ ਖੁਸ਼ ਕਰਨਾ ਚਾਹੁੰਦੇ ਹਾਂ। ਅਸੀਂ ਸੱਚੇ ਨਿਆਂ ਨੂੰ ਛੱਡ ਕੇ, ਵਡਿਆਈ ਵਿਚਾਰ ਨੂੰ ਛੱਡ ਕੇ ਆਪਣੇ ਜੀਵਨ ਨੂੰ ਜ਼ਹਿਰ ਵੇਲਾ ਬਣਾ ਲਿਆ। ਅਸੀਂ ਐਸੇ ਕਰਮ ਕਰਨੇ ਛੱਡ ਦਿੱਤੇ ਨੇ ਜਿਨ੍ਹਾਂ ਰਾਹੀਂ ਜ਼ਿੰਦਗੀ ਵਿੱਚ ਪ੍ਰਭੂ ਦਾ ਪ੍ਰੇਮ ਪੈਦਾ ਹੁੰਦਾ ਹੈ। ਪ੍ਰਭੂ ਦੀ ਰਹਿਮਤ ਬਖਸ਼ਿਸ਼ ਦੇ ਪਾਤਰ ਨਹੀਂ ਬਣੇ। ਇਸ ਲਈ ਸਾਨੂੰ ਨਾ ਆਪਣੇ ਵਿੱਚ ਰੱਬ ਦਿਸਦਾ ਹੈ, ਨਾ ਦੂਜੇ ਵਿੱਚ ਰੱਬ ਦਿਸਦਾ ਹੈ, ਨਾ ਸਾਨੂੰ ਇਸ ਦੁਨੀਆ ਵਿੱਚ ਰੱਬ ਦਿਸਦਾ ਹੈ। ਅਸੀਂ ਕਹਿੰਦੇ ਹਾਂ ਸਾਨੂੰ ਰੱਬ ਦਿਸਦਾ ਨਹੀਂ। ਤੇ 35 ਮਹਾਂਪੁਰਖ ਪਾਵਨ ਬਾਣੀ ਦੇ ਅੰਦਰ ਕਹਿ ਰਹੇ ਨੇ ਸਾਨੂੰ ਰੱਬ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਦਿਸਦਾ, ਰੱਬ ਹੀ ਦਿਸਦਾ। ਜੋ ਦਿਸੈ ਸੋ ਤੇਰਾ ਰੂਪ। ਅਸੀਂ ਕਹਿੰਦੇ ਨਹੀਂ, ਅਸੀਂ ਸਮਾਧੀ ਲਾਣੀ ਹੈ, ਦਸਵਾਰ ਵਿੱਚ ਪ੍ਰਾਣ ਚੜਾ ਕੇ ਤੇ ਦਸਮ ਦੁਆਰ ਨੂੰ ਪਾੜ ਕੇ ਰੱਬ ਨੂੰ ਵਿੱਚੋਂ ਕੱਢਣਾ। ਅਸੀਂ ਇਹ ਕਹਿ ਰਹੇ ਹਾਂ। ਭਗਤ ਕਬੀਰ ਜੀ ਕਹਿੰਦੇ ਨੇ ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਖਲਕਤ ਵਿੱਚ, ਖਲਕਤ ਰੱਬ ਵਿੱਚ ਹੈ, ਇੱਕ ਰੂਪ ਨੇ। ਅਸੀਂ ਕਹਿੰਦੇ ਹਾਂ ਨਾ ਨਾ, ਸਾਹਮਣੇ ਖਲਕਤ ਤੇ ਮੇਰਾ ਵੈਰੀ ਹੈ, ਮੇਰੇ ਕੋਲ ਹੋਵੇ ਬੰਬ ਤੇ ਉਡਾ ਦਿਆਂ ਸਾਰਿਆਂ ਨੂੰ। ਰੱਬ ਤੇ ਜੰਗਲ ਵਿੱਚ। ਸਾਨੂੰ ਭਰਮ ਪੈ ਗਿਆ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ। ਇਸ ਤਰੀਕੇ ਦੇ ਨਾਲ ਜਾਣਿਆ ਜਾਂਦਾ ਹੈ ਭਾਈ, ਸਭ ਥਾਵਾਂ ਤੇ ਉਹ ਰੱਬ ਸਚਿਆਰ ਹੈ। ਤੇ ਜਦੋਂ ਇਸ ਚੌਥੀ ਪੌੜੀ ਦੇ ਅੰਦਰ ਦੇ ਕੁਝ ਗੁਣਾਂ ਨੂੰ ਅਸੀਂ
ਤਾਂ ਅਸੀਂ ਤਿਆਰ ਹੋ ਜਾਵਾਂਗੇ। ਸਚਿਆਰ ਹੋਣਾ ਹੀ ਸਾਡਾ ਮਕਸਦ ਹੈ, ਸਚਿਆਰ ਹੋਣਾ ਹੀ ਰੱਬ ਨੂੰ ਪਾ ਲੈਣਾ ਹੈ। ਇਸ ਲਈ ਨੂੰ ਪਾਣਾ ਸਾਡੀ ਸਮੱਸਿਆ ਨਹੀਂ ਹੈ, ਕਿਉਂਕਿ ਰੱਬ ਤੇ ਹੈ ਹੀ ਅੰਦਰ। ਸਾਡੀ ਸਮੱਸਿਆ ਇਹ ਹੈ ਕਿ ਅਸੀਂ ਸਚਿਆਰ ਕਿਵੇਂ ਹੋਣਾ ਹੈ, ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਕਿਵੇਂ ਹੋਣਾ ਹੈ, ਰੱਬੀ ਰਜ਼ਾ ਦੇ ਅੰਦਰ ਆਪਣੇ ਜੀਵਨ ਨੂੰ ਕਿਵੇਂ ਗੁਜ਼ਾਰਨਾ ਹੈ, ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਇਸ ਕੁਦਰਤ ਨੂੰ ਸਵਰਗ ਕਿਵੇਂ ਬਣਾਉਣਾ ਹੈ। ਸਾਡੀ ਪ੍ਰੋਬਲਮ ਇਹ ਹੈ। ਪ੍ਰੋਬਲਮ ਸਾਡੀ ਹੋਰ ਹੈ, ਭਟਕਦੇ ਅਸੀਂ ਕਿਤੇ ਹੋਰ ਫਿਰਦੇ ਹਾਂ। ਮੰਜ਼ਿਲ ਸਾਡੀ ਹੋਰ ਹੈ, ਡਾਇਰੈਕਸ਼ਨ ਸਾਡੀ ਦੂਜੇ ਪਾਸੇ ਦੀ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹੀਏ, ਸਮਝੀਏ, ਵਿਚਾਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰੀਏ, ਸਚਿਆਰ ਹੋਣ ਦਾ ਯਤਨ ਕਰੀਏ। ਤਾਂ ਮੈਂ ਇੱਥੇ ਇਸ ਵਿਚਾਰ ਨੂੰ ਸਮਾਪਤ ਕਰਦਾ। ਦੁਬਾਰਾ ਸਭ ਤੁਹਾਡਾ ਸਾਰੇ ਭੈਣਾਂ ਵੀਰਾਂ ਦਾ ਕਲਾਸ ਦੇ ਵਿੱਚ ਧੰਨਵਾਦ, ਔਰ ਧੰਨਵਾਦ ਕਿ ਤੁਸੀਂ ਬੜੇ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਤੇ ਇਹ ਵਿਚਾਰ ਰਹੇ ਹਾਂ, ਕਿਉਂਕਿ ਕੋਈ ਸਟੇਜ ਨਹੀਂ ਕਿ ਜਿੱਥੇ ਮੈਂ ਕਥਾਵਾਚਕ ਇੱਕ ਪ੍ਰਚਾਰਕ ਦੇ ਤੌਰ ਤੇ ਆ ਤੇ ਤੁਸੀਂ ਸਰੋਤੇ ਹੋ। ਇੱਥੇ ਕਲਾਸ ਹੈ ਤੇ ਕਲਾਸ ਦੇ ਨਿਯਮ ਨੇ। ਇੱਥੇ ਅਸੀਂ ਕੁਝ ਸਿੱਖਣ ਵਾਸਤੇ ਆਉਣਾ ਹੁੰਦਾ, ਸਿੱਖਣਾ ਹੈ ਕੁਝ ਨਵੀਂ ਜ਼ਿੰਦਗੀ। ਤੇ ਫਿਰ ਕਲਾਸ ਦੇ ਵਿੱਚ ਅਗਲੀ ਕਲਾਸ ਵਿੱਚ ਜਾਣਾ ਹੁੰਦਾ ਨਾ, ਅਸੀਂ ਕੋਈ ਹਾਸਲ ਕਰਨਾ ਹੈ ਤੇ ਉਹਦੇ ਵਾਸਤੇ ਪੇਪਰ ਵੀ ਹੁੰਦੇ ਨੇ। ਤੇ ਪੇਪਰ ਇੱਥੇ ਤੁਹਾਡੇ ਮੈਂ ਨਹੀਂ ਲੈਣੇ, ਮੇਰਾ ਪੇਪਰ ਤੁਸੀਂ ਨਹੀਂ ਲੈਣਾ, ਆਪਣੇ ਪੇਪਰ ਆਪ ਹੀ ਲੈ ਲਿਓ। ਮੈਂ ਆਪਣਾ ਪੇਪਰ ਆਪ ਲੈ ਲਵਾਂ ਕਿ ਬਾਣੀ ਨੂੰ ਪੜ੍ਹ ਕੇ ਸੁਣ ਕੇ ਜੋ ਅਸੀਂ ਵਿਚਾਰ ਸੁਣ ਰਹੇ ਹਾਂ, ਅਸੀਂ ਕੁਝ ਪ੍ਰੋਗਰੈਸ ਕੀਤੀ ਹੈ, ਕੁਝ ਸਾਡੇ ਵਿੱਚ ਭੁੱਲਾਂ ਹੈ ਸੀ ਜੋ ਅਸੀਂ ਕਰ ਰਹੇ ਸੀ, ਕੀ ਅਸੀਂ ਉਹਨਾਂ ਨੂੰ ਸੁਧਾਰਾਂਗੇ, ਕੀ ਅਸੀਂ ਨਵੀਂ ਜ਼ਿੰਦਗੀ ਸ਼ੁਰੂ ਕਰਾਂਗੇ, ਜਾਂ ਕਿ ਵਹੀ ਬੇਢੰਗੀ ਚਾਲ ਜੋ ਪਹਿਲੇ ਥੀ ਅਬ ਵੀ ਹੈ। ਜੋ ਅਸੀਂ ਵੀਰ ਭੈਣਾਂ ਇੱਕ ਦੂਜੇ ਨਾਲ ਵਿਚਾਰ ਰਹੇ ਨਾ ਬਾਣੀ, ਮੈਂ ਟੀਚਰ ਨਹੀਂ ਆ, ਟੀਚਰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਰਿਆਂ ਦੇ। ਕਲਾਸ ਵਿੱਚੋਂ ਅਸੀਂ ਕੀ ਸਿੱਖਿਆ, ਕਿਹੜੀ ਅਸੀਂ ਭੁੱਲ ਕਰ ਰਹੇ ਸੀ, ਉਹਨਾਂ ਭੁੱਲਾਂ ਨੂੰ ਅਸੀਂ ਕਦੋਂ ਤੋਂ ਛੱਡ ਦਿੱਤਾ ਹੈ, ਤੇ ਕਿਵੇਂ ਅਸੀਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਹੈ, ਤੇ ਉਹਦੀ ਸਾਨੂੰ ਪ੍ਰਾਪਤੀ ਕੀ ਹੋਈ ਹੈ, ਉਹ ਸਾਡਾ ਰਿਜ਼ਲਟ ਹੋਏਗਾ। ਆਪਣਾ ਰਿਜ਼ਲਟ ਰੋਜ਼ ਅਸੀਂ ਕੱਢੀ ਜਾਣਾ। ਇੱਥੇ ਮੈਂ ਖਿਮੰਦਰ ਜਾਚਕ ਹਾਂ। ਹੁਣ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਸੰਭਾਲਣਗੇ। ਮੇਰੇ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਫਤਿਹ। ਜੋ ਅਸੀਂ ਅੱਜ ਪੌੜੀ ਵਿਚਾਰੀ ਹੈ ਨਾ, ਸਵਾਲ ਸਿਰਫ ਇਹਦੇ ਵਿੱਚੋਂ, ਇਸੇ ਸੰਦਰਭ ਦੇ ਵਿੱਚੋਂ ਕਰਨ ਦਾ ਯਤਨ ਕਰਿਓ। ਜਿਹੜੀ ਅਸੀਂ ਪੌੜੀ ਵਿਚਾਰਾਂਗੇ ਸਿਰਫ ਉਹਨਾਂ ਵਿੱਚੋਂ ਸਵਾਲ ਕਰਨ ਦਾ ਯਤਨ ਕਰੋਗੇ ਨਾ, ਤਾਂ ਜਿਵੇਂ ਕਿ ਪੌੜੀ ਦੀ ਵਿਚਾਰ ਅਸੀਂ ਕਰਦੇ ਜਾਵਾਂਗੇ, ਸਾਡੀ ਜ਼ਿੰਦਗੀ ਦੇ ਸਾਰੇ ਸਵਾਲ ਖਤਮ ਹੋ ਜਾਣਗੇ। ਔਰ ਜੇ ਅਸੀਂ ਆਪਣੇ ਅੰਦਰ ਚੇਂਜਿੰਗ ਲਿਆਂਦੀ ਤਾਂ ਗਾਰੰਟੀ ਹੈ ਅਸੀਂ ਸਚਿਆਰ ਵੀ ਹੋ ਜਾਵਾਂਗੇ। ਵਾਹਿਗੁਰੂ ਰਹਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮੇਸ਼ਾ ਦੀ ਤਰ੍ਹਾਂ ਬਹੁਤ ਬਹੁਤ ਧੰਨਵਾਦ ਜੈਤਿਨ ਜੀ ਆਪ ਜੀ ਦਾ। ਅੱਜ ਸਾਰਿਆਂ ਨੇ ਕਥਾ ਸੁਣ ਲਈ ਹੈ, ਤੇ ਜਿੱਦਾਂ ਮੈਂ ਅੱਗੇ ਵੀ ਕਹਿੰਦਾ ਹੁੰਦਾ ਕਿ ਤੁਸੀਂ ਸਾਰੇ ਜਣੇ ਅਨਮਿਊਟ ਹੋ ਜਾਓ। ਜਿਨ੍ਹਾਂ ਨੇ ਵੀ ਕੋਈ ਗਿਆਨੀ ਜੀ ਨੂੰ ਕੁਐਸਚਨ ਪੁੱਛਣਾ ਹੈਗਾ ਤੇ ਉਹ ਆਪਣੇ ਆਪ ਹੀ ਅਨਮਿਊਟ ਹੋ ਜਾਓ। ਮੈਂ ਅੱਗੇ ਵੀ ਕਹਿੰਦਾ ਹੁੰਦਾ ਕਿ ਮੇਰੇ ਕੋਲ ਅਨਮਿਊਟ ਕਰਨ ਦੀ ਹੈ ਨਹੀਂ ਫੈਸਿਲਿਟੀ, ਤੇ ਤੁਸੀਂ ਆਪ ਹੀ ਹੋ ਜਾਇਓ ਜੀ। ਤੇ ਜਿੱਦਾਂ ਗਿਆਨੀ ਜੀ ਨੇ ਕਿਹਾ ਕਿ ਇਹ ਕਲਾਸ ਆ, ਆਪਾਂ ਜਿੱਦਾਂ ਗੁਰਦੁਆਰੇ 'ਚ ਬੈਠੀ ਦਾ, ਉੱਥੇ ਤੁਸੀਂ ਸਵਾਲ ਜਵਾਬ ਸਟੇਜ ਤੋਂ ਨਹੀਂ ਪੁੱਛ ਸਕਦੇ, ਤੇ ਇੱਥੇ ਕਿਉਂਕਿ ਕਲਾਸ ਤੇ ਸਾਰੇ ਬਰਾਬਰ ਹੀ ਆ। ਤੇ ਗਿਆਨੀ ਜੀ ਆਪਣੇ ਆਪ ਨੂੰ ਦੇਖੋ ਕਿੱਦਾਂ ਮਤਲਬ ਸਾਡੇ ਲੈਵਲ ਤੇ ਲਿਆ ਕੇ ਸਾਨੂੰ ਸਾਰੀ ਗੱਲ ਕਲੀਅਰ ਕਰ ਦਿੰਦੇ ਆ, ਤੇ ਹਮੇਸ਼ਾ ਹੀ ਕਹਿੰਦੇ ਆ ਕਿ ਤੁਸੀਂ, ਮੈਂ ਤੁਹਾਡੇ ਤੋਂ ਵੱਡਾ ਨਹੀਂ, ਤੇ ਜਿਹੜੀ ਵਿਚਾਰ ਦਿੰਦੇ ਆ ਤੁਸੀਂ ਜ਼ਰੂਰੀ ਨਹੀਂ ਕਿ ਤੁਸੀਂ ਉਹਨਾਂ ਦੇ ਨਾਲ ਸਹਿਮਤ ਹੀ ਹੋਵੋਗੇ। ਜੇ ਨਹੀਂ ਸਹਿਮਤ ਤਾਂ ਤੁਸੀਂ ਪੁੱਛ ਸਕਦੇ ਆ ਕਿ ਕਿਸ ਗੱਲ ਨੂੰ, ਜਾਂ ਕਿਸੇ ਗੱਲ ਦੀ ਨਹੀਂ ਸਮਝ ਆਈ ਤਾਂ ਫਿਰ ਤੁਸੀਂ ਪੁੱਛ ਸਕਦੇ ਆ। ਤੇ ਬਹੁਤ ਬਹੁਤ ਧੰਨਵਾਦ ਜੀ। ਤੇ ਸਾਡੇ ਨਾਲ ਅੱਜ ਸਾਡੀ ਭੈਣ ਗੁਰਜੀਤ ਕੌਰ ਮੇਹਤ ਤੇ ਬੇਅੰਤ ਸਿੰਘ ਜੀ ਭਾਈ ਸਾਹਿਬ, ਇਹ ਅੱਜ ਜੁੜੇ ਆ, ਤੇ ਅਸੀਂ ਇਹਨਾਂ ਨੂੰ ਵੈਲਕਮ ਕਰਦੇ, ਜੀ ਆਇਆਂ ਕਰਦੇ ਹਾਂ। ਤੇ ਹੋਰ ਵੀ ਜੁੜੇ ਹੋਣਗੇ ਜੀ, ਮੈਨੂੰ ਹੋਰ ਕਿਉਂਕਿ ਕਈਆਂ ਦੇ ਨਾਂ ਨਹੀਂ ਲਿਖੇ ਹੁੰਦੇ, ਇਸ ਕਰਕੇ ਪਤਾ ਨਹੀਂ, ਕਈਆਂ ਦੇ ਮੋਹਰੇ ਸਿਰਫ ਟੈਲੀਫੋਨ ਦੀ ਡੀਟੇਲ ਹੁੰਦੀ, ਆਈਫੋਨ ਜਾਂ ਸੈਮਸੰਗ ਜਾਂ ਕਿੱਦਾਂ। ਤੇ ਜਿੰਨੇ ਵੀ ਸਾਡੇ ਨਾਲ ਜੁੜੇ ਆ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਇਹ ਗੁਰਜੀਤ ਕੌਰ ਭੈਣ ਹੁਣੀ ਇਹ ਗਏ ਸੀਗੇ ਇੰਡੀਆ ਨੂੰ, ਤਾਂ ਉੱਥੇ ਲੋਕਡਾਊਨ ਦੇ ਵਿੱਚ ਰਹਿ ਗਏ ਸੀਗੇ, ਤੇ ਫਿਰ ਹੁਣ ਆ ਗਏ ਅਸੀਂ। ਬਹੁਤ ਖੁਸ਼ੀ ਵਾਲੀ ਗੱਲ ਹੈ ਜੀ, ਸੇਫਲੀ ਘਰ ਪਹੁੰਚ ਗਏ। ਸੋ ਬਹੁਤ ਬਹੁਤ ਧੰਨਵਾਦ ਜੀ। ਤੇ ਸਾਡੇ ਨਾਲ ਜਸਵਿੰਦਰ ਸਿੰਘ ਸਭ ਤੋਂ ਪਹਿਲਾਂ
ਅਨਮਿਊਟ ਹੋਏ ਹੈ ਜੀ। ਜਸਵਿੰਦਰ ਸਿੰਘ ਜੀ, ਤੁਸੀਂ ਆਪਣਾ ਸਵਾਲ ਕਰੋ। ਹਾਂਜੀ ਹਾਂਜੀ, ਤੁਸੀਂ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ ਜੀ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਤੁਸੀਂ ਕਿਹਾ ਜਿਹੜਾ ਭਾਖਿਆ ਭਾਉ ਪਾ, ਜਿਹੜਾ ਹੁਣ ਭਾਉ ਸ਼ਬਦ ਹੈਗਾ ਆ ਆਪਣੇ ਗੁਰਬਾਣੀ ਦੇ ਵਿੱਚ, ਇਹ ਸਿੰਗਲਰ ਕਰ ਗਿਆ ਵੀ ਜਿਹੜਾ ਪ੍ਰਮਾਤਮਾ ਦਾ ਪ੍ਰੇਮ ਆ, ਅਸੀਂ ਉਹਦੇ ਸੱਚ ਦੇ ਨਾਲ ਪ੍ਰੇਮ ਕਰਨਾ। ਤੇ ਦੂਜਾ ਮੇਰਾ ਸਵਾਲ ਸੀਗਾ ਆਪਣੇ, ਜਿਹੜਾ ਤੁਸੀਂ ਗਾਹਾਂ ਜਾ ਕੇ ਕੀਤਾ ਸੀਗਾ ਵੀ ਕਰਮੀ ਆਵੇ ਕੱਪੜਾ, ਜਿੱਦਾਂ ਹੁਣ ਜਿਹੜੇ ਉਹਦੇ ਜਿੱਦਾਂ ਪ੍ਰੇਮ ਵਾਲੇ ਗਾਉਣੇ ਸੀ, ਉਹਨਾਂ ਨਾਲ ਸੱਚ ਦੇ ਨਾਲ ਜੁੜ ਕੇ ਪ੍ਰੇਮ ਕਰਨਾ। ਹਾਂਜੀ, ਦੋ ਸਵਾਲ ਸੀ ਜਿਹੜੇ ਸਾਡੇ ਕਰਮ ਨੇ ਨਾ, ਕਰਮ ਦਾ ਮਤਲਬ ਪਿੱਛੋਂ ਲਿਖੀ ਹੋਈ ਕਿਸਮਤ ਨਹੀਂ, ਜੋ ਰੋਜ਼ ਕਰਦੇ ਆ ਉਹਨਾਂ ਕੰਮਾਂ ਰਾਹੀਂ ਸਾਨੂੰ ਪ੍ਰੇਮ ਦਾ ਕੱਪੜਾ ਮਿਲੇਗਾ। ਜੇ ਅਸੀਂ ਰੱਬੀ ਰਜ਼ਾ ਵਿੱਚ ਕਰਦੇ ਆ, ਅਦਬ ਦੇ ਨਾਲ ਕੰਮ ਕਰਦੇ ਆ, ਤਾਂ ਸਾਨੂੰ ਪ੍ਰੇਮ ਮਿਲੇਗਾ। ਫਾਰ ਐਗਜ਼ਾਮਪਲ, ਕਿ ਮੈਂ ਤੁਹਾਡਾ ਅਦਬ ਤੋਂ ਕਿਸੇ ਤੁਹਾਡੇ ਬੱਚੇ ਨੂੰ ਤਕਲੀਫ ਆਈ ਤਾਂ ਮੈਂ ਉਹਦੀ ਹੈਲਪ ਕਰ ਦਿੱਤੀ ਤੁਹਾਡੇ ਤੋਂ ਬਿਨਾਂ ਹੀ। ਤੁਹਾਡੇ ਕਿਸੇ ਬਾਹਰ ਗਮਲੇ ਪਏ ਹੋਏ ਸਨ ਤੇ ਉਹਨਾਂ ਦੇ ਵਿੱਚ ਪਾਣੀ ਨਹੀਂ ਸੀ ਪਿਆ, ਤੁਸੀਂ ਬਾਹਰ ਗਏ ਸੀ ਤੇ ਮੈਂ ਉਹਨਾਂ ਦੇ ਵਿੱਚ ਪਾਣੀ ਪਾ ਦਿੱਤਾ, ਉਹਨਾਂ ਨੂੰ ਹਰਿਆ ਰੱਖਿਆ, ਤਾਂ ਫਿਰ ਇਹ ਕੰਮ ਕੀ ਕਰਨਗੇ ਕਿ ਤੁਸੀਂ ਮੇਰੇ ਨਾਲ ਕੀ ਕਰੋਗੇ? ਪ੍ਰੇਮ ਕਰੋਗੇ ਨਾ। ਹਾਂ, ਐਸੇ ਕੰਮ ਕਰਨੇ ਜਿਨ੍ਹਾਂ ਰਾਹੀਂ ਸਾਡੇ ਇੱਕ ਦੂਜੇ ਦੇ ਅੰਦਰ ਪ੍ਰੇਮ ਪੈਦਾ, ਉਹ ਕੰਮ ਕਰਨੇ ਜਿਨ੍ਹਾਂ ਰਾਹੀਂ ਸਾਨੂੰ ਗੁਰੂ ਦਾ ਪ੍ਰੇਮ ਮਿਲੇ, ਅਸੀਂ ਗੁਰੂ ਦੇ ਦੱਸੇ ਰਾਹ ਤੇ ਚੱਲਾਂਗੇ, ਗੁਰੂ ਆਪ ਪ੍ਰੇਮ ਕਰੇ। ਜੇ ਅਸੀਂ ਸ਼ਰਾਬ ਪੀ ਕੇ ਗੁਰਦੁਆਰੇ ਅੱਗੇ ਹਾਂਗਰੇ ਮਾਰੀਏ ਤਾਂ ਫਿਰ ਪ੍ਰੇਮ ਨੇ ਨਾ। ਇਹ ਉਹ ਕੰਮ ਕਰਨੇ ਜਿਨ੍ਹਾਂ ਰਾਹੀਂ ਸਾਡੀ ਜ਼ਿੰਦਗੀ ਅੰਦਰ ਪ੍ਰੇਮ ਪੈਦਾ ਹੋਵੇ, ਔਰ ਫਿਰ ਸਾਨੂੰ ਬਖਸ਼ਿਸ਼ ਮਿਲੇਗੀ। ਤੇ ਬਖਸ਼ਿਸ਼ ਰੂਪ ਵਿੱਚ ਸਾਨੂੰ ਕੀ ਮਿਲੇਗਾ? ਮੋਖ ਦੁਆਰ। ਅਸੀਂ ਮੁਕਤ ਹੋ ਜਾਵਾਂਗੇ ਵਿਕਾਰਾਂ ਤੋਂ, ਅਪਰਾਧਾਂ ਤੋਂ, ਮੇਰ ਤੇਰ ਤੋਂ, ਜਾਤੀਵਾਦ ਤੋਂ। ਧੰਨਵਾਦ। ਮੈਂ ਦੂਜਾ ਭਾਵ ਪਾਇਆ, ਭਾਵ ਸਿੰਗਲਰ ਵਰਡ ਹੈ ਪ੍ਰਮਾਤਮਾ ਦੇ ਪ੍ਰਤੀ, ਜਿਹੜਾ ਆਪਾਂ ਉਹਦੇ ਨਾਲ ਪ੍ਰੇਮ ਕਰਨਾ ਹੈ। ਪ੍ਰੇਮ ਹਮੇਸ਼ਾ ਹੀ ਸਿੰਗੂਲਰ ਹੀ ਹੁੰਦਾ ਹੈ। ਪ੍ਰੇਮ ਮਤਲਬ, ਪ੍ਰੇਮ ਜਿਹੜਾ ਹੈ, ਜਦੋਂ ਤੁਹਾਡੇ ਅੰਦਰ ਪ੍ਰੇਮ ਆ ਜਾਏਗਾ ਨਾ, ਤਾਂ ਉਦੋਂ ਸਾਰਿਆਂ ਦੇ ਨਾਲ ਹੀ ਪ੍ਰੇਮ ਹੋਏਗਾ, ਕਿਉਂਕਿ ਤੁਹਾਡੇ ਕੋਲ ਹੈ ਹੀ ਪ੍ਰੇਮ। ਤੁਹਾਡੇ ਕੋਲ ਈਰਖਾ ਹੈ ਹੀ ਨਹੀਂ, ਤਾਂ ਤੁਸੀਂ ਈਰਖਾ ਕਿਵੇਂ ਕਰੋਗੇ? ਮੰਨ ਲਓ ਤੁਸੀਂ ਸਰੀਏ ਸੀਮੈਂਟ ਦੀ ਦੁਕਾਨ ਤੇ ਜਾਂਦੇ ਹੋ ਤੇ ਉਹਨਾਂ ਨੂੰ ਕਹੋ ਮੈਨੂੰ 1 ਕਿਲੋ ਗੋਭੀ ਦੇ ਦਿਓ, ਤੇ ਕੀ ਉਹ ਗੋਭੀ ਮਿਲ ਜਾਏਗੀ? ਗੋਭੀ ਹੈ ਹੀ ਨਹੀਂ। ਤੁਸੀਂ ਫਿਰ ਕਹੋ ਯਾਰ ਮੈਨੂੰ ਹਲਦੀ ਦੇ ਦਿਓ, ਉਹਨਾਂ ਕਹਿਣਾ ਹਲਦੀ ਵੀ ਹੈ ਨਹੀਂ। ਵੀ ਸਰੀਆ ਸੀਮੈਂਟ ਸਾਡੇ ਕੋਲ ਹੈ, ਇਹ ਲੈ ਜਾ ਸਕਦੇ। ਜਦੋਂ ਤੁਹਾਡੇ ਅੰਦਰ ਪ੍ਰੇਮ ਵਸ ਗਿਆ ਨਾ, ਤੇ ਮੈਂ ਕਹਾਂ ਯਾਰ ਮੈਨੂੰ ਥੋੜਾ ਜਿਹਾ ਹੰਕਾਰ, ਤੁਸੀਂ ਕਹਿਣਾ ਮੇਰੇ ਕੋਲ ਹੈ ਨਹੀਂ, ਮੇਰੇ ਕੋਲ ਤੇ ਇਕੱਲਾ ਪ੍ਰੇਮ ਹੀ ਹੈ। ਮੈਂ ਕਹਾਂ ਈਰਖਾ, ਤੁਸੀਂ ਕਹਿਣਾ ਮੇਰੇ ਕੋਲ ਈਰਖਾ ਤੇ ਹੈ ਨਹੀਂ, ਮੇਰੇ ਕੋਲ ਪ੍ਰੇਮ। ਜਦੋਂ ਤੁਹਾਡੇ ਪ੍ਰੇਮ ਹੋਏਗਾ ਨਾ, ਤੁਸੀਂ ਵਨਸਪਤੀ ਨਾਲ ਵੀ ਪ੍ਰੇਮ ਕਰੋਗੇ, ਮਨੁੱਖਤਾ ਨਾਲ ਵੀ ਪ੍ਰੇਮ ਕਰੋਗੇ, ਗੁਰੂ ਨਾਲ ਵੀ, ਰੱਬ ਨਾਲ ਵੀ, ਜਾਨਵਰਾਂ ਨਾਲ ਵੀ, ਕਿਉਂਕਿ ਤੁਹਾਡੇ ਕੋਲ ਹੈ ਹੀ ਪ੍ਰੇਮ। ਇਸ ਲਈ ਉਹ ਪ੍ਰੇਮ ਦੀ ਭਾਸ਼ਾ, ਸਾਡੇ ਅੰਦਰ ਪ੍ਰੇਮ ਆ ਜਾਏ ਤੇ ਸਾਰਿਆਂ ਵਾਸਤੇ ਫਿਰ ਪ੍ਰੇਮ ਹੀ ਹੋਏਗਾ। ਠੀਕ ਹੈ ਨਾ? ਠੀਕ ਹੈ, ਸ਼ੁਕਰੀਆ ਜੀ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਵੀ ਜਸਵਿੰਦਰ ਸਿੰਘ ਜੀ। ਤੇ ਹੁਣ ਸਾਡੇ ਨਾਲ ਗੁਰਚਰਨ ਸਿੰਘ ਢੇਸੀ ਤੇ ਸਤਨਾਮ ਸਿੰਘ ਨਾਗਰਾ, ਜਸਵੀਰ ਕੌਰ, ਨਰਿੰਦਰ ਜੱਸਲ ਇਹ ਆ ਰਹੇ ਆ ਜੀ। ਤੇ ਮੈਂ ਸਭ ਤੋਂ ਪਹਿਲਾਂ ਗੁਰਚਰਨ ਸਿੰਘ ਜੀ ਕੋਲ ਆਊਂਗਾ ਤੇ ਉਹਦੇ ਬਾਅਦ ਦੇ ਵਿੱਚ ਬਾਕੀਆਂ ਦੇ ਕੋਲ ਆਉਣਾ। ਪਲੀਜ਼ ਵੇਟ। ਹਾਂਜੀ ਗੁਰਚਰਨ ਸਿੰਘ ਜੀ। ਗਿਆਨੀ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਜੀ। ਵੈਸੇ ਰੋਜ਼ ਦੀ ਤਰ੍ਹਾਂ ਤੁਸੀਂ ਬਹੁਤ ਸੋਹਣੀ ਵਿਆਖਿਆ ਕੀਤੀ ਆ। ਤੁਸੀਂ ਜਿਹੜਾ ਉਦਾਹਰਨ ਦਿੱਤਾ ਸੀਗਾ ਆਪਣੇ ਤੱਲਣ ਗੁਰਦੁਆਰੇ ਦਾ, ਕਹਿੰਦਾ ਕੁਦਰਤੀ ਮੈਨੂੰ ਵੀ ਚਾਂਸ ਮਿਲਿਆ ਅਦੋਖ ਸਾਹਿਬ, ਮੇਰੇ ਦੋਸਤ ਦਾ ਭਣੋਈਆ ਉੱਥੇ ਵਰਕਸ਼ਾਪ ਖੋਲੀ ਹੋ ਆ, ਤੇ ਮਿਲਿਆ, ਮੱਥਾ ਮੈਂ ਟੇਕਿਆ ਗਿਆ। ਪਹਿਲਾਂ ਜਿੱਦਾਂ ਇਹ ਆਦਤ ਸਾਡੀ ਬਣੀ ਹੋ ਆ ਕਿ ਵੀ ਕੋਈ ਨੋਟਿਸ ਦੇਖ ਲਈਏ ਆਲੇ ਦੁਆਲੇ ਕਿ ਵੀ ਇਹ ਗੁਰਦੁਆਰੇ ਦੀ ਮਹੱਤਤਾ ਕੀ ਆ। ਜਿਉਂ ਆਲੇ ਦੁਆਲੇ ਫਿਰੇ, ਉਹ ਮੇਰੇ ਦੋਸਤ ਨੂੰ ਵੀ ਨਹੀਂ ਪਤਾ ਸੀਗਾ, ਕੁਛ ਨਹੀਂ ਸਾਨੂੰ ਮਿਲਿਆ। ਮੱਥਾ ਟੇਕ ਕੇ ਆ ਗਿਆ, ਉੱਥੇ ਪਤਾ 40-45 ਲੜੀਦਾਰ ਪਾਠ ਹੋ ਰਹੇ ਆ, ਪਰ ਬੰਦਾ ਅੰਦਰ ਇੱਕ ਵੀ ਹੈ ਨਹੀਂ ਸੀ। ਤੇ ਅਸੀਂ ਚਲੋ ਬਾਹਰ ਮੱਥਾ ਟੇਕ ਕੇ ਆ ਗਏ। ਮੈਂ ਜਿੱਦਾਂ ਆਦਤ ਬਣੀ ਹੋ ਆ, ਬਾਹਰ ਪਹਿਰੇਦਾਰ ਸੀ ਵਰਸ਼ਾ ਦੇ ਖੜਾ। ਮੈਂ ਕਿਹਾ ਭਾਈ ਸਾਹਿਬ ਜਰਾ ਇਸ ਮੈਨੂੰ ਕੋਈ ਨੋਟਿਸ ਲੱਭਾ ਨਹੀਂ, ਕੋਈ ਇਹਦੀ ਹਿਸਟਰੀ ਕੀ ਆ, ਕੋਈ ਮਾਤਾ ਹੈ ਗੁਰਦੁਆਰੇ ਦੀ? ਉਹ ਹੱਸ ਪਿਆ, ਕਹਿੰਦਾ ਅਸੀਂ ਸਾਰੇ ਹੀ ਲਾਈ ਲੱਗੇ ਆ। ਉਹਨੂੰ ਸਿੱਖ ਤਾਂ ਨਹੀਂ ਵਰਤਿਆ ਕਿਉਂਕਿ ਆਪ ਵੀ ਉਹ ਸਿੱਖ ਸੀਗਾ। ਕਹਿੰਦਾ ਅਸੀਂ ਸਾਰੇ ਹੀ ਲਾਈ ਲੱਗੇ ਆ। ਮੈਂ ਕਿਹਾ ਜੀ ਗਿਆਨੀ ਜੀ ਕੀ ਗੱਲ ਲਾਈ ਲੱਗ?
ਕਹਿੰਦਾ ਕਿਸੇ ਨੇ ਕੋਈ ਸੁੱਖਿਆ ਹੋਊਗਾ ਕਿ ਵੀ ਅਸੀਂ ਕਹਿੰਦਾ ਬਾਹਰ ਮੈਂ ਚਲ ਜਾਵਾਂ ਹਵਾਈ ਉਹਦੀ ਉਹ ਕਿਹੜੇ ਉਹਨਾਂ ਕੀਤੀ ਉਹ ਸੀ ਆਈਲੈਟ ਜਾਂ ਕੁਝ ਉਹ ਜਾ ਵੜਿਆ ਬਾਹਰਲੇ ਮੁਲਕ 'ਚ ਉਹਦੀ ਸੁੱਖ ਜਿਹੜੀ ਸੀ ਉਹ ਪੂਰੀ ਹੋ ਗਈ। ਉਹ ਤਾਂ ਜਹਾਜ਼ ਉੱਥੇ ਕਹਿੰਦਾ ਜਹਾਜ਼ ਹੀ ਤੁਸੀਂ ਵੀ ਦੇਖੇ ਹੋਣੇ ਆ। ਤੇ ਇਸ ਲਈ ਮੈਂ ਕਹਿੰਦਾ ਕਿ ਵੀ ਗਾਹਾਂ ਜਿਹੜੀ ਗੁਰਬਾਣੀ ਜਿੱਥੇ ਉਹ 40-45 ਪਾਠ ਹੋ ਰਿਹਾ ਉੱਥੇ ਕੋਈ ਬੰਦਾ ਨਹੀਂ ਬੈਠਾ। ਉਹਨੇ ਦੱਸਿਆ ਕਹਿੰਦੇ ਜੀ ਉਹ ਸਵੇਰ ਨੂੰ ਇੱਥੇ ਰਖਾ ਜਾਂਦੇ ਆ, ਫਿਰ 3 ਦਿਨਾਂ ਬਾਅਦ ਆਣ ਕੇ ਕਹਿੰਦਾ ਉਹ ਦਿਨ ਭੋਗ ਦੇ ਟਾਈਮ ਤੇ ਆ ਜਾਂਦੇ। ਉਸ ਗੁਰਬਾਣੀ ਦਾ ਕੀ ਫਲ ਮਿਲਿਆ ਉਹ ਨਹੀਂ ਜਿਹੜੀ ਉਹ ਪਾਠ ਰਖਾਇਓ। ਇਸ ਲਈ ਸਾਨੂੰ ਕੋਈ ਨਜ਼ਰੀਆ ਜਾਨੀ ਹੁਣ ਜਿਹੜਾ ਨਵੇਂ ਤਰੀਕੇ ਨਾਲ ਤੁਹਾਤੋਂ ਸਿੱਖ ਰਹੇ ਆ, ਸਾਨੂੰ ਸੋਚਣ ਲਈ ਜਾਨੀ ਕਿ ਨਾ ਇੱਕ ਕਿਸਮ ਦਾ ਮਜਬੂਰ ਹੈ ਕਿ ਵੀ ਸਾਡਾ ਧਿਆਨ ਕੋਈ ਸਹੀ ਪਾਸੇ ਨੂੰ ਲੱਗੇ। ਇਹੀ ਮੈਂ ਕਹਿਣਾ ਚਾਹੁੰਦਾ। ਚਲੋ ਮੈਂ ਉੱਥੇ ਉਸ ਜਾਣਾ ਤਾਂ ਹਰੇਕ ਸਾਲ ਹੀ ਆ, ਕਿਉਂਕਿ ਮੇਰੇ ਦੋਸਤ ਦਾ ਉਹ ਭਣੋਈਆ ਉੱਥੇ ਕੰਮ ਕਰਦਾ। ਉਹਦੀ ਹਿਸਟਰੀ। ਧੰਨਵਾਦ। ਠੀਕ ਹੈ ਜੀ। ਸਦਨ ਸਾਹਿਬ ਦੀ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੀ, ਜਿਨ੍ਹਾਂ ਨੇ ਜਹਾਜ਼ ਦੇਖ ਲਿਆ। ਇੱਥੇ ਇੰਟਰਨੈਟ ਤੇ ਵੀ ਬਹੁਤ ਪਏ ਆ, ਇਸ ਕਰਕੇ ਸਾਰਿਆਂ ਨੂੰ ਪਤਾ ਹੀ ਆ। ਤੇ ਆਪਣੇ ਜਿਹੜੀ ਖੰਡ ਪਾਠਾਂ ਦੀ ਗੱਲ ਕੀਤੀ ਉਹਦੇ ਵਿੱਚ ਵੀ ਅਨਫੋਰਚੂਨੇਟਲੀ ਇਹ ਪ੍ਰੋਬਲਮ ਹੁੰਦੀ ਹੈ ਕਿ ਉੱਥੇ ਅਟੈਂਡੀ ਬਹੁਤ ਘੱਟ ਹੁੰਦੇ ਆ। ਤੁਸੀਂ ਤਾਂ ਕਹਿੰਦੇ ਨਾ ਕਿ ਉੱਥੇ 5-7 ਖੰਡ ਪਾਠ ਖੋਲੇ ਸੀਗੇ, ਜਿੱਥੇ 100 ਖੋਲਿਆ ਉੱਥੇ ਵੀ ਕੋਈ ਬੈਠਾ ਨਹੀਂ ਹੁੰਦਾ ਹੈ ਜੀ। ਤੇ ਇਹ 40-45 ਖੁੱਲਦੇ ਇੱਥੇ ਜੀ, 40 ਤੋਂ ਉੱਪਰ ਆ। ਹਾਂਜੀ। ਤੋ ਚਲੋ ਐਨੀਵੇ ਆਪਾਂ ਡਿਸਾਈਡ ਤਾਂ ਆਪਾਂ ਹੀ ਕਰਨਾ ਜੀ ਵੀ ਆਪਾਂ ਲੈਣਾ ਕੀ ਹੈ ਉੱਥੋਂ, ਹਨਾ। ਫਿਰ ਜੇ ਤਾਂ ਕਿਸੇ ਚੀਜ਼ ਵਾਸਤੇ ਤੁਸੀਂ ਰੈਡੀ ਆ, ਭਾਰ ਆਪੇ ਹੀ ਚੱਕਣਾ ਪੈਣਾ ਸਾਰਾ। ਜਦੋਂ ਚੱਕ ਲੈਂਦੇ ਫਿਰ ਤੁਹਾਨੂੰ ਸਮਝ ਲੱਗ ਜਾਂਦੀ ਹੈ। ਜਦੋਂ ਕਹਿੰਦੇ ਵੀ ਕੀਤਾ ਕਰਾਇਆ ਸਾਰਾ ਕੁਝ ਮਿਲ ਜਾਣਾ, ਤੇ ਫਿਰ ਤੁਸੀਂ ਕਹਿੰਦੇ ਖੰਡ ਪਾਠ ਖੋਹ ਲਿਆਓ, ਤੇ ਜਿੱਦਣ ਭੋਗ ਪੈਣਾ ਉਦੋਂ ਤੁਸੀਂ ਚਲੇ ਜਾਓਗੇ ਅਰਦਾਸ ਕਰਨ ਵਾਸਤੇ। ਹਾਂਜੀ, ਧੰਨਵਾਦ ਜੀ ਗੁਰਚਰਨ ਸਿੰਘ ਜੀ। ਤੇ ਹੁਣ ਸਤਨਾਮ ਸਿੰਘ ਜੀ ਤੁਸੀਂ ਆ ਜਾਓ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਫਤਿਹ ਜੀ। ਬੜੇ ਹੀ ਸੋਹਣੇ ਸੁਚੱਜੇ ਢੰਗ ਨਾਲ ਆਪਨੇ ਵਿਆਖਿਆ ਕੀਤੀ ਹੈ। ਸਾਹਿਬ ਸੱਚ ਨਾ ਭਾਖਿਆ ਪਉ ਪਾਰ, ਸਾਹਿਬ ਮੇਰਾ ਇੱਕ ਹੈ, ਸਾਹਿਬ ਸੱਚਾ ਤੇ ਸੱਚਿਆਰ, ਉਸ ਵਿੱਚ ਝੂਠ ਨਹੀਂ ਬੋਲਦਾ, ਉਸ ਦਾ ਨਿਆਂ ਸੱਚਾ ਹੈ, ਸਾਹਿਬ ਨੂੰ ਪ੍ਰੇਮ ਨਾਲ ਮਿਲਿਆ ਜਾ ਸਕਦਾ ਹੈ। ਬਹੁਤ ਹੀ ਚੰਗੇ ਤਰੀਕੇ ਨਾਲ ਆਪਨੇ ਇਹਦੀ ਵਿਆਖਿਆ ਕੀਤੀ ਹੈ, ਮਨ ਨੂੰ ਲੱਗੀ ਹੈ। ਤੇ ਇੱਕ ਮੈਂ ਪੁੱਛਣਾ ਚਾਹੁੰਦਾ ਜੀ, ਆਖਾਂ ਮੰਗਾ ਦੇ ਦਾਤ ਕਰੇ ਦਾਤਾ, ਜਿਹੜਾ ਦੇ 2 ਵਾਰੀ ਆਇਆ ਜੀ, ਇਹਦਾ ਥੋੜਾ ਜਿਹਾ ਦੱਸਿਓ ਮਾੜਾ ਜਿਹਾ। ਦੇ ਦਾ ਮਤਲਬ ਵੀ ਵਾਰ ਮੰਗਣਾ। ਆਖੇ ਮੰਗੇ ਕੀ ਮੰਗੇ ਮੰਗਦੇ ਨੇ, ਕੀ ਆਖ ਕੇ ਮੰਗਦੇ ਨੇ, ਆਖੇ ਦੇਹ ਭਈ ਦੇ ਆਖ ਕੇ ਮੰਗਦੇ ਨੇ ਵੀ ਸਾਨੂੰ ਦਾਤਾਂ ਦੇ, ਸਾਨੂੰ ਦਾਤਾਂ ਦੇ। 5 ਮਿੰਟ ਦੇ ਸੀ। ਜਿਵੇਂ ਸਾਡਾ ਬੱਚਾ ਕੋਈ ਮੰਗਦਾ ਨਹੀਂ, ਹੁਣ ਤੁਹਾਡਾ ਕੋਈ ਬੱਚਾ ਜਾਂ ਤੁਹਾਡਾ ਕੋਈ ਪੋਤਰੀ ਪੋਤਰਾ ਛੋਟਾ ਮੰਗੇ ਵੀ ਬਾਬਾ ਮੈਨੂੰ, ਬਾਪੂ ਮੈਨੂੰ ਪਾਣੀ ਦੇ, ਬਾਪੂ ਦੇ ਬਾਪੂ ਪੈਸੇ ਦੇ। ਤੇ ਐਵੇਂ ਪਿਆਰ ਦੇ ਨਾਲ ਵੀ ਲੋਕ ਜਿਹੜੇ ਦੇ ਆਖ ਕੇ ਮੰਗਦੇ ਨੇ ਤੇ ਦਾਤਾ ਉਹਨਾਂ ਨੂੰ ਦਾਤਾਂ ਦੇ। ਜਿਸ ਤਰ੍ਹਾਂ ਸੋਈ ਦੇਵੇ, ਸੇਮ। ਤੇ ਉਹ ਦੇਣਾ ਕੀ ਹੈ, ਨੈਗੇਟਿਵ ਔਰ ਪੋਜ਼ਿਟਿਵ ਜੋ ਵੀ ਤੁਸੀਂ ਆਪਣੇ ਅੰਦਰ ਸੋਚਦੇ ਹੋ ਉਹੀ ਤੁਹਾਨੂੰ ਮਿਲ ਜਾਂਦਾ ਹੈ। ਥੈਂਕ ਯੂ। ਦਾਤ ਰੱਖੀ ਹੈ ਤਾਂ ਆਪਣੇ ਜਿਸ ਭਾਵੇ ਤਿਸ ਦੇਈ, ਵੀ ਦਾਤੇ ਨੇ ਦਾਤਾਂ ਰੱਖੀਆਂ ਨੇ। ਝੂਠ ਫਰੇਬ ਸਾਰੇ ਸਾਡੇ ਅੰਦਰ ਭਰੇ ਪਏ ਨੇ, ਲੇਕਿਨ ਦਾਤੇ ਦੇ ਹੱਥ ਦੇ ਉੱਤੇ ਸੱਚ, ਸੰਤੋਖ, ਦਇਆ, ਧਰਮ ਸਭ ਕੁਛ ਹੈ। ਜੇ ਤੁਹਾਨੂੰ ਭਾਉਂਦਾ ਹੈ ਸੱਚ ਤੇ ਉਹ ਤੁਹਾਨੂੰ ਸੱਚ ਦੇ ਦਿੰਦਾ, ਪ੍ਰੇਮ ਦੇ ਦਿੰਦਾ। ਜੇ ਤੁਹਾਨੂੰ ਭਾਉਂਦਾ ਵੀ ਮੈਂ ਈਰਖਾ ਕਰਨੀ ਹੈ ਤੇ ਕਰੀ ਤੁਹਾਡੀ ਆਪਣੀ। ਥੈਂਕ ਯੂ ਜੀ। ਆਪਣੇ ਬੜੀ ਸੋਹਣੀ ਇੱਕ ਜਿਹੜੀ ਐਗਜ਼ਾਮਪਲ ਦਿੱਤੀ ਹੈ ਕੱਦੂ ਤੇ ਕਿੱਕਰ ਵਾਲੀ, ਉਹ ਵਾਕਿਆ ਹੀ ਆਦਮੀ ਨੂੰ ਉੱਚਾ ਲਿਜਾ ਸਕਦੀ ਜੇ ਅਸੀਂ ਜੁੜ ਗਏ ਤਾਂ। ਸਹੀ ਗੱਲ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਸਤਨਾਮ ਸਿੰਘ ਜੀ। ਨਰਿੰਦਰ ਸਿੰਘ ਜਸਲ ਤੁਸੀਂ ਅਨਮਿਊਟ ਹੋਏ ਸੀਗੇ, ਹੁਣ ਸ਼ਾਇਦ ਗਲਤੀ ਨਾਲ ਮਿਊਟ ਹੋ ਗਏ ਜਾਂ ਕਿੱਦਾਂ ਪਤਾ ਨਹੀਂ। ਤੁਸੀਂ ਗੱਲ ਕਰਨੀ ਤਾਂ ਆ ਜਾਓ, ਤੇ ਹੋਰ ਵੀ ਕਿਸੇ ਨੇ ਕੋਈ ਗੱਲਬਾਤ ਕਰਨੀ ਹੈਗੀ ਤਾਂ ਤੁਸੀਂ ਆ ਜਾਓ, ਮਿਹਰਬਾਨੀ। ਜਸਲ ਸਾਹਿਬ ਅਨਮਿਊਟ ਹੋ ਜਾ ਪਲੀਜ਼। ਅਨਮਿਊਟ ਹੋ ਲਓ ਭਾਈ ਸਾਹਿਬ ਪਹਿਲੋਂ। ਹੈਲੋ, ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਰੋਜ਼ ਦੀ ਤਰ੍ਹਾਂ ਹੀ ਤੁਹਾਡਾ ਬਹੁਤ ਹੀ ਚੰਗਾ ਪ੍ਰੋਗਰਾਮ ਹੈਗਾ ਜੀ। ਤੇ ਇਸ ਤੋਂ ਜਿਹੜੀ ਗੁਰਬਾਣੀ ਨੂੰ ਤੁਸੀਂ ਸੇਧ ਦੇ ਰਹੇ ਹੈਗੇ ਹੋ, ਅਸਲੀ ਮੀਨਿੰਗ ਤਾਂ ਇਹੀ ਨੇਗੇ। ਪਰ ਅਸੀਂ ਪਹਿਲਾਂ ਹੋਰ ਵੀ ਸੁਣੇ ਹੋਏ ਹੈਗੇ ਆ, ਜਿਵੇਂ ਕਰਮੀ ਆਵੇ ਕੱਪੜਾ, ਉਹ ਕਹਿੰਦੇ ਹੁੰਦੇ ਸੀ ਇਹ ਜਿਹੜੇ ਕਰਮਾਂ ਨਾਲ ਇਹ ਆਪਾਂ ਨੂੰ ਸਰੀਰ ਮਿਲਿਆ ਹੋਇਆ, ਉਹਦੇ ਵਿੱਚ ਇੱਕ ਆਤਮਾ ਹੈਗੀ ਹੈ,
ਉਹਨੂੰ ਤੁਸੀਂ ਦੇਖ ਰੇਖ ਕਰਨੀ, ਮਤਲਬ ਜਿਹੜਾ ਤੁਹਾਡਾ ਬਣਾਇਆ ਹੋਇਆ ਹੈਗੀ ਟ੍ਰਾਂਸਲੇਸ਼ਨ ਕੀਤੀ ਹੋਈ ਹੈ ਉਹ ਅਸਲ ਵਿੱਚ ਸਹੀ ਹੈਗੀ ਹੈ, ਤੇ ਹੁਣ ਉਹ ਪੁਰਾਣੇ ਜਿਹੜੇ ਪਰਦੇ ਸੀ ਪਟੇ ਹੋਏ ਹੁਣ ਉਹ ਦੂਰ ਹੁੰਦੇ ਜਾਂਦੇ ਆ। ਹਾਂਜੀ, ਤੇ ਜਿਹੜੀ ਤੁਸੀਂ ਕਹਿੰਦੇ ਵੀ ਆਖੇ ਮੰਗੇ ਦੇ ਦੇ, ਉਹਦੇ ਵਿੱਚ ਹੁਣ ਜਿਹੜੇ ਵੀ ਆਪਾਂ ਮੋਸਟਲੀ ਗੁਰਦੁਆਰੇ ਦੇ ਵਿੱਚ ਅਰਦਾਸਾਂ ਹੁੰਦੀਆਂ ਨੇਗੀਆਂ, ਉਹਦੇ ਵਿੱਚ ਇਹੀ ਹੁੰਦੀਆਂ ਨੇ ਵੀ ਸਾਨੂੰ ਕਾਰ ਦੇ ਦੇ, ਸਾਨੂੰ ਘਰ ਦੇ ਦੇ, ਸਾਨੂੰ ਪੁੱਤ ਦੇ ਦੇ, ਜਾਂ ਇਹ ਕਰ ਦੇ, ਸਾਨੂੰ ਇਹ ਬਣਾ ਦੇ। ਮਤਲਬ ਉਹਦੇ ਵਿੱਚ ਕੋਈ ਜਿਹੜੀ ਸੇਵਾ ਭਾਵਨਾ ਵਾਲੀ ਮੰਗ ਕਿਸੇ ਦੀ ਨਹੀਂ ਹੁੰਦੀ ਹੈਗੀ ਉਹਦੇ ਵਿੱਚ ਵੀ ਕਿਸੇ ਦਾ, ਮਤਲਬ ਕਹਿ ਦਿੰਦੇ ਹੈਗੇ ਵੀ ਸਰਬੱਤ ਦਾ ਭਲਾ, ਪਰ ਉਹ ਮਤਲਬ ਆਈ ਡੋਂਟ ਥਿੰਕ ਦੇयर ਇਜ਼ ਐਨ ਇੰਟੈਂਟ ਹਨਾ ਵੀ ਕਿਸੇ ਦੀ ਇਹ ਦਿਲੀ ਖਾਸ਼ ਹੁੰਦੀ ਹੈ ਵੀ ਭਲਾ ਹੋਵੇ। ਅਸਲ ਵੀਰ ਜੀ ਅਸੀਂ ਨਾ ਅਰਦਾਸ ਦਾ ਜਿਹੜਾ ਮੁੱਖ ਮੰਤਵ ਸੀ ਨਾ ਉਹਨੂੰ ਗਵਾ ਬੈਠੇ ਆ। ਅਰਦਾਸ ਨਾਲ ਤੁਹਾਡੇ ਨਾਲ ਮੈਂ ਪਹਿਲਾਂ ਵੀ ਇੱਕ ਸਾਂਝੀ ਕੀਤੀ ਸੀ ਵਿਚਾਰ, ਮੈਂ 2 ਮਿੰਟ ਵਿੱਚ ਕਰਦਾ, ਉਹ ਸਾਨੂੰ ਬਹੁਤ ਵੱਡੀ ਚੀਜ਼ ਉਹ ਚੋਂ ਮਿਲੇਗੀ। ਦੇਖੋ ਅਸੀਂ ਜਦੋਂ ਅਰਦਾਸ ਕਰਨੇ ਆ ਨਾ, ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੁਣ ਸਵਾਲ ਪੈਦਾ ਹੁੰਦਾ ਵੀ ਅਰਦਾਸੀਆ ਵੀਰ ਸਾਡੇ ਤੋਂ ਵਾਹਿਗੁਰੂ ਕਿਉਂ ਬੁਲਵਾ ਰਿਹਾ ਹੈ, ਅਸੀਂ ਵਾਹਿਗੁਰੂ ਕਿਉਂ ਬੋਲ ਰਹੇ ਹਾਂ। ਦੇਖੋ ਅਸੀਂ ਸਾਰੇ ਵੀਰਾਂ ਨੇ ਤੇ ਸਿਟੀਜ਼ਨਸ਼ਿਪ ਲਈ, ਤੇ ਜਿੱਦਣ ਸਾਨੂੰ PR ਮਿਲੀ ਨਾ ਉਦਣ ਕੀ ਹੋਇਆ ਕਿ ਸਾਨੂੰ ਮਤਲਬ ਆਪਣਾ ਸਿਟੀਜ਼ਨਸ਼ਿਪ ਮਿਲੀ, ਉਦਣ ਸਾਨੂੰ ਕਸਮ ਚੁਕਾਈ ਗਈ ਇੱਕ, ਤੇ ਉਹ ਸਾਡਾ ਕੋਈ ਨੁਮਾਇੰਦਾ ਅੱਗੇ ਬੋਲਦਾ ਗਿਆ ਤੇ ਅਸੀਂ ਉਹਦੇ ਪਿੱਛੇ ਬੋਲਦੇ ਰਹੇ ਕਿ ਅੱਜ ਤੋਂ ਅਸੀਂ ਇਸ ਦੇਸ਼ ਦੇ ਵਾਸੀ ਬਣਿਆ, ਅਸੀਂ ਇਸ ਦੇਸ਼ ਦੇ ਵਾਸਤੇ ਆਪਣਾ ਆਪਾ ਕੁਰਬਾਨ ਕਰ ਦਾਂਗੇ, ਦੇਸ਼ ਦੇ ਕਾਨੂੰਨਾਂ ਦਾ ਪਾਲਨ ਕਰਾਂਗੇ। ਇਹ ਪ੍ਰੋਮਿਸ ਕੀਤੀ ਨਾ ਅਸਾਂ ਸਾਰਿਆਂ ਨੇ। ਅਰਦਾਸ ਵੀ ਸਾਡੀ ਇੱਕ ਪ੍ਰੋਮਿਸ ਹੈ। ਜਿਵੇਂ MLA MP ਜਿੱਤ ਕੇ ਜਾਂਦੇ ਨੇ ਤੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਕਸਮ ਚੁਕਾਉਂਦਾ ਹੈ, ਅਰਦਾਸ ਸਾਡੀ ਕਸਮ ਸੀ। ਜਦੋਂ ਕਿਹਾ ਜਾਂਦਾ ਨਾ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ, ਤਾਂ ਉਹਦਾ ਮਤਲਬ ਇਹ ਹੁੰਦਾ ਹੈ ਕਿ ਮੈਂ ਵਾਹਿਗੁਰੂ ਦੀ ਕਸਮ ਖਾ ਕੇ ਪ੍ਰੋਮਿਸ ਕਰਦਾ ਹਾਂ ਕਿ ਮੈਂ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦੀਦਾਰ ਕਰਾਂਗਾ, ਯਾਨੀ ਬਾਣੀ ਅਨੁਸਾਰ ਜ਼ਿੰਦਗੀ ਜੀਵਾਂਗਾ। ਅਸੀਂ ਕਸਮ ਖਾ ਰਹੇ ਹਾਂ ਕਿ ਮੈਂ ਵਾਹਿਗੁਰੂ ਦੀ ਕਸਮ ਖਾ ਕੇ ਪ੍ਰੋਮਿਸ ਕਰਦਾ ਕਿ ਮੈਂ 5 ਤਖਤਾਂ ਔਰ ਗੁਰਦੁਆਰਿਆਂ ਨੂੰ ਆਪਣੇ ਧਿਆਨ ਵਿੱਚ ਰੱਖਾਂਗਾ। ਤੇ ਅਸੀਂ ਤੁਰੇ ਫਿਰਨੇ ਬਾਬਿਆਂ ਦੇ ਡੇਰਿਆਂ ਤੇ ਕਸਮਾਂ ਇੱਥੇ ਚੁੱਕ ਰਹੇ ਹਾਂ। 5 ਪਿਆਰਿਆਂ 4 ਸਾਹਿਬਜ਼ਾਦਿਆਂ ਨੂੰ ਧਿਆਨ ਕਰਕੇ ਵਾਹਿਗੁਰੂ ਬੋਲਣ ਦਾ ਮਤਲਬ ਕਿ ਮੈਂ ਵਾਹਿਗੁਰੂ ਦੀ ਕਸਮ ਖਾ ਕੇ ਪ੍ਰੋਮਿਸ ਕਰਨਾ ਕਿ ਮੈਂ 5 ਪਿਆਰਿਆਂ 4 ਸਾਹਿਬਜ਼ਾਦਿਆਂ ਵਰਗੀ ਜ਼ਿੰਦਗੀ ਜੀਵਾਂਗਾ। ਇਹ ਅਸੀਂ ਗਵਾ ਬੈਠੇ ਹਾਂ ਤੇ ਕਾਰਾਂ ਮੰਗਣ ਤੱਕ ਰਹਿ ਗਿਆ। ਹਾਂ, ਕਾਰ ਤੁਹਾਨੂੰ ਮਿਲੇਗੀ, ਪਰ ਜੇ ਰਿਕੁਆਇਰਮੈਂਟ ਪੂਰੀ ਕਰੋਗੇ। ਤੁਸੀਂ ਕੋਈ ਜੌਬ ਵਾਸਤੇ ਕਿਸੇ ਗਏ ਕਿ ਸਟੋਰ ਦੇ ਵਿੱਚ, ਮੰਨ ਲਓ ਤੁਸੀਂ ਟੈਸਕੋ ਜਾਂਦੇ ਹੋ ਕਿ ਮੈਂ ਜੌਬ ਕਰਨੀ ਚਾਹੁੰਦਾ, ਉਹ ਕਹਿੰਦੇ ਵੀ ਜੌਬ ਸਾਡੇ ਕੋਲ ਹੈ, ਅਸੀਂ ਦੇ ਦਿਆਂਗੇ, ਸਾਡੀ ਇਹ ਰਿਕੁਆਇਰਮੈਂਟ ਹੈ ਵੀ ਤੂੰ ਕੰਪਿਊਟਰ ਬਾਰੇ ਜਾਣਦਾ ਹੈ, ਇੰਗਲਿਸ਼ ਬੋਲ ਲੈਂਦਾ ਹੈ, ਇਹ ਕੰਮ ਰਿਕੁਆਇਰਮੈਂਟ ਪੂਰੀ ਕਰੋ ਤਾਂ ਤੁਹਾਨੂੰ ਜੌਬ ਮਿਲ ਜਾਏਗੀ, ਜੇ ਰਿਕੁਆਇਰਮੈਂਟ ਪੂਰੀ ਕਰੋ ਤਾਂ ਨਹੀਂ ਮਿਲੇਗੀ। ਤਾਂ ਅਰਦਾਸ ਅਸੀਂ ਕੀਤੀ ਕਾਰ ਦੀ, ਤਾਂ ਕਾਰ ਵਾਸਤੇ ਰਿਕੁਆਇਰਮੈਂਟ ਹੈ ਵੀ ਉਹ ਤੁਹਾਡੀ 50,000 ਪਾਉਂਡ ਦੀ ਆਉਣੀ ਹੈ। ਜੇ ਤੁਸੀਂ ਕਿਸ਼ਤ ਲੈਣੀ ਹੈ ਤੇ ਤੁਹਾਡੇ ਕੋਲ ਬੈਂਕ ਤੋਂ ਲੋਨ ਲੈ ਕੇ ਆਣੀ, ਤੁਹਾਨੂੰ ਕਿਸ਼ਤ ਭਰਨੀ ਪੈਗੀ, ਇਹ ਕਰਨਾ ਪਵੇਗਾ, ਇੰਨੀ ਮਿਹਨਤ ਕਰੋਗੇ, ਰਿਕੁਆਇਰਮੈਂਟ ਪੂਰੀ ਕਰੋ ਤੇ ਕਾਰ ਲੈ ਲਓ। ਤੇ ਜੇ ਇਕੱਲੀ ਅਰਦਾਸ ਕਰਕੇ ਆ ਜਾਓ ਰੱਬ ਅੱਗੇ ਮੰਗ ਕੇ ਮੈਨੂੰ ਕੋਠੀ ਦੇ, ਕਾਰ ਦੇ, ਤੇ ਘਰ ਆਣ ਕੇ ਬੈਠੇ ਰਹੋ, ਕੰਮ ਕਰੋ ਨਾ, ਤਾਂ ਫਿਰ ਪੂਰੀ ਦੇਖਾਂ। ਬੱਚਾ ਤੁਹਾਡਾ ਅਰਦਾਸ ਕਰਦੇ ਵੀ ਰੱਬਾ ਮੈਨੂੰ ਇੰਜੀਨੀਅਰ ਬਣਾ, ਰੋਜ਼ ਅਰਦਾਸ ਕਰੀ ਜਾਏ, ਲੇਕਿਨ ਸਕੂਲੇ ਪੜ੍ਹਨ ਜਾਏ ਨਾ, ਤਾਂ ਉਹ ਰਿਕੁਆਇਰਮੈਂਟ। ਅਰਦਾਸ ਸਾਡੀ ਇੱਕ ਪ੍ਰੋਮਿਸ ਹੈ ਰੱਬ ਦੇ ਨਾਲ, ਆਪਣੇ ਆਪੇ ਦੇ ਨਾਲ। ਇਸ ਚੀਜ਼ ਨੂੰ ਅਸੀਂ ਗਵਾ ਬੈਠੇ ਹਾਂ। ਜੇਕਰ ਅਸੀਂ ਇਹਨਾਂ ਚੀਜ਼ਾਂ ਨੂੰ ਫੋਲੋ ਕਰੀਏ ਤਾਂ ਅਰਦਾਸ ਦੇ ਵਿੱਚੋਂ ਇੱਕ ਨਵੀਂ ਜ਼ਿੰਦਗੀ ਨਿਕਲ ਸਕਦੀ ਸੀ। ਮੈਨੂੰ ਐਵੇਂ ਸਮਝ ਆਉਂਦੀ। ਹਾਂਜੀ, ਠੀਕ ਹੈ। ਨਾਲ ਜੇ ਆਪਾਂ ਰੱਬ ਮੰਨਦੇ ਵੀ ਹੈਗੇ ਆ ਤਾਂ ਹੁਣ ਕੱਲੀ ਪੰਜਾਬੀ ਥੋੜਾ ਆਉਂਦੀ ਹੈ। ਚਲੋ ਜੀ, ਬਸ ਇਹੀ ਸੀ। ਹਾਂਜੀ, ਥੈਂਕ ਯੂ ਜੀ। ਸੌਰੀ, ਮੈਂ ਸ਼ਾਇਦ ਫਰੀਜ਼ ਹੋ ਗਿਆ ਕੁਝ। ਹਾਂਜੀ, ਵੀ ਦੇਖੋ ਜੀ, ਆਪਣੀ ਜਿਹੜੀ ਧਰਮ ਹੈਗਾ ਜਾਂ ਸਾਡੀ ਜਿਹੜੀ ਸੋਚ ਵਿਚਾਰ ਜਿੰਨੀ ਵੀ ਭਾਈ ਸਾਹਿਬ ਨੇ ਦੱਸੀ ਹੈ, ਗੁਰੂ ਨਾਨਕ ਦੇਵ ਜੀ ਦੀ ਵਿਚਾਰ ਇਹੀ ਹੈ। ਪ੍ਰੈਕਟੀਕਲ ਲਾਈਫ ਉਹਨਾਂ ਨੇ ਵੀ ਜੀਵੀ ਹੈ ਤੇ ਪ੍ਰੈਕਟੀਕਲ ਲਾਈਫ ਸਾਨੂੰ ਵੀ ਜੀਣ ਦਾ ਹੁਕਮ ਦਿੱਤਾ ਜਾਂ ਆਦੇਸ਼ ਦਿੱਤਾ, ਪਰ ਉਹਨੂੰ ਥੋੜਾ ਜਿਹਾ ਕਨਵਰਟ ਕਿਸੇ ਹੋਰ ਤਰ੍ਹਾਂ ਕਰਕੇ ਸਾਡੇ ਦਿਮਾਗ 'ਚ ਕੁਛ ਹੋਰ ਬਿਠਾ ਲਿਆ। ਤਦੇ ਅਰਦਾਸ ਕਰਕੇ ਅਸੀਂ, ਜੇ ਜਿੱਦਾਂ ਗਿਆਨੀ ਜੀ ਨੇ ਵੀ ਕਿਹਾ ਹੈ ਨਾ ਕਿ ਜੇ ਤੁਸੀਂ ਅਰਦਾਸ ਕਰਕੇ ਕੁਛ ਕਰਦੇ ਨਹੀਂ ਤਾਂ ਫਿਰ ਤੁਹਾਨੂੰ ਆਪਣੇ ਆਪ ਕਿੱਦਾਂ ਮਿਲ ਜੂਗੀ ਕੋਈ ਚੀਜ਼। ਹਾਂਜੀ, ਇਹ ਸਮਝਣੇ ਵਾਲੀ ਗੱਲ ਆ। ਠੀਕ ਹੈ ਜੀ, ਇੱਥੇ ਆਪਾਂ ਸਮਾਪਤੀ ਕਰਦੇ ਹਾਂ ਕਿਉਂਕਿ ਹੋਰ ਕੋਈ ਅਨਮਿਊਟ ਨਹੀਂ ਹੈਗਾ। ਤੇ ਜਿੰਨੀ ਵੀ ਅੱਜ ਆਪਾਂ ਜਸਵਿੰਦਰ ਸਿੰਘ ਜੀ, ਤੁਸੀਂ ਹਾਂਜੀ, ਮੈਂ ਨਾ 1-2 ਬੇਨਤੀਆਂ ਕਰਨੀਆਂ ਸੀ, ਜੇ ਕੋਈ ਹੈ ਸਵਾਲ ਵਾਲਾ ਤੇ ਕਰ। ਜਸਵਿੰਦਰ ਸਿੰਘ ਇੱਕ ਵਾਰੀ ਤੇ ਅਨਮਿਊਟ ਹੋਏ ਆ ਜੀ, ਉਹਨਾਂ ਨੇ ਗੱਲ ਕਰਨੀ। ਹਾਂਜੀ ਜਸਵਿੰਦਰ ਸਿੰਘ ਜੀ।
ਹਾਂਜੀ ਭਾਈ ਸਾਹਿਬ, ਮਿੱਦਾਂ ਵੀ ਸਿੱਖ ਜਗ ਦੇ ਵਿੱਚ ਜਿੱਦਾਂ ਅੰਮ੍ਰਿਤ ਵੇਲੇ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਦੱਸੀ ਗਈ ਆ ਵੀ ਚਲੋ ਵੀ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਸਵੇਰ ਦੇ ਵਿੱਚ ਤੁਸੀਂ ਆਪਣਾ ਨਾਂ ਜਪੋਗੇ ਤਾਂ ਸਾਰਾ ਦਿਨ ਤੁਹਾਡਾ ਚਲੋ ਪ੍ਰਮਾਤਮਾ ਨੂੰ ਯਾਦ ਕਰਦੇ ਉਹਦੇ ਵਿੱਚ ਜਿੱਦਾਂ ਵੀ ਗੁਜ਼ਰੂਗਾ। ਪਰ ਜਦੋਂ ਆਪਾਂ ਅੰਮ੍ਰਿਤ ਵੇਲਾ, ਹੁਣ ਜਿੱਦਾਂ ਤੁਸੀਂ ਐਕਸਪਲੇਨ, ਅੰਮ੍ਰਿਤ ਵੇਲਾ ਹਰ ਟਾਈਮ ਅੰਮ੍ਰਿਤ ਵੇਲਾ ਇਹ ਜਦੋਂ ਅਸੀਂ ਪ੍ਰਮਾਤਮਾ ਦੇ ਗੁਣਾਂ ਚੇਤੇ ਕਰਕੇ ਜ਼ਿੰਦਗੀ ਇੰਪਲੀਮੈਂਟ ਕਰਕੇ ਉਹਦੇ ਮੁਤਾਬਕ ਜੀਵਨ ਨੂੰ ਤੋਰਾਂਗੇ ਤਾਂ ਪਰ ਜਿੱਦਾਂ ਬਈ ਇਹ ਚੀਜ਼ ਨਹੀਂ ਵੀ ਜਿੱਦਾਂ ਹੁਣ ਕੰਮਾਂ ਕਾਰਾਂ ਤੋਂ ਆਏ ਆ ਰਾਤ ਨੂੰ ਸ਼ਿਫਟ ਲਾ ਕੇ ਤਾਂ ਸਵੇਰ ਨੂੰ ਕਈ ਵਾਰ ਲੇਟ ਹੋ ਜਾਂਦਾ ਤੇ ਇਹ ਕਹਿਣਾ ਜਦੋਜਹਿਦ ਕਰਕੇ ਕਹਿਣਾ ਵੀ ਅੰਮ੍ਰਿਤ ਵੇਲੇ ਉੱਠ ਖੜੀਏ ਵੀ ਰੱਬ ਦਾ ਨਾਮ ਵੀ ਜਪ ਲਈਏ, ਚਲੋ ਵੀ ਦਿਨ ਸਾਰਾ ਵਧੀਆ ਨਿਕਲੂਗਾ। ਜਿੱਦਾਂ ਬਈ ਇਹ ਜਿੱਦਾਂ ਵੀ ਅੰਮ੍ਰਿਤ ਵੇਲਾ ਤਾਂ ਵੀ ਹਰ ਟਾਈਮ ਹੀ ਅੰਮ੍ਰਿਤ ਵੇਲਾ ਜਦੋਂ ਅਸੀਂ ਰੱਬ ਦੇ ਨਾਮ ਨਾਲ ਜੁੜ ਗਏ ਤੇ ਮੇਰਾ ਇਹੀ ਸੁਭਾਅ ਸੀ ਵੀ ਉਹ ਵੇਲਾ ਤੁਹਾਡਾ ਅੰਮ੍ਰਿਤ ਹੋ ਜਾਂਦਾ ਹੈ। ਜਦੋਂ ਤੁਸੀਂ ਝੂਠ ਨਾਲ ਜੁੜਦੇ ਹੋ ਉਹ ਵੇਲਾ ਤੁਹਾਡਾ ਜ਼ਹਿਰ ਹੋ ਜਾਂਦਾ। ਦੇਖੋ ਕਿਸੇ ਦੀ ਧੀ ਭੈਣ ਨੂੰ ਵੇਖ ਕੇ ਤੁਹਾਡੀ ਨਜ਼ਰ ਮਿਲੀ ਹੋਈ ਤਾਂ ਕਿੰਨਾ ਖਤਰਨਾਕ ਉਹ ਵੇਲਾ ਹੋਏਗਾ, ਕਿੰਨੇ ਖਤਰਨਾਕ ਤੁਸੀਂ ਹੋ ਗਏ ਹੋਵੋਗੇ, ਤੁਹਾਡੇ ਅੰਦਰ ਉਹ ਵਿਚਾਰ ਆਈ। ਤੇ ਜੇ ਕਿਸੇ ਧੀ ਭੈਣ ਨੂੰ ਵੇਖ ਕੇ ਤੁਹਾਡੇ ਅੰਦਰ ਆਪਣੀ ਧੀ ਭੈਣ ਵਾਲੀ ਜਾਂ ਰੱਬ ਵਾਲੀ ਵਿਚਾਰ ਆਉਂਦੀ ਤੇ ਕਿੰਨਾ ਸੁਹਾਵਣਾ ਸਮਾਂ ਹੋਏਗਾ, ਕਿੰਨੀ ਸੋਹਣੀ ਸੋਚ ਹੋਏਗੀ ਜਿਹਨੇ ਤੁਹਾਨੂੰ ਅੰਮ੍ਰਿਤ ਵਰਗਾ ਬਣਾਇਆ। ਅਸੀਂ ਕਹਿੰਦੇ ਹਾਂ ਅੰਮ੍ਰਿਤ ਵੇਲੇ ਨੂੰ ਸਵੇਰ ਦਾ ਵੇਲਾ, ਪਰ ਦੇਖੋ ਵੀਰ ਜੀ ਹੁਣ ਨਾ ਹਰ ਦੇਸ਼ ਵਿੱਚ ਅਲੱਗ-ਅਲੱਗ ਟਾਈਮ ਹੈ। ਫਾਰ ਐਗਜ਼ਾਮਪਲ ਤੁਸੀਂ ਹੁਣ ਡਿਊਟੀ ਤੇ ਜਾ ਰਹੇ ਹੋ ਤੇ ਤੁਹਾਡੀ ਡਿਊਟੀ ਰਾਤ ਨੂੰ 12 ਵਜੇ ਤੋਂ ਲੈ ਕੇ ਤੇ ਸਵੇਰ ਦੇ 10 ਵਜੇ ਤੱਕ ਜਾਂ 8 ਵਜੇ ਤੱਕ, ਤਾਂ ਫਿਰ ਤੁਸੀਂ ਅੰਮ੍ਰਿਤ ਵੇਲਾ ਕਿਵੇਂ ਸੰਭਾਲੋਗੇ? ਫਿਰ ਤੁਹਾਡੇ ਉੱਤੇ ਉਹ ਨਿਤਨੇਮ ਵਾਲਾ ਕਾਨੂੰਨ, ਤੁਸੀਂ ਬਾਣੀ ਕਿਸੇ ਵੀ ਟਾਈਮ ਪੜ੍ਹ ਸਕਦੇ ਹੋ। ਹਾਂ, ਜਿਨ੍ਹਾਂ ਕੋਲ ਸਵੇਰੇ ਟਾਈਮ ਹੈ ਉਹਨਾਂ ਨੂੰ ਇਹਦਾ ਮਤਲਬ ਇਹ ਨਹੀਂ ਕਿ ਉੱਠੋ ਨਾ, ਉਹਨਾਂ ਨੂੰ ਉੱਠਣਾ ਚਾਹੀਦਾ, ਉਹਨਾਂ ਨੂੰ ਬਾਣੀ ਪੜ੍ਹਨੀ ਚਾਹੀਦੀ। ਉਹਦਾ ਰੀਜ਼ਨ ਇਹ ਹੈਗਾ ਕਿ ਤੁਸੀਂ ਜਦੋਂ ਸਵੇਰੇ ਅੰਮ੍ਰਿਤ ਵੇਲੇ ਸਵੇਰੇ ਉੱਠਦੇ ਹੋ ਨਾ, ਉਹਦਾ ਤੁਹਾਨੂੰ ਬੈਨੀਫਿਟ ਹੈ। ਇੱਕ ਤਾਂ ਉਸ ਟਾਈਮ ਸ਼ਾਂਤ ਮਾਹੌਲ ਹੈ, ਦੂਜਾ ਤੁਸੀਂ ਟਾਈਮ ਨਾਲ ਉੱਠੋਗੇ, ਕਸਰਤ ਕਰੋਗੇ, ਬਾਣੀ ਪੜੋਗੇ, ਨਿਤਨੇਮ ਕਰ ਲਿਆ, ਤਿਆਰ ਹੋ ਗਏ, ਤੁਸੀਂ ਆਪਣੇ ਆਫਿਸ ਜਾਣਾ ਹੈ, ਦਫ਼ਤਰ ਜਾਣਾ ਹੈ, ਆਰਾਮ ਦੇ ਲੈ ਜਾਓਗੇ, 10 ਮਿੰਟ ਪਹਿਲਾਂ ਤੁਰੋਗੇ, ਟ੍ਰੈਫਿਕ ਦੀ ਤੁਹਾਨੂੰ ਸਹੂਲਤ ਹੋ ਜਾਏਗੀ। ਤੇ ਜੇ ਤੁਸੀਂ ਲੇਟ ਉੱਠਦੇ ਹੋ ਫਿਰ ਤੁਸੀਂ ਸਿਆਪਾ ਪਾਓਗੇ ਸਾਰੇ ਘਰ ਵਾਲਿਆਂ ਨੂੰ, ਕਦੀ ਘਰ ਵਾਲੀ ਨੂੰ ਕੁੱਟ ਰਹੇ ਹੋ ਤੇ ਕਦੀ ਬੱਚਿਆਂ ਨੂੰ ਸੁੱਟ ਰਹੇ ਹੋ ਤੇ ਕਦੇ ਕੁਛ ਕਰ ਰਹੇ ਹੋ ਤੇ ਕਾਰ ਵੀ ਤੇਜ਼ ਚਲਾ ਕੇ ਰਾਹ ਵਿੱਚ ਵੀ ਐਕਸੀਡੈਂਟ ਕਰ ਬੈਠੇ ਹੋ। ਇਸ ਸਵੇਰੇ ਉੱਠਣ ਦੇ ਸਾਨੂੰ ਬਹੁਤ ਸਾਰੇ ਲਾਭ ਨੇ। ਜਿਨ੍ਹਾਂ ਕੋਲ ਟਾਈਮ ਹੈ ਉਹਨਾਂ ਨੂੰ ਉੱਠਣਾ ਚਾਹੀਦਾ ਹੈ, ਉਹਨਾਂ ਨੂੰ ਬਾਣੀ ਨਾਲ ਜੁੜਨਾ ਚਾਹੀਦਾ ਹੈ। ਜਿਨ੍ਹਾਂ ਕੋਲ ਟਾਈਮ ਨਹੀਂ ਹੈ ਉਹ ਕਿਸੇ ਵੀ ਟਾਈਮ ਪੜ੍ਹ ਸਕਦੇ ਨੇ। ਹਰ ਵੇਲਾ ਹੀ ਅੰਮ੍ਰਿਤ ਵੇਲਾ ਹੋ ਸਕਦਾ ਹੈ ਔਰ ਉਹ ਵੇਲਾ ਤੁਹਾਡਾ ਅੰਮ੍ਰਿਤ ਸੱਚ ਦੇ ਨਾਲ ਜੁੜਿਓ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤਾਂ ਮੈਂ ਆਪਣੇ ਵੱਲੋਂ, ਕਿਉਂਕਿ ਵੀਰ ਜੀ ਨੂੰ ਪਤਾ ਨਹੀਂ ਤੇ ਭੈਣ ਆਪਣਾ ਪੁਨੀਤ ਕੌਰ ਸੂਦਨ ਨੂੰ ਜੀ ਆਇਆਂ ਆਖਦਾ ਕਲਾਸ ਵਿੱਚ। ਬੜੀ ਖੁਸ਼ੀ ਹੋਈ ਭੈਣ ਤੁਸੀਂ ਆਏ। ਅਨਮਿਊਟ ਹੋ ਜਾਓ, ਅਨਮਿਊਟ ਕਰਕੇ ਤੇ 2 ਸ਼ਬਦ ਤੁਸੀਂ ਵੀ ਕਹੋ ਤੇ ਆਪਣੇ ਬਾਰੇ ਥੋੜੀ ਜਾਣਕਾਰੀ ਦਿਓ। ਤੁਸੀਂ ਆਪਣੇ ਬਾਰੇ ਜਾਣਕਾਰੀ ਅਨਮਿਊਟ ਕਰ ਲਓ ਆਪਣੇ ਆਪ ਨੂੰ ਪਹਿਲਾਂ। ਹਾਂਜੀ ਤੁਸੀਂ ਅਨਮਿਊਟ ਹੈ ਜੀ, ਹੁਣ ਗੱਲ ਕਰੋ। ਤੇ ਹਾਂਜੀ, ਵੀਡੀਓ ਵੀ ਔਨ ਕਰ ਲਓ, ਵੀਡੀਓ ਵੀ ਔਨ ਕਰ ਲਓ ਜੀ ਤੁਸੀਂ ਆਪਣੀ। ਹਾਂਜੀ 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 ਬਿਲकुल जी। हाँ जी पुनीत, हाँ जी मेरा नाम, मैं जम्मू तो हाँ, जम्मू एंड कश्मीर इंडिया। ते भाई साहब जी वीर जी फेसबुक ते मेरे नाल जुड़े थे एंड आफ्टर दैट कंटिन्यूड टिल डेट। वाहिगुरू करे अगे भी इंज रहे। ते मैं बिल्कुल भी इन्हां दा कोई भी क्लास लेक्चर मिस नहीं करना चाहती, बट इत्थे प्रॉब्लम ये है कि 2G है साडे जम्मू विच, 4G नहीं है। ते इसलिए सानू किसी टाइम प्रॉब्लम आ जाती है, असीं लाइव किसी वक्त नहीं हो सकते। या जिस तरह आज बहुत अच्छा सी सिग्नल ते आज मैं प्रॉपर सारी क्लास अटेंड की है ते बहुत अच्छा लग्या। सब दा सुन भी रही सी, जिहड़े क्वेश्चन आंसर्स चल रहे सी या जो भी डिस्कशंस चल रही सन। मैं इन्नी ज्यादा कोई जानकार ते नहीं है गुरबाणी तो, मतलब बहुत प्यार है अपनी सिक्खी नाल, बट शायद नॉलेज बैंक इन्ना ज्यादा नहीं है मेरा। बट जरा हुन ज्वाइन किया है तो ऑब्वियसली मैं कुछ मिस नहीं करना चाहती, राइट फ्रॉम द स्क्रैच स्टार्ट करना चाहती हाँ। इसलिए कोशिश करती हाँ, बिकॉज ये इस टाइम रहरा सब का टाइम होंदा है तो यही होंदा है कि भाई उस तो पहले क्लास साडी लग जाए या उस तो पहले असीं पाठ कर लिए। तो बहुत अच्छा लग्या एंड इट्स अ स्मॉल वर्ल्ड, रियली अ स्मॉल वर्ल्ड, जो असीं सारे एक दूसरे को देख सकते हैं, सुन सकते हैं। बहुत अच्छा लग्या जिद्दां सारे तुसीं लोग अपने व्यूज ते अपने क्वेश्चंस रखते हो। कोशिश करांगी मैं भी जदों इसके ऊपर पे डेलिब्रेट करना शुरू करांगी तो शायद मेरे अंदर भी क्वेरीज आएंगे। हाले तो सिर्फ सीख रहे हैं,
ਕੁਐਸਚਨ ਕਰਨ ਦਾ ਹਲੇ ਸਾਨੂੰ ਜਿਗਰਾ ਨਹੀਂ ਪੈ ਰਿਹਾ ਗੁਰਬਾਣੀ ਨੂੰ ਕੁਐਸਚਨ ਕਰਨਾ ਗੁਰਬਾਣੀ ਨੂੰ ਕੁਐਸਚਨ ਕਰਨਾ ਜਾਂ ਭਾਈ ਵੀਰ ਜੀ ਇਹਨਾਂ ਨੂੰ ਮੋਹਰ ਸਿੰਘ ਜੀ ਹੋਰਾਂ ਨੂੰ ਕੁਐਸਚਨ ਕਰਨਾ, ਦੈਟਸ ਨਾਟ, ਐਟਲੀਸਟ ਮੈਂ ਤੇ ਨਹੀਂ ਕਰ ਸਕਦੀ। ਤੇ ਥੈਂਕ ਯੂ ਸੋ ਮਚ। ਤੁਸੀਂ ਐਸੀ ਭੈਣ ਭਰਾ ਹੈਗੇ ਸਾਰੇ, ਕੋਈ ਉਮਰ ਵਿੱਚ ਵੱਡਾ ਕੋਈ ਛੋਟਾ, ਇਹਦੇ ਵਿੱਚ ਕੋਈ ਚੀਜ਼ ਵਾਲੀ ਗੱਲ ਨਹੀਂ। ਤੁਸੀਂ ਆਪਣੇ ਵਿਊ ਦੇ ਸਕਦੇ ਹੋ। ਮੇਰੇ ਖਿਆਲ ਚ ਮੈਨੂੰ ਇੰਝ ਲੱਗਦਾ ਹੈ ਕਿ ਜਿਵੇਂ ਤੁਸੀਂ ਟੀਚਰ ਹੋ ਸ਼ਾਇਦ ਨਾ, ਕਿਸੇ ਜੌਬ ਟੀਚਰ। ਸਰ ਮੈਂ ਵੀਰ ਜੀ ਮੈਂ ਯੂਨੀਵਰਸਿਟੀ ਆਫ ਮੂ ਵਿੱਚ ਹਾਂ ਟੀਚਰ ਤੇ ਨਹੀਂ ਹਾਂ, ਬਟ ਉੱਥੇ ਮੈਂ ਕੰਪਿਊਟਰ ਟੈਕਨੋਕ੍ਰੈਟ ਹਾਂ, ਮੈਂ ਆਈਟੀ ਪ੍ਰੋਫੈਸ਼ਨਲ ਹਾਂ, ਟੀਚਰ ਤੇ ਨੇ। ਹਾਂਜੀ ਹਾਂਜੀ ਕੰਪਿਊਟਰ ਪ੍ਰੋਫੈਸ਼ਨਲ ਹਾਂ ਮੈਂ। ਤੁਸੀਂ ਆਪਣੇ ਵਿਊਜ਼ ਦੇ ਸਕਦੇ ਹੋ, ਇੰਨੇ ਐਜੂਕੇਟ ਤੁਸੀਂ ਭੈਣ ਸਾਨੂੰ ਮਿਲੇ ਤਾਂ ਆਪਣੇ ਵਿਊਜ਼ ਦੇ ਸਕਦੇ ਹੋ। ਬੜਾ ਚੰਗਾ ਲੱਗਾ ਤੁਹਾਡੇ ਨਾਲ ਮਿਲ ਕੇ। ਵਾਹਿਗੁਰੂ ਚੜ੍ਹਦੀ ਕਲਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਫਤਿਹ। ਕਸ਼ਮੀਰ ਦਾ ਕੀ ਹਾਲ ਹੈ ਅੱਜ ਕੱਲ? ਹਾਂਜੀ ਕਸ਼ਮੀਰ ਵਿੱਚ ਕੀ ਹਾਲ ਹੈ ਅੱਜ ਕੱਲ? ਕਸ਼ਮੀਰ ਵਿੱਚ ਆਂਟੀ ਬਹੁਤ मतलब कश्मीर इज पीसफुल, ऐसा कुछ नहीं है। मीडिया ज्यादा हाइप देता है। ਅਸੀਂ ਤਾਂ ਤਕਰੀਬਨ ਹਰ ਸਾਲ ਜਾਈਦਾ। ਇਸ ਸਾਲ ਇੱਕ ਕੋਰੋਨਾ ਦੀ ਵਜ੍ਹਾ ਨਾਲ ਮਿਸ ਹੋ ਗਿਆ। ਅਦਰਵਾਈਜ਼ ਕਸ਼ਮੀਰ ਇਜ਼ ਪੀਸਫੁਲ, एट लीस्ट फॉर ਸਿੱਖਾਂ ਵਾਸਤੇ ਕੋਈ ਪ੍ਰੋਬਲਮ ਨਹੀਂ ਹੈ। कश्मीर बहुत अच्छा है। हाँ ठीक है, बस यही है ਜਿਹੜਾ ਕੋਰੋਨਾ ਦਾ ਉੱਥੇ ਥੋੜਾ ਜ਼ਿਆਦਾ ਫੈਲ ਗਿਆ, ਬਿਕੋਜ਼ ਜਿਹੜੇ ਲੋਕ ਹਜ ਕਰਕੇ ਆਏ ਸੀ ਉਹਨਾਂ ਦੀ ਵਜ੍ਹਾ ਦੇ ਨਾਲ, ਕਿਉਂਕਿ ਉਹ ਉਹਨਾਂ ਨੂੰ ਚੈੱਕ ਨਹੀਂ ਕੀਤਾ ਗਿਆ 에ਅਰਪੋਰਟਸ ਵਗੈਰਾ ਤੇ ਉਸ ਵਜ੍ਹਾ ਦੇ ਨਾਲ ਉਹ ਫੈਮਿਲੀਜ਼ ਜਿਹੜੀਆਂ ਇਫੈਕਟ ਹੋ ਰਹੀਆਂ ਨੇ। ਅਦਰਵਾਈਜ਼ ਠੀਕ ਹੈ। ਪੋਲੀਟੀਕਲੀ ਪੀਪਲ ਸੇਫ ਫੀਲ ਕਰਦੇ ਆ। हाँ सेफ मतलब क्या ना कि जो भी है मीडिया हाइप ज्यादा है, अदरवाइज पीसफुल है। तुसी मतलब एनीबडी कैन कम, लाइक टूरिस्ट इनफ्लो लास्ट ईयर भी बहुत ज्यादा सी, ਅਸੀਂ ਗਏ ਸੀਗੇ। सिर्फ थोड़ा मीडिया ਜਿਹੜਾ गलत पार्ट ਉਹਨਾਂ ਦਾ ਦੱਸਦਾ ਹੈ, ਬਾਕੀ ਆਊਟਸਕਰਟਸ ਤੇ ਕਿਧਰੇ ਨਾ ਕਿਧਰੇ ਗੜਬੜ ਹੁੰਦੀ ਰਹਿੰਦੀ ਹੈ। ਬਟ ਹੁਣ ਜੰਮੂ ਵਾਲਿਆਂ ਨੂੰ ਇਸ ਦੀ ਆਦਤ ਪੈ ਚੁੱਕੀ ਹੈ ਤੇ ਅਸੀਂ ਲੋਕ ਇਹਨਾਂ ਸ਼ਾਇਦ ਸਾਨੂੰ ਫਰਕ ਨਹੀਂ ਪੈਂਦਾ। ਹਾਂਜੀ ਜੰਮੂ ਵਿੱਚ ਰਹਿੰਦੇ। ਉਹ ਕਸ਼ਮੀਰ ਦੇ ਲੋਕ ਸਾਡੇ ਗੁਰਦੁਆਰੇ ਭੰਨਤੇ ਇੱਥੇ ਥੋੜੀ ਪ੍ਰੋਬਲਮ ਹੋਈ ਸੀ ਜੀ ਇੱਕ ਜਗ੍ਹਾ ਇੱਥੇ, ਪਰ ਚਲੋ ਕੋਈ ਇੱਕ ਦੋ ਬੰਦੇ ਹੁੰਦੇ ਹੀ ਆ ਜੀ ਵਿੱਚ ਜਿਹੜੇ ਨਹੀਂ ਸਹਿਮਤ ਹੁੰਦੇ। ਹਾਂਜੀ ਬਿਲਕੁਲ ਜੀ, ਕੋਈ ਵੀ ਹਰ ਜਗ੍ਹਾ ਪਰਫੈਕਟ ਤੇ ਕੋਈ ਕਿਤੇ ਨਹੀਂ ਹੁੰਦਾ, ਬਟ ਕਿਤੇ ਸਟੰਟਸ ਵੀ ਹੁੰਦੇ ਨੇ। ਕੋਈ ਜ਼ਰੂਰੀ ਨਹੀਂ ਹੈ ਕਿ ਕਿਉਂਕਿ ਅਸੀਂ ਜਦੋਂ ਜਾਈਦਾ ਤੇ ਅਸੀਂ ਤੇ ਬਹੁਤ ਹੀ ਜ਼ਿਆਦਾ ਉੱਥੇ ਸਾਨੂੰ ਮਤਲਬ ਇੱਕ ਰਿਸਪੈਕਟ ਮਿਲਦੀ ਹੈ। ਮਤਲਬ ਸਪੈਸ਼ਲੀ ਜਿਹੜੀ ਓਲਡ ਫੈਮਿਲੀਜ਼ ਹਨ ਜਾਂ ਕੁਝ ਜਿਹੜੀ ਨਿਊ ਜਨਰੇਸ਼ਨ ਹੈ, ਆਈ ਮਸਟ ਸੇ ਕਿ ਉਹ ਬ੍ਰੇਨ ਵਾਸ਼ ਜਨਰੇਸ਼ਨ ਹੈ। ਬਟ ਜਿਹੜੇ ਪੁਰਾਣੇ ਹਨ ਜਾਂ ਜਿਨ੍ਹਾਂ ਦੇ ਨਾਲ ਅਸੀਂ ਉੱਥੇ ਲਿੰਕਡ ਹਾਂ ਤੇ ਉਹਨਾਂ ਦੀ ਕਰਕੇ ਤੇ ਉਹੀ ਹੈ ਕਿ ਵੀ ਆਰ ਫੈਮਿਲੀ, ਵੀ ਆਰ ਲਾਈਕ ਫੈਮਿਲੀ। ਥੈਂਕ ਯੂ ਜੀ। ਹਾਂਜੀ ਅਸੀਂ ਪੁਨੀਤ ਕੌਰ ਦਾ ਵੀ ਧੰਨਵਾਦ ਵੀ ਬਹੁਤ ਕਰਦੇ, ਤੁਸੀਂ ਜੁਆਇਨ ਵੀ ਹੋਏ। ਮੇਰਾ ਖਿਆਲ ਤੁਹਾਨੂੰ ਇੱਕ ਦਿਨ ਜਦੋਂ ਪਹਿਲੇ ਦਿਨ ਜੁਆਇਨ ਹੋਏ ਥੋੜੀ ਪ੍ਰੋਬਲਮ ਪਈ ਸੀ ਨਾ ਤੁਹਾਡੀ ਹਾਂਜੀ ਬਿਲਕੁਲ। ਹਾਂਜੀ ਬਿਲਕੁਲ ਬਿਲਕੁਲ ਵੀਰ ਜੀ, ਪਤਾ ਨਹੀਂ ਸੀ ਚੱਲ ਰਿਹਾ। ਐਕਚੁਅਲੀ ਮੈਂ ਜ਼ੂਮ ਕਦੇ ਯੂਜ਼ ਨਹੀਂ ਕੀਤਾ ਸੀ, ਜ਼ਿਆਦਾਤਰ ਗੂਗਲ ਮੀਟ ਹੀ ਯੂਜ਼ ਕਰਦੇ ਹਾਂ ਆਪਣੇ, ਅਗਰ ਜ਼ਰੂਰਤ ਪੜੇ। ਤੇ ਜ਼ੂਮ ਤੇ ਮੈਂ ਫਸਟ ਟਾਈਮ ਹੀ ਆਈ ਸੀ ਤੇ ਉਹ ਜਿਹੜਾ ਆਡੀਓ ਸੀਗਾ ਭਾਈ ਸਾਹਿਬ ਜੀ ਦਾ, ਮੈਨੂੰ ਉਹ ਸੁਣਾਈ ਨਹੀਂ ਸੀ ਦੇ ਰਿਹਾ। ਫਿਰ ਮੈਂ ਉਹਨਾਂ ਦਾ ਜਿਹੜਾ ਲਾਈਵ ਚੱਲਦਾ ਹੈ ਫੇਸਬੁੱਕ ਤੇ, ਮੈਂ ਉਹ ਦੇਖਿਆ ਸੀਗਾ। ਉਹ ਤੇ ਚਲੋ ਅਸੀਂ ਐਟ ਐਨੀ ਟਾਈਮ ਅਸੀਂ ਉਹਨਾਂ ਦੇ ਟਾਈਮਲਾਈਨ ਤੇ ਜਾ ਕੇ, ਬਿਕੋਜ਼ ਉਹ ਸ਼ੇਅਰ ਕੀਤਾ ਹੁੰਦਾ ਸੀ, ਦੇਖ ਸਕਦੇ ਆ। ਬਟ ਦਿਸ ਇਜ਼ ਫੁੱਲ ਐਕਸਪੀਰੀਅੰਸ, ਜਿਹੜਾ ਤੁਸੀਂ ਬਿਲਕੁਲ ਰੀਅਲ ਟਾਈਮ ਐਕਸਪੀਰੀਅੰਸ ਹੈ ਜਿਹੜਾ ਉਹਨਾਂ ਨੂੰ ਲਾਈਵ ਤੇ ਉਹਨਾਂ ਨੂੰ ਸੁਣਨਾ। ਨਾਲੇ ਤੁਹਾਡੇ ਕੋਲ ਚਾਂਸ ਹੁੰਦਾ ਜੀ ਹਰੇਕ ਦੇ ਕੋਲੇ ਵੀ, ਮਤਲਬ ਕੋਈ ਗੱਲਬਾਤ ਕਰ ਸਕਦੇ, ਤੁਸੀਂ ਪੁੱਛ ਸਕਦੇ ਸਵਾਲ। ਤੇ ਸਾਡੇ ਨਾਲ ਭੈਣ, ਜੋ ਤੁਹਾਡੇ ਮਨ ਵਿੱਚ ਕੋਈ ਵੀ। ਹਾਂ ਹਾਂਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ। ਸਾਡੇ ਨਾਲ ਭੈਣ ਰਿਸ਼ਪਾਲ ਕੌਰ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਉਹ ਸ਼ਾਇਦ ਕੁਝ ਪੁੱਛਣਾ ਚਾਹੁੰਦੇ। ਭੈਣ ਰਿਸ਼ਪਾਲ ਕੌਰ ਜੀ, ਤੁਸੀਂ ਅਨਮਿਊਟ ਹੋਏ ਹੋ। ਮੈਂ ਗਿਆਨੀ ਜੀ ਹੁਣਾਂ ਦਾ ਧੰਨਵਾਦ ਕਰਨਾ ਚਾਹੁੰਦੀ। ਇਹਨਾਂ ਨੇ ਬਹੁਤ ਸੋਹਣੀ ਤਰ੍ਹਾਂ ਸਾਨੂੰ ਸਮਝਾਇਆ, ਮੈਂ ਇਹਨਾਂ ਦਾ ਧੰਨਵਾਦ ਕਰਦਾ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਇੱਥੇ ਆਪਾਂ ਸਮਾਪਤੀ ਕਰਦੇ ਹਾਂ ਜੀ। ਅੱਜ ਸਾਰਿਆਂ ਦਾ, ਸੰਗਤਾਂ ਦਾ ਵੀ ਧੰਨਵਾਦ ਤੇ ਗਿਆਨੀ ਜੀ ਦਾ ਵੀ ਬਹੁਤ ਧੰਨਵਾਦ। ਤੇ ਹਾਂਜੀ ਸੌਰੀ ਕਰੋ ਜੀ, ਕਰੋ। ਇਹ ਨਾ ਕੱਲ ਮੈਂ ਤੁਹਾਡੇ ਵਿਚਾਰ ਸੁਣ ਰਿਹਾ ਸੀ ਉਹ ਕੁੜੀ ਮਾਇਆ ਬਾਰੇ ਜੀ। ਉਹਦੇ ਬਾਰੇ ਮੈਂ ਬੇਨਤੀ ਕਰਨੀ ਸੀ ਵੀ ਇੱਕ ਤਾਂ ਨਾ ਮੇਰੇ ਵਾਸਤੇ ਨਾ ਕੋਈ ਅਕਾਊਂਟ ਸਪੈਸ਼ਲ ਨਾ ਬਣਾਇਓ। ਉਹਦਾ ਨਾ ਥੋੜਾ ਜਿਹਾ ਰੀਜ਼ਨ ਹੁੰਦਾ ਹੈ, ਕਈ ਵਾਰੀ ਨਾ ਬਾਹਰ ਇਹ ਹੁੰਦਾ ਵੀ ਉਹ ਅਕਾਊਂਟ ਵਿੱਚ ਪਤਾ ਨਹੀਂ ਕਿੰਨੇ ਪੈਸੇ ਭਾਈ ਸਾਹਿਬ ਜੀ ਲੋਕਾਂ ਤੋਂ ਲੈ ਰਹੇ ਨੇ, ਕੁਛ ਹੁੰਦਾ ਐਸਾ। ਤਾਂ ਮੈਨੂੰ ਪ੍ਰਬੰਧਕ ਜਿਹੜੇ ਨੇ ਉਹ ਇੱਕ ਆਪਣੇ ਸੇਵਾ ਉਹਨਾਂ ਨੇ ਕੀਤੀ ਹੈ ਤੇ ਇਹ ਕਲਾਸਾਂ ਮੇਰਾ ਨਾ ਹੌਬੀ ਹੈਗੀ ਆਪਣੀ, ਮੇਰਾ ਸ਼ੌਕ ਹੈਗਾ ਕਿ ਮੈਂ ਫ੍ਰੀ ਲਗਾਵਾਂ। ਲੇਕਿਨ ਪ੍ਰਬੰਧਕ ਵੀਰਾਂ ਨੇ ਮੈਨੂੰ ਮਾਇਆ ਦਿੱਤੀ, ਉਹਦਾ ਉਹਨਾਂ ਨੂੰ ਪਤਾ ਹੀ ਹੈ। ਤੇ ਜੋ ਤੁਸੀਂ ਸੰਗਤਾਂ ਨੇ ਮਾਇਆ ਦਿੱਤੀ ਸੀ ਉਹਦਾ ਵੀਰ ਜੀ ਨੂੰ ਪਤਾ ਹੀ, ਆਪਣੇ ਨਰਿੰਦਰ ਸਿੰਘ ਵੀਰ ਜੀ ਆਏ ਸੀ। ਤੇ ਜੇ ਮਤਲਬ ਮੇਰਾ ਬੇਸ਼ੱਕ ਪ੍ਰੋਫੈਸ਼ਨ ਇਹੋ ਹੀ ਹੈ,
ਲੇਕਿਨ ਨਾ ਅਕਾਊਂਟ ਨੰਬਰ ਮੇਰਾ ਲਿਓ ਵੀ ਨਾ, ਤੇ ਨਾ ਹੀ ਮੇਰੇ ਵਾਸਤੇ ਕੋਈ ਅਕਾਊਂਟ ਬਣਾਉਣ ਦੀ ਕਿਰਪਾਲਤਾ ਕਰੋ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਤੇ ਜੇ ਤੁਸੀਂ ਥੋੜਾ ਬਹੁਤਾ ਸਹਿਯੋਗ ਕਰੋਗੇ ਤਾਂ ਤੁਹਾਡੇ ਪਿਆਰ ਦੇ ਤੌਰ ਤੇ ਮੈਂ ਲੈ ਲੂੰਗਾ। ਤੁਸੀਂ ਆਪਸ ਚ ਜੋ ਵੀ ਦੋਗੇ ਨਾ, ਤੇ ਅਕਾਊਂਟ ਵਗੈਰਾ ਨਾ ਬਣਾਇਓ ਪਲੀਜ਼, ਹਨਾ। ਮੇਰੀ ਇੱਕ ਰਿਕੁਐਸਟ ਹੈ ਕਿ ਉਹਦੇ ਨਾਲ ਨਾ ਸਾਡਾ ਪਾਰਦਰਸ਼ੀ ਨਹੀਂ ਰਹਿਣਾ ਮਿਲਵਰਤਨ। ਉਹਦੇ ਵਿੱਚ ਇਹ ਹੋਣਾ ਪਤਾ ਨਹੀਂ ਅਕਾਊਂਟ ਵਿੱਚ ਕਿੰਨੇ ਪੈਸੇ ਪੈ ਗਏ, ਭਾਈ ਕਿੰਨੇ ਪੈਸੇ ਲੈ ਗਏ, ਸਾਡੇ ਪ੍ਰਚਾਰਕ ਵੀਰ ਵੀ ਹੋਰ ਵੀ ਬਹੁਤ ਕੁਛ ਐਵੇਂ ਖਾਮ ਖਾਈ ਹੋ ਜਾਏਗਾ। ਤੇ ਸਾਡਾ ਨਾ ਪਾਰਦਰਸ਼ੀ ਭੈਣਾਂ ਭਰਾਵਾਂ ਦੀ ਤਰ੍ਹਾਂ ਪਿਆਰ ਮੁਹੱਬਤ ਪਾਰਦਰਸ਼ੀ ਰਹੇ ਸਾਰਾ, ਠੀਕ ਹੈ। ਇਹ ਬੇਨਤੀ ਸੀ ਬਸ। ਕੱਲ ਮੈਂ ਫਿਰ ਬੋਲਿਆ ਨਹੀਂ, ਮੈਂ ਕਿਹਾ ਚਲੋ ਲੱਗੇ ਨੇ ਭੈਣ ਭਰਾ ਆਪਸ ਚ ਲੱਗੇ ਰਹਿਣ, ਮੈਂ ਵੀ ਤੁਹਾਡਾ ਇੱਕ ਮੈਂਬਰ ਹਾਂ ਪਰਿਵਾਰ ਦਾ। ਸਾਡਾ ਪਰਿਵਾਰ ਇੱਕ ਤੇ ਪਰਿਵਾਰ ਦੀ ਤਰ੍ਹਾਂ ਸੀ ਖੁਦ ਨਾਲ। ਇੰਨੀ ਬੇਨਤੀ ਕਰਨੀ ਭਾਈ ਸਾਹਿਬ ਜੀ ਤੁਹਾਡਾ, ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਇਸ ਗੱਲ ਕਲੀਅਰ ਕਰਨ ਦਾ। ਅਸੀਂ ਲਿਟਲ ਬਿਟ ਅੰਡਰ ਪ੍ਰੈਸ਼ਰ ਸੀਗੇ ਇਸ ਚੀਜ਼ ਬਾਰੇ, ਕਿਉਂਕਿ ਸਾਨੂੰ ਸੰਗਤਾਂ ਦੇ ਵੱਲੋਂ ਜਿੱਦਾਂ ਰਿਕੁਐਸਟ ਆਉਂਦੀ, ਉਹਨਾਂ ਦਾ ਕੋਈ ਗਲਤ ਨਹੀਂ ਕਹਿ ਰਿਹਾ ਕੁਝ ਵੀ, ਕਿਉਂਕਿ ਹਰ ਕੋਈ ਆਪਣੇ ਮਤਲਬ ਜਿੱਦਾਂ ਕੋਈ ਜੁੜ ਰਹੇ ਆ ਨਾ, ਤਾਂ ਉਹਨਾਂ ਦੀ ਖਾਹਿਸ਼ ਹੁੰਦੀ ਆ ਕਿ ਇਸ ਤਰ੍ਹਾਂ ਕਰਨ ਜਾਂ, ਤੇ ਇਸ ਕਰਕੇ ਨਾ ਥੋੜੀ ਡਿਸਕਸ਼ਨ ਤੁਸੀਂ, ਹਾਂਜੀ। ਤੇ ਉਹ ਕੁਲਦੀਪ ਕੌਰ ਜੀ ਇੱਕ ਮਿੰਟ ਹੋਲਡ ਕਰੋ ਜੀ, ਕੁਲਦੀਪ ਕੌਰ ਜੀ ਗਿਆਨੀ ਜੀ ਨੂੰ ਗੱਲ ਕਰ ਲੈਣਗੇ। ਹਾਂਜੀ ਹਾਂਜੀ ਕੁਲਦੀਪ ਕੌਰ, ਬਸ ਮੇਰੇ ਵੱਲੋਂ ਹੋਈ ਗੱਲ। ਧੰਨਵਾਦ ਤੁਹਾਡਾ ਸਾਰਿਆਂ ਦਾ। ਨਹੀਂ ਉਹਦੇ ਨਾਲ, ਅੱਛਾ ਇਹਨਾਂ ਨੇ ਅਕਾਊਂਟ ਇਸ ਕਰਕੇ ਸੋਚਿਆ ਹੋਣਾ ਕਿ ਵੀ ਜਿਹੜੇ ਬਾਹਰ ਰਹਿੰਦੇ ਕੰਟਰੀ ਤੋਂ ਉਹ ਕਿਸ ਤਰ੍ਹਾਂ ਕੰਟਰੀਬਿਊਟ ਕਰ ਸਕਦੇ, ਮਤਲਬ ਐਪਰੀਸ਼ੀਏਟ ਕਰ ਸਕਦੇ ਆ ਤੁਹਾਨੂੰ, ਇਸ ਕਰਕੇ ਸੋਚਦੇ ਹੋਣਗੇ। ਨਹੀਂ ਜੀ ਕੁਛ ਏਦਾਂ ਸਾਨੂੰ ਇੱਧਰ ਰਿਕੁਐਸਟ ਆਉਂਦੀਆਂ ਸੀਗੀਆਂ, ਉਹਦੇ ਕਰਕੇ ਮਤਲਬ ਅਸੀਂ ਏਦਾਂ ਮਹਿਸੂਸ ਕਰਦੇ ਸੀਗੇ, ਪਰ ਗਿਆਨੀ ਜੀ ਨੇ ਐਕਚੁਅਲੀ ਕਲੀਅਰ ਕਰ ਦਿੱਤੀ। ਮੈਂ ਕੱਲ ਵੀ ਇਹ ਗੱਲ ਕੀਤੀ ਸੀਗੀ ਕਿ ਜਿਹੜਾ ਸਾਡਾ ਮੇਨ ਪਰਪਸ ਹੈ ਨਾ, ਗਿਆਨੀ ਜੀ ਦਾ ਜਿਹੜਾ ਮੇਨ ਪਰਪਸ ਹੈ ਸਾਨੂੰ ਦੱਸਿਆ ਗਿਆ ਸੀਗਾ ਬਿਗਿਨਿੰਗ ਤੋਂ ਹੀ। ਜਦੋਂ ਅਸੀਂ ਇਹਨਾਂ ਨੂੰ ਪਹਿਲਾਂ ਕੰਟੈਕਟ ਕੀਤਾ ਸੀਗਾ ਜੀ, ਸਾਡੇ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸੀਗੇ, ਉਹਨਾਂ ਦੀ ਸਿਹਤ ਠੀਕ ਨਹੀਂ ਸੀਗੀ, ਤਾਂ ਅਸੀਂ ਇਹਨਾਂ ਦੇ ਨਾਲ ਗਿਆਨੀ ਜੀ ਦੇ ਨਾਲ ਕੰਟੈਕਟ ਕੀਤਾ ਸੀਗਾ। ਇਹਨਾਂ ਨੇ ਗੱਲ ਸਾਨੂੰ ਕਲੀਅਰ ਕਰ ਦਿੱਤੀ ਸੀਗੀ ਕਿ ਤੁਸੀਂ ਕਦੀ ਵੀ ਸਾਨੂੰ ਕੰਟੈਕਟ ਕਰ ਸਕਦੇ ਆ। ਤੇ ਉਹਨਾਂ ਨੇ ਕੋਈ ਏਦਾਂ ਮਾਇਆ ਬਾਰੇ ਸਾਡੇ ਨਾਲ ਕੋਈ ਡਿਸਕਸ਼ਨ ਨਹੀਂ ਸੀ, ਹਾਲਾਂਕਿ ਅਸੀਂ ਕਿਹਾ ਸੀਗਾ ਇਹਨਾਂ ਨੂੰ, ਪਰ ਇਹ ਕਹਿੰਦੇ ਸੀ ਮੇਰਾ ਇਹ ਪੈਸ਼ਨ ਨਹੀਂ, ਏਦਾਂ ਮਤਲਬ ਹਰ ਇੱਕ ਨੂੰ ਮਾਇਆ ਚਾਹੀਦੀ ਹੁੰਦੀ, ਪਰ ਇਹਨਾਂ ਨੇ ਕੋਈ ਏਦਾਂ ਦਾ ਨਹੀਂ ਗੱਲ ਕੀਤੀ ਸੀ। ਇਹਨਾਂ ਦਾ ਇੱਕੋ ਹੀ ਸੀਗਾ ਕਿ ਮੈਂ ਕੁਝ ਦੇਣਾ ਚਾਹੁੰਦਾ ਸੰਗਤ ਨੂੰ, ਠੀਕ ਹੈ ਜੀ। ਤੇ ਉਹਦੇ ਸੰਬੰਧ ਦੇ ਵਿੱਚ ਜਿੱਦਾਂ ਇਹਨਾਂ ਨੇ ਕਿਹਾ ਹੀ ਆ ਕਿ ਹਰ ਵਾਰੀ ਹਰ ਮਹੀਨੇ ਦੇ ਮਹੀਨੇ ਜਿੱਦਾਂ ਤੁਸੀਂ ਕਹਿ ਲਓ ਜਾਂ ਕਿੱਦਾਂ, ਅਸੀਂ ਗੁਰਦੁਆਰਾ ਸਾਹਿਬ ਵੱਲੋਂ ਜਿੰਨੀ ਕੁ ਵੀ ਭੇਟਾ ਹੋ ਸਕਦੀ ਅਸੀਂ ਕਰਦੇ ਹਾਂ। ਤਾਂ ਪਿਛਲੇ ਇਸ ਮਹੀਨੇ ਸਾਡੇ ਰਣੇਕ ਸਿੰਘ ਜੀ ਵੀ, ਉਹਨਾਂ ਨੂੰ ਥੋੜਾ ਬਹੁਤ ਜਿੱਦਾਂ ਸੇਵਾ ਕਰਿਆ ਇਸ ਮੈਨੂੰ ਪਤਾ ਲੱਗਾ, ਤੇ ਠੀਕ ਹੈ ਜੀ, ਉਹ ਇੱਥੇ ਕਿਤੇ ਠੀਕ ਹੈ, ਪਰ ਅਸੀਂ ਏਦਾਂ ਕਾਹਲੇ ਨਾ ਪਈਏ ਬਹੁਤੇ। ਪਰ ਜੇ ਤਾਂ ਉਹ ਗਿਆਨੀ ਮੋਹਨ ਸਿੰਘ ਜੀ ਏਦਾਂ ਕਰਨਗੇ, ਦੇਖੋ ਜਿੰਨੇ ਹੁਣ 30 ਬੰਦੇ 50 ਬੰਦੇ ਜੁੜੇ, ਮੈਨੂੰ ਪਾਉਣ ਤਾਂ ਦਿਓ ਨਾ ਘੱਟੋ ਘੱਟ, ਹਾਂਜੀ। ਤੇ ਉਹ ਫਿਰ ਉਹ ਗੱਲ ਨਹੀਂ ਰਹਿੰਦੀ, ਕਿਉਂਕਿ ਉਹਨਾਂ ਦਾ ਪੈਸ਼ਨ ਹੈ, ਇੱਕ ਪੈਸ਼ਨ ਆ ਦੇਣ ਦਾ, ਉਹਨਾਂ ਦੇ ਕੋਲ ਜੋ ਕੁਝ ਹੈਗਾ ਆ। ਅਸੀਂ ਬਹੁਤ ਅਪਰੀਸ਼ੀਏਟ ਕਰਦੇ ਹਾਂ ਜੀ ਤੁਹਾਨੂੰ, ਤੇ ਜਿੰਨਾ ਵੀ ਸਾਡੇ ਕੋਲ ਬਣਦਾ ਸਰਦਾ ਅਸੀਂ ਕਰਾਂਗੇ ਵੀ, ਕਰਦੇ ਵੀ ਆ। ਤੇ ਪਰ ਸੰਗਤ ਨੂੰ ਇਹ ਬੇਨਤੀ ਹੈ ਵੀ ਇਹ ਕਲਾਸ ਨੂੰ ਤੁਸੀਂ ਜੋ ਕੁਝ ਮੋਹਨ ਸਿੰਘ ਜੀ ਦੇ ਰਹੇ ਨਾ, ਉਹਨੂੰ ਇੰਜੋਏ ਕਰੋ, ਉਹਨੂੰ ਗ੍ਰਹਿਣ ਕਰੋ। ਪੈਸਿਆਂ ਦਾ ਮਤਲਬ ਤੁਸੀਂ ਬਹੁਤਾ ਆਪਣਾ ਧਿਆਨ ਥੋੜਾ ਜਿਹਾ ਘੱਟ ਕਰੋ ਤੇ ਇਹਨੂੰ ਇੰਜੋਏ ਕਰੋ, ਮੈਂ ਇਹ ਕਹੂੰਗਾ ਜੀ। ਹਾਂਜੀ ਜੱਸਾ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਆ? ਇਸ ਲੱਤੇ ਐਕਟ ਹਾਂਜੀ ਭਾਈ ਸਾਹਿਬ, ਜਦੋਂ ਭਾਈ ਸਾਹਿਬ ਕੈਨੇਡਾ ਆਏ ਸੀ ਉਦੋਂ ਵੀ ਇਹਨਾਂ ਦੇ ਇਹੀ ਸੀਗਾ ਵੀ ਇਹਨਾਂ ਦਾ ਪੈਸ਼ਨ ਹੈਗਾ, ਇਹ ਕਦੇ ਵੀ ਮਾਇਆ ਦੇ ਵੱਲ ਨਹੀਂ ਕਦੇ ਇਹਨਾਂ ਦੀ ਰੁਚੀ ਸੀਗੀ। ਇਸ ਲਈ ਇਹ ਸੰਗਤਾਂ ਵੱਧ ਤੋਂ ਵੱਧ ਜਿੱਦਾਂ ਸਕਾਲਣਾ ਚਾਹੁੰਦੇ ਵੀ ਜਿੰਨੀਆਂ ਵੀ ਸੰਗਤਾਂ ਇਸ ਗੁਰਬਾਣੀ ਨਾਲ ਜੁੜ ਜਾਣ, ਉਹਨਾਂ ਸੰਗਤਾਂ ਦਾ ਆਪਣਾ ਭਲਾ ਹੋ ਜਾਵੇ, ਤਾਂ ਕਿ ਜਿਹੜੇ ਕਰਮ ਕੱਢਣ ਦਾ ਸਾਨੂੰ ਜੋੜਿਆ ਜਾ ਰਿਹਾ ਹੈ ਬਹੁਤ ਸਾਲਾਂ ਤੋਂ। ਜਿੱਦਾਂ ਵੀ ਹੁਣ ਕਈ ਤਾਂ ਲੋਕ ਕਹਿੰਦੇ 40-50 ਸਾਲਾਂ ਸਾਨੂੰ ਪਤਾ ਨਹੀਂ ਵੀ ਗੁਰਬਾਣੀ ਦੇ ਆਹ ਮੀਨਿੰਗ ਹੈਗੇ ਆ, ਕਿਉਂਕਿ ਜਿਹੜੇ ਬਹੁਤੀ ਜਿੱਦਾਂ ਗਲਤੀ ਪ੍ਰਚਾਰਕਾਂ ਵੀ ਪ੍ਰਚਾਰਕ ਪੂਰੀ ਤਰ੍ਹਾਂ ਬਿਆਨ ਨਹੀਂ ਕਰਦੇ, ਸ਼ਬਦ ਨੂੰ ਖੋਲਦੇ ਨਹੀਂ ਹੈਗੇ। ਦਾ ਗਿਆਨੀ ਜੀ ਸਾਹਿਬ ਇਹਨਾਂ ਹੁਣ ਕੱਲੇ ਸ਼ਬਦ ਦੀ ਵਿਆਖਿਆ ਕਰਕੇ ਤੁਹਾਡਾ ਜੀਵਨ ਹੀ ਨਹੀਂ ਬਦਲ ਦੇਣਾ, ਰਾਈਟ, ਕਰਮ ਕਰਨਾ ਤੁਹਾਨੂੰ ਕੱਢ ਦੇਣਾ ਇਹਨਾਂ ਨੇ, ਰਾਈਟ। ਇਹਨਾਂ ਦਾ ਪੈਸ਼ਨ ਹੈਗਾ ਜਿੱਦਾਂ ਇਹ ਸਕਾਲਣ ਦਾ, ਇਹ ਬਹੁਤ ਹੀ ਜਿੱਦਾਂ ਵੀ ਸ਼ਲਾਘਾਯੋਗ ਹੈਗਾ। ਇਹ ਪ੍ਰਮਾਤਮਾ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਚ ਰੱਖੇ, ਰਾਈਟ। ਇਹਨਾਂ ਦਾ ਮੈਂ ਵੀ ਦੇਖਿਆ ਜਿੱਦਾਂ ਵੀ ਹੋਰਾਂ ਵੀ, ਪਰ ਮਾਇਆ ਵੱਲ ਇਹਨਾਂ ਬੜੀ ਰੁਚੀ ਹੈਗੀ, ਪਰ ਜੋ ਸੰਗਤਾਂ ਨੂੰ ਸਰਦਾ ਹੈਗਾ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਇਹ ਇਹਨਾਂ ਦੀ ਕਮਾਈ ਹੈ, ਕਿਰਤ ਹੈਗੀ ਹੈ, ਰਾਈਟ। ਬਾਕੀ ਜਿਹੜੀ ਕਿਰਤ ਚਲੋ ਬੰਦਾ ਆਪਣੇ ਜਿੱਦਾਂ ਵੀ ਜਿੰਨੀ ਨੌਲੇਜ ਉਹਦੇ ਹਿਸਾਬ ਨਾਲ ਕਮਾਉਂਦਾ ਹੈਗਾ, ਪਰ ਇਹਨਾਂ ਦਾ ਹਮੇਸ਼ਾ ਹੀ ਬਹੁਤ ਬਹੁਤ ਸ਼ੁਕਰੀਆ। ਠੀਕ ਹੈ ਜੀ, ਅਸੀਂ ਇੱਥੇ ਮੇਰਾ ਖਿਆਲ ਸਮਾਪਤੀ ਕਰ ਦਿੰਦੇ ਜੀ। ਤੇ ਧੰਨਵਾਦ ਜੀ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਵੀ ਹਿੱਸਾ ਲਿਆ ਅੱਜ ਸੁਣਨ ਦੇ ਵਿੱਚ ਜਾਂ ਡਿਸਕਸ਼ਨ ਦੇ ਵਿੱਚ। ਤੇ ਭਾਈ ਸਾਹਿਬ
ਭਾਈ ਮੋਹਰ ਸਿੰਘ ਦਾ ਵੀ ਬਹੁਤ ਬਹੁਤ ਧੰਨਵਾਦ। ਅੱਜ ਇੱਕ ਜਿਹੜੀ ਇਹਨਾਂ ਨੇ ਕਲੀਅਰ ਕਰ ਦਿੱਤੀ ਆ, ਇਹਨਾਂ ਨੇ ਕੱਲ ਜਿਹੜੀ ਥੋੜੀ ਜਿਹੀ ਲਾਸਟ ਦੇ ਵਿੱਚ ਇਹਨਾਂ ਨੇ ਕੈਚ ਕਰ ਲਈ ਸੀ, ਉਹ ਵਧੀਆ ਹੋ ਗਿਆ, ਕਲੀਅਰ ਕਰ ਦਿੱਤੀ ਹੈ ਜੀ। ਤੇ ਤੁਹਾਡੇ ਬਹੁਤ ਬਹੁਤ ਧੰਨਵਾਦ। ਅਸੀਂ ਕੱਲ ਨੂੰ ਇਸੇ ਤਰ੍ਹਾਂ ਕੱਲ ਨੂੰ 2 ਵਜੇ ਆਵਾਂਗੇ ਜੀ, ਤੇ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਜਣੇ ਜੁੜਿਓ। ਤੇ ਅਸੀਂ ਹੁਣ ਇੱਥੇ ਫਤਿਹ ਬੁਲਾਉਂਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।